ਅਜੀਤ ਰਾਹੀ ਦਾ ਨਾਵਲ ਹੈ ਧੁੱਖ ਦੀ ਧੂਣੀ। ਪਹਿਲਾ ਅੰਗ। ਕਣਕਾਂ ਬੀਜੀਆਂ ਜਾ ਚੁੱਕੀਆਂ ਹਨ। ਅਗੇਤੀਆਂ ਕਣਕਾਂ ਦੇ ਕੂਲੇ ਕੂਲੇ ਚਿਹਰੇ ਤਰੇਲ ਦੇ ਧੋਣ ਜੋਗੇ ਹੋ ਗਏ ਸਨ। ਹਰਾ ਸਿੰਜਣ ਲਈ ਤੜਕੇ ਜੁੜੇ ਨਿਆਈਆਂ ਦੇ ਹਲਟਾਂ ਦੇ ਕੁੱਤਿਆਂ ਦੀ ਟਿਕ ਟਿਕ ਭਗਤਾਂ ਦੇ ਸਿਮਰਨ ਵਿੱਚ ਵਗਨ ਪਾਉਣ ਦੀ ਆਦੀ ਹੁੰਦੀ ਜਾਂਦੀ ਸੀ। ਮੋਢਿਆਂ ਕਮਾਦੀਆਂ ਦੇ ਖੇਤਾਂ ਵਿੱਚੋਂ ਸੱਜਰੇ ਗੁੜ ਦੀ ਮਹਿਕ ਚੁਗਿਰਦੇ ਨੂੰ ਸ਼ਰਾਬੀ ਕਰਨ ਲੱਗ ਪਈ ਸੀ। ਗੰਦਲਾਂ ਵਰਗੀਆਂ ਮੁਟਿਆਰਾਂ ਕੱਚੀਆਂ ਵੱਟਾਂ ਤੇ ਬੋਝ-ਬੋਝ ਪੱਬ ਧਰਦੀਆਂ, ਸਾਗ ਤੋੜਦੀਆਂ, ਗੰਦਲਾਂ ਵਾਂਗ ਲਿਫ-ਲਿਫ ਜਾਂਦੀਆਂ, ਕਈਆਂ ਦੇ ਦਿਲ ਤੋੜ-ਤੋੜ ਸੁੱਟਦੀਆਂ ਫਿਰ ਰਹੀਆਂ ਸਨ। ਨਵ ਵਿਆਹੇ ਜੋੜਿਆਂ ਦੇ ਸਾਹਾਂ ਦੀ ਮਹਿਕ ਦਾ ਚੰਬਾ ਰਜਾਈਆਂ 'ਚੋਂ ਸਲਵੱਟੇ ਲੈਂਦਾ ਰਹਿੰਦਾ ਤੇ ਗੱਭਰੂਆਂ ਲਈ ਤੜਕੇ ਉੱਠ ਕੇ ਖੂਹ ਜੋੜਨਾ ਮੁਹਾਲ ਹੁੰਦਾ ਸੀ। ਬੰਤੇ ਦੇ ਵਿਆਹ ਹੋਏ ਨੂੰ 3 ਕੁ ਮਹੀਨੇ ਹੋਏ ਸਨ। ਉਹਦੀ ਹੀਰ ਤੇ ਉਹਦੇ ਸੁਪਨਿਆਂ ਦੀ ਰਾਣੀ ਚੰਨੋ ਉਸ ਦੁਆਲੇ ਮੋਰਨੀ ਵਾਂਗ ਗੇੜੇ ਕੱਢਦੀ ਰਹਿੰਦੀ। ਬੰਤਾ 3 ਭਰਾਵਾਂ 'ਚੋਂ ਵਿਚਕਾਰਲਾ ਸੀ, ਵੱਡਾ ਗੁਰਦਿੱਤਾ ਤੇ ਛੋਟਾ ਮੰਗਲ। ਗੁਰਦਿੱਤਾ ਵੀ ਵਿਆਹਿਆ ਹੋਇਆ ਸੀ ਤੇ ਮੰਗਲ ਦਾ ਅੱਸੂ ਦਾ ਵਿਆਹ ਹੋ ਕੇ ਹਟਿਆ ਸੀ। 2 ਸੱਜ ਵਿਆਹੀਆਂ ਵਹੁਟੀਆਂ ਦੀਆਂ ਪੰਜੇਬਾਂ ਵਿਹੜੇ ਨੂੰ ਛਣਨ ਛਣਕਾਉਂਦੀਆਂ ਰਹਿੰਦੀਆਂ। ਬੰਤਾ 3 ਭਰਾਵਾਂ 'ਚੋਂ ਕੱਦ ਦਾ ਲੰਮਾ ਤੇ ਹੱਡਾਂ ਪੈਰਾਂ ਦਾ ਨਰੋਆ ਸੀ। ਉਂਝ ਸ਼ਕਲੋਂ ਵੀ 3 ਨਾਲੋਂ ਸੁਨੱਖਾ ਸੀ। ਅੱਖਾਂ ਨਰਗਿਸ ਵਰਗੀਆਂ, ਦੰਦ ਮੋਤੀਆਂ ਵਰਗੇ, ਮੁਗਦਰ ਵਰਗੇ ਪੱਟ, ਗੇਲੀਆਂ ਵਰਗੇ ਡੌਲੇ, ਚੌੜੀ ਚੱਕਲੀ ਛਾਤੀ ਤੇ ਸਾਬਤੀ ਬੋਰੀ ਟਿਕਣ ਜੋਗੇ ਮੌਰ। ਉਹ ਘੁਲਦਾ ਰਿਹਾ ਸੀ ਤੇ ਭਾਰ ਚੁੱਕਣ ਦਾ ਵੀ ਸੂਰਮਾ ਸੀ। ਸ਼ਰੀਫ ਰੱਜ ਕੇ ਕਦੇ ਕਿਸੇ ਨਾਲ ਉੱਚਾ ਨਹੀਂ ਸੀ ਬੋਲਦਾ ਸੁਣਿਆ। ਲੋਕ ਕਹਿੰਦੇ ਸਨ ਕਿ ਇਹ ਤਾਂ ਆਪਣੇ ਬਾਪ ਤੇ ਗਿਆ ਹੈ। ਬੰਤੇ ਹੋਰਾਂ ਦਾ ਬਾਪ ਇਹਨਾਂ ਬਲੂਰਾਂ ਨੂੰ ਛੱਡ ਕੇ ਤੇਲੀਏ ਆਸਟ੍ਰੇਲੀਆ ਚਲਾ ਗਿਆ ਸੀ ਤੇ ਹਾਲੀ ਤੱਕ ਆਪ ਤਾਂ ਨਹੀਂ ਸੀ ਮੁੜਿਆ, ਪਰ ਪੈਸੇ ਹਰ ਵਰੇ ਜ਼ਰੂਰ ਆ ਜਾਂਦੇ ਸਨ, ਜਿਸ ਨਾਲ ਇਹਨਾਂ ਦੀ ਮਾਂ ਦੀ ਸਿਆਣਪ ਤੇ ਵੱਡੇ ਭਰਾ ਦੀ ਹਿੰਮਤ ਨੇ ਕੁਝ ਆਪਣੀ ਜ਼ਮੀਨ ਦੇ ਨਾਲ ਲੱਗਦੀ ਹੋਰ ਜ਼ਮੀਨ ਵੀ ਖਰੀਦ ਲਈ ਸੀ ਤੇ ਪਿੰਡ ਦੀ ਲਹਿੰਦੀ ਪੱਤੀ 'ਚ ਵਧੀਆ ਪੱਕਾ ਘਰ ਪੂਰਨ ਪਹਿਲੀ ਵਾਰ ਆਇਆ ਬਣਾ ਗਿਆ ਸੀ। ਗੁਰਦਿੱਤੇ ਦਾ ਸੁਭਾਅ ਵੀ ਬੜਾ ਸਾਊ ਸੀ। ਉਹਦੇ ਘਰ ਵਾਲੀ ਸੰਤੀ ਕੁਝ ਗਰਮ ਤੇ ਕੌੜੇ ਸੁਭਾਅ ਦੀ ਸੀ। ਉਹ ਨਿੱਕੀ ਨਿੱਕੀ ਗੱਲ ਤੇ ਸੱਸ ਨਾਲ ਉਲਝੀ ਰਹਿੰਦੀ। ਆਂਢਣਾ ਗੁਆਂਢਣਾ ਨਾਲ ਵੀ ਨਿਆਣਿਆਂ ਪਿੱਛੇ ਝੱਟ ਲੜ ਪੈਂਦੀ। ਗੁਰਦਿੱਤੇ ਨੂੰ ਤਾਂ ਸਮਝਦੀ ਕੁਛ ਨਹੀਂ ਸੀ। ਕਈ ਵਾਰ ਉਹਨੂੰ ਮੂਰਾ ਕਹਿ ਕੇ ਬੁਲਾਉਂਦੀ, ਪਰ ਬੰਤੇ ਨਾਲ ਸੁਰ ਰੱਖਦੀ ਸੀ। ਕੁਝ ਖੱਚਰੀਆਂ ਗੁਆਂਢਣਾ ਬੰਤੇ ਤੇ ਉਹਦੇ ਸਬੰਧਾਂ ਬਾਰੇ ਅੱਖਾਂ ਨਾਲ ਗੱਲਾਂ ਕਰ ਜਾਂਦੀਆਂ। ਉਹਦਾ ਸਰੀਰ ਗੁੰਦਵਾਂ ਸੀ, ਜਿਵੇਂ ਟਾਹਲੀ ਦੀ ਗੇਲੀ ਘੜੀ ਹੋਵੇ। ਕੱਦ ਕੁਝ ਮਧਰਾ, ਨੈਣ ਨਕਸ਼ ਜਿਵੇਂ ਸੰਤਰੇ ਦੀਆਂ ਫਾੜੀਆਂ ਚਿਹਰੇ ਤੇ ਟਿਕਾਈਆਂ ਹੋਣ। ਜੇ ਗੁੱਸੇ 'ਚ ਨਾ ਹੋਵੇ ਤਾਂ ਪਿੱਪਲੀ ਦੇ ਪੱਤਾਂ ਵਰਗੇ, ਬੁੱਲਾਂ 'ਚੋਂ ਪਤਾਸਿਆਂ ਵਰਗੇ ਬੋਲ ਚੁਗਿਰਦੇ 'ਚ ਮਿਠਾਸ ਖਿਲਾਰ ਜਾਂਦੇ। ਸੁਚੱਜੀ ਇੰਨੀ ਕਿ ਜਿਸ ਕੰਮ ਨੂੰ ਹੱਥ ਪਾ ਲੈਂਦੀ ਉਸ ਵਿੱਚ ਹੀ ਜਾਨ ਪਾ ਦਿੰਦੀ। ਚੌਂਕੇ ਦੇ ਓਟੇ, ਭੜੋਲੀਆਂ, ਚੁੱਲ੍ਹਿਆਂ ਤੇ ਭੱਠੀਆਂ ਉੱਪਰ ਬਣਾਏ ਮਿੱਟੀ ਦੇ ਪੰਛੀ ਇੰਜ ਲੱਗਦੇ ਜਿਵੇਂ ਹੁਣੇ ਉੱਡ ਜਾਣਗੇ। ਅਣਵਿਆਹੀਆਂ ਕੁੜੀਆਂ ਚਾਦਰਾਂ, ਸਰਾਣਿਆਂ, ਮੇਜ਼ਪੋਸ਼ਾਂ ਤੇ ਪੱਖੀਆਂ ਉੱਤੇ ਵੰਨ ਸੁਵੰਨੀਆਂ ਬੂਟੀਆਂ ਤੇ ਵੇਲਾਂ ਪਵਾਉਣ ਲਈ ਉਹਦੀਆਂ ਬੁੱਤੀਆਂ ਕਰਦੀਆਂ ਰਹਿੰਦੀਆਂ। ਗਰਮੀਆਂ 'ਚ ਪੱਕੀ ਡਿਉਢੀ 'ਚ ਖੱਡੀ ਲਾ ਕੇ ਦਰੀਆਂ ਦਾ ਤਾਣਾ ਤਣ ਲੈਂਦੀ ਤੇ ਕੁੜੀਆਂ ਕਹਿੰਦੀਆਂ, ਭਾਬੀ ਸਾਨੂੰ ਦਰੀ ਤੇ ਸਿਆ ਸਹੀ ਮੋਰ ਮੋਰਨੀ ਖੇਡਦੇ ਤੇ ਪਹਿਲਾਂ ਪਾਉਂਦੇ ਹੀ ਪਾਉਣੇ ਸਿਖਾਲਦੇ ਤੇ ਘਰ ਦਾ ਖੱਦਰ ਉਹਨੇ ਕਦੇ ਜੁਲਾਹਿਆਂ ਤੇ ਬੁਣਨਾ ਨਹੀਂ ਸੀ ਦਿੱਤਾ। ਨੀਲੀਆਂ ਚਿੱਟੀਆਂ ਤੇ ਖਾਕੀ ਖੇਸੀਆਂ ਪਿੜੀਆਂ ਪਾ ਬੁਣਦੇ, ਜਿਵੇਂ ਮੁੰਡਿਆਂ ਨੇ ਧਰਤੀ ਤੇ ਅੱਡੇ ਖੱਡੇ ਦੀਆਂ ਡੱਬੀਆਂ ਪਾਈਆਂ ਹੋਣ, ਪਰ ਇਹਨਾਂ ਡੱਬੀਆਂ 'ਚ ਉਹਦੇ ਹੱਥਾਂ ਦੀਆਂ ਉਂਗਲਾਂ ਦੀਆਂ ਨਰਦਾਂ ਫਿਰਦੀਆਂ ਦਿਸਦੀਆਂ ਸਨ। ਪਿੰਡ 'ਚ ਵਿਆਹਾਂ ਸ਼ਾਦੀਆਂ ਤੇ ਉਹ ਘੋੜੀਆਂ ਤੇ ਸੁਹਾਗ ਗਾਉਂਦੀ ਨਾ ਥੱਕਦੀ ਤੇ ਤੀਵੀਆਂ ਉਸ ਕੋਲ ਉਚੇਚ ਨਾਲ ਆਪਣੀ ਪਸੰਦ ਦੇ ਟੱਪੇ ਸੁਣਾਉਣ ਲਈ ਜ਼ੋਰ ਪਾਉਂਦੀਆਂ। ਜਦੋਂ ਤੀਵੀਆਂ ਦੇ ਝੁੰਡ 'ਚ ਬੈਠੀ ਗਾਉਂਦੀ ਤਾਂ ਇੰਝ ਲੱਗਦਾ ਜਿਵੇਂ ਕੋਇਲ ਅੰਬਾਂ ਦੀਆਂ ਟਾਹਣੀਆਂ 'ਚ ਲੁਕੀ ਹੋਈ ਕੋਈ ਮਿੱਠਾ ਮਿੱਠਾ ਸੰਗੀਤ ਗਾ ਰਹੀ ਹੋਵੇ। ਮੁੰਡਿਆਂ ਦੇ ਵਿਆਹਾਂ ਤੇ ਵਿਆਹੁਣ ਗਈਆਂ ਜਨੇਤਾਂ 3 ਦਿਨ ਰਹਿੰਦੀਆਂ। 3 ਦਿਨ ਹੀ ਉਹ ਗਿੱਧੇ ਪਾਉਂਦੀ, ਵਿਹੜੇ 'ਚ ਭੁਚਾਲ ਲਿਆ ਰੱਖਦੀ। ਨਾਨਕਾ ਮੇਲਣਾ ਨੂੰ ਧੂ ਗਿੱਧੇ ਪਿੜ 'ਚ ਲਿਆਉਂਦੀ, ਪਰ ਉਸ ਨਾਲ ਕੋਈ ਵੀ ਮੇਚ ਨਹੀਂ ਸੀ ਆਉਂਦੀ। ਜਦੋਂ ਬੋਲੀ ਪਾਉਂਦੀ ਤਾਂ ਅੱਲੜ ਕੁੜੀਆਂ ਬੋਲੀ ਦੇ ਬੋਲ ਸੁਣ ਕੇ ਕੰਨਾਂ ਤਾਈਂ ਲਾਲ ਹੋ ਜਾਂਦੀਆਂ ਤੇ ਵਿਆਹੀਆਂ ਹੋਈਆਂ ਹਿੱਕ ਤੋਂ ਪੱਲਾ ਉਤਾਂ ਚੁੱਕ ਕੇ ਹਿੱਕ ਨਾਲ ਲੱਗੇ ਤਵੀਤਾਂ ਨੂੰ ਸਾਹ ਦਵਾਉਣ ਲੱਗ ਪੈਂਦੀਆਂ ਤੇ ਬੁੱਢੀਆਂ ਠੇਰੀਆਂ ਵਾਗਰੂ ਕਰਦੀਆਂ ਕੰਨਾਂ 'ਚ ਉਂਗਲਾਂ ਦੇ ਕੇ ਟਿੱਭ ਜਾਂਦੀਆਂ। ਉਹ ਜਨੇਤ ਬੰਨਣ ਦੀ ਐਡੀ ਉਸਤਾਦ ਸੀ ਕਿ ਕਈ ਜਨੇਤਾਂ ਘੰਟਾ ਭਰ ਗਧੀ ਗੇਟ 'ਚ ਪੈ ਜਾਂਦੀਆਂ, ਪਰ ਜਨੇਤ ਨਾ ਛੁੱਟਦੀ। ਅਖੀਰ ਪਿੰਡ ਦੇ ਮੋਹਰੀਆਂ ਦੀ ਮਿੰਨਤ ਤੇ ਜਾਂਦੀਆਂ ਵੱਲੋਂ ਉਹਨੂੰ ਲਾੜੇ ਦੀ ਭੈਣ ਦੀ ਉਪਾਧੀ ਦੇ ਕੇ ਛੁਟਕਾਰਾ ਪਾਇਆ ਜਾਂਦਾ। ਵਿਆਹ ਦੇ ਧਮੱਚੜ ਨਾਲ ਜਦੋਂ ਥੱਕੀ ਟੁੱਟੀ ਉਹ ਘਰ ਨੂੰ ਆਉਂਦੀ ਤਾਂ ਕਈ ਔਰਤਾਂ ਮਗਰੋਂ ਆਪਸ 'ਚ ਗੱਲਾਂ ਕਰਦੀਆਂ, ਨਹੀਂ ਇਹਦਾ ਥਕੇਵਾਂ ਤਾਂ ਹੁਣ ਬੰਤਾ ਲਊ।
ਸੰਤੀ ਦੇ ਘਰ ਵਾਲਾ ਗੁਰਦਿੱਤਾ ਦਰਮਿਆਨੇ ਕੱਦ ਦਾ ਗਹਿਰੇ ਸਰੀਰ ਦਾ ਮਾਲਿਕ ਸੀ। ਕਣਕ ਵੰਨਾ ਰੰਗ, ਜਿਹਨੂੰ ਮਾਤਾ ਦੇ ਦਾਗ ਥੋੜ੍ਹਾ ਹੋਰ ਕਰੂਪ ਬਣਾਉਂਦੇ ਸਨ। ਉਹਦੇ ਬੁੱਲ੍ਹ ਮੋਟੇ, ਨੱਕ ਚਿਹਰੇ ਤੇ ਲੋੜ ਤੋਂ ਵੱਧ ਵਿਛਿਆ ਹੋਇਆ। ਜਦੋਂ ਕਿਸੇ ਨਾਲ ਗੱਲ ਕਰਦਾ ਇੱਕ ਅੱਖ ਮੀਟ ਲੈਂਦਾ, ਜਿਸ ਨਾਲ ਚਿਹਰਾ ਹੋਰ ਵੀ ਕਰੂਪ ਲੱਗਣ ਲੱਗ ਜਾਂਦਾ। ਹਰ ਗੱਲ ਨਾਲ ਸਮਝ ਲਾ ਖਿਆਲਿਆ ਵਰਤਦਾ। ਸੰਤੀ ਤੇ ਮਾਂ ਮੂਹਰੇ ਕਦੇ ਨਾ ਬੋਲਦਾ ਤੇ ਨਾ ਅੱਖਾਂ ਉੱਚੀਆਂ ਕਰਦਾ। ਘਰੋਂ ਖੇਤ ਤੇ ਖੇਤੋਂ ਘਰ, ਬਸ ਇੰਨੀ ਉਹਦੀ ਦੁਨੀਆ ਸੀ। ਵਿਆਹ ਤੋਂ ਬਾਅਦ ਥੋੜ੍ਹੇ ਦਿਨ ਹੀ ਘਰ ਸੁੱਤਾ ਸੀ ਤੇ ਫਿਰ ਪਸ਼ੂਆਂ ਦੀ ਰਾਖੀ ਲਈ ਹਵੇਲੀ ਸੌਣ ਲੱਗ ਪਿਆ ਸੀ। ਬੰਤਾ ਤਾਂ ਸਦਾ ਘਰ ਹੀ ਸੌਂਦਾ ਸੀ। ਸੰਤੀ ਸੱਸ ਤੇ ਦਿਓਰਾਂ ਸਾਹਮਣੇ ਗੁਰਦਿੱਤੇ ਤੋਂ ਘੁੰਡ ਕੱਢਦੀ ਸੀ, ਪਰ ਉਸ ਇਕੱਲੇ ਦੇ ਸਾਹਮਣੇ ਕਦੀ ਵੀ ਘੁੰਡ ਨਾ ਚੁੱਕਦੀ, ਖੌਰੇ ਉਹਨੂੰ ਉਹਦੀ ਸ਼ਕਲ ਤੋਂ ਕੁਚਿਆਣ ਆਉਂਦੀ ਹੋਵੇ। ਇਹ ਗੱਲ ਸੰਤੀ ਦੀ ਸੱਸ ਨੇ ਵੀ ਤਾੜ ਲਈ ਸੀ। ਤਾਂ ਹੀ ਉਹ ਜਦੋਂ ਬੰਤਾ ਤੇ ਸੰਤੀ ਘਰ ਹੁੰਦੀ, ਉਹ ਅੰਨੀ ਬਹਾਨੀ ਘਰੋਂ ਬਾਹਰ ਚਲੀ ਜਾਂਦੀ। ਉਸ ਆਪਣੇ ਪੁੱਤ ਦਾ ਘਰ ਜੋ ਮੁਹਾਂਦਰੇ ਤੇ ਗਏ ਸਨ, ਬੰਤਾ ਕਈ ਵਾਰ ਸੰਤੀ ਨੂੰ ਕੱਲੀ ਨੂੰ ਹੌਲੀ ਦੇਣੀ ਆਖਦਾ, ਮੁੰਡਾ ਤੇਰਾ ਤੇ ਮੁਹਾਂਦਰਾ ਮੇਰਾ। ਤੇ ਅੱਗੋਂ ਦੰਦਾਂ ਹੇਠ ਬੁੱਲ੍ਹ ਟੁੱਕਦਿਆਂ ਅੱਖ ਮਾਰ ਕੇ ਕਹਿੰਦੀ, ਜੇ ਮੁੰਡਾ ਤੇਰਾ ਤਾਂ ਮੁਹਾਂਦਰਾ ਉਸ ਮੂਰੇ ਦਾ ਤਾਂ ਨਹੀਂ ਸੀ ਹੋਣਾ। ਗੁਰਦਿੱਤਾ ਸਿਆਲ ਨੂੰ ਤੜਕੇ ਉੱਠ ਕੇ ਖੂਹ ਜੋੜਦਾ, ਕਣਕਾਂ ਸਿੰਜਦਾ। ਜੇ ਕਣਕਾਂ ਤੋਂ ਵੇਲ ਮਿਲਦੀ ਤਾਂ ਵੇਲਣਾ ਜੋੜ ਲੈਂਦਾ। ਲੋ ਲੱਗਦੀ ਨੂੰ ਇੱਕ ਪੱਤ ਭਰੀ ਹੋਈ ਹੁੰਦੀ ਤੇ ਵੀਰੂ ਚਮਾਰ ਉਹਨਾਂ ਦਾ ਝੋਕਾ ਕਈ ਵਾਰ ਉਹਨੂੰ ਕਹਿੰਦਾ, ਦਿੱਤਿਆ ਤੂੰ ਆਪ ਤਾਂ ਸੌਂਦਾ ਨਹੀਂ, ਕਿਸੇ ਨੂੰ ਵੀ ਨਹੀਂ ਸੌਣ ਦਿੰਦਾ। ਤੇ ਅੱਗੋਂ ਮੋੜਦਾ, ਉਹ ਸੌਂਦਾ ਹੀ ਏਡਾ ਹੋਇਆ, ਹੁਣ ਕਿਹੜਾ ਸੌਂ ਕੇ ਹੋਰ ਵਧਣਾ। ਤੇ ਉਹ ਧੌੜੀ ਦੀ ਜੁੱਤੀ, ਤੇੜ ਖੱਦਰ ਦਾ ਪਰਨਾ, ਗਲ ਖੱਦਰ ਦਾ ਕੁੜਤਾ ਤੇ ਸਿਰ ਤੇ ਜਾਲੀ ਵਰਗੀ ਮਲਮਲ ਦੀ ਪੱਗ ਬੰਨ੍ਹਦਾ, ਜੋ ਕੋਈ ਵਾਰ ਇੰਨੀ ਮੈਲੀ ਹੋ ਜਾਂਦੀ ਕਿ ਉਹਦੇ ਅਸਲੀ ਰੰਗ ਦਾ ਪਤਾ ਹੀ ਨਾ ਲੱਗਦਾ। ਤੇ ਉਹਦੀ ਪੱਗ ਦੇ ਉਗੜ ਦੁਗੜ ਵਲੇਟਾਂ ਵਿੱਚੋਂ ਸਨੁੱਕੜੇ ਦੀਆਂ ਲਟਾਂ ਵਰਗੀਆਂ ਜਟੂਰੀਆਂ ਬਾਹਰ ਪਲਮ ਪੈਂਦੀਆਂ, ਜਿਵੇਂ ਵੇਖਣ ਵਾਲਿਆਂ ਨੂੰ ਦੰਦੀਆਂ ਚੜਾ ਰਹੀਆਂ ਹੋਣ। ਨਹਾਉਂਦਾ ਤਾਂ ਉਹ ਕਿਤੇ ਵਿਸਾਖੀ ਦੀਵਾਲੀ ਸੀ, ਉਹ ਵੀ ਉਦੋਂ ਜਦੋਂ ਖੁਸ਼ਕੀ ਨਾਲ ਖਾਜ ਕਰ ਸਰੀਰ ਤੇ ਜ਼ਖਮ ਹੋ ਜਾਂਦੇ। ਫਿਰ ਸੰਤੀ ਉਹਨੂੰ ਮਹੀਨੇ ਭਰ ਦੀ ਰੱਖੀ ਖੱਟੀ ਲੱਸੀ ਦਾ ਕੁੱਜਾ ਫੜਾਉਂਦੀ, ਕਹਿੰਦੀ, ਲੈ ਡੰਗਰਾ, ਨਹਾ ਕੇ 4 ਦਿਨ ਬੰਦੇ ਦੀ ਜੂਨ ਦੇ ਵੀ ਕੱਟ ਲੈ। ਤੇ ਬੁੜਬੁੜ ਕਰਦਾ ਕੁੱਜਾ ਫੜ ਕੇ ਹਲਟ ਦੀ ਆੜ ਮੂਹਰੇ ਜਾ ਬਹਿੰਦਾ, ਸਿਰ ਤੇ ਸਰੀਰ ਤੇ ਸੜਿਆਂਦ ਮਾਰਦੀ ਲੱਸੀ ਦਾ ਪੋਚਾ ਫੇਰਦਾ। ਫਿਰ ਉਸੇ ਕੁੱਜੇ ਨਾਲ ਭਰ ਸਿਰ ਤੇ ਪਿੰਡੇ ਪੁਰ ਪਾਣੀ ਪਾਉਂਦਾ। ਪੈਰਾਂ ਨੂੰ ਕੂਚ ਕੇ ਜਦੋਂ ਧੋਂਦਾ ਤਾਂ ਬਿਆਈਆਂ ਛੱਪੜ ਦੀ ਸੁੱਕੀ ਚਿੱਕ ਵਾਂਗ ਹੋਰ ਵੀ ਮੂੰਹ ਅੱਡ ਲੈਂਦੀਆਂ। ਉਹ ਆਪਣੀ ਜੂਨ ਦੇ ਨਾਲ ਧੋ ਬਣਾ ਕੇ ਕੁੱਜੇ ਦੀ ਜੂਨ ਵੀ ਸਵਾਰ ਦਿੰਦਾ ਤੇ ਸੋਚਦਾ, ਅੱਜ ਸ਼ਾਇਦ ਸੰਤੀ ਉਹਦੇ ਮਾਂਜੇ ਹੋਏ ਠੂਠੇ ਖੈਰ ਪਾ ਦੇਵੇ। ਤੇ ਇਸ ਤਰ੍ਹਾਂ ਕਈ ਵਾਰ ਉਹਦੇ ਸੱਖਣੇ ਠੂਠੇ 'ਚ ਸੰਤੀ ਠੂੰਗਾ ਜਿਹਾ ਮਾਰ ਦਿੰਦੀ ਤੇ ਉਹ ਇੰਨੇ ਨਾਲ ਹੀ ਵਿਚਰ ਜਾਂਦਾ। ਫਿਰ ਮਹੀਨਿਆਂ ਬੱਧੀ ਸਿਰ ਸੁੱਟ ਕੇ ਕੋਹਲੂ ਦੇ ਬੈਲ ਵਾਂਗ ਉਸੇ ਤਰ੍ਹਾਂ ਤੁਰਿਆ ਰਹਿੰਦਾ। ਔਰਤ ਦੀ ਭੁੱਖ ਵੀ ਕਿੱਡੀ ਭੁੱਖ ਹੈ ਤੇ ਮਰਦ ਦੀ ਤ੍ਰਿਪਤੀ ਕਿੰਨੀ ਛੋਟੀ। ਮੰਗਲ ਜੋ ਸਭ ਤੋਂ ਛੋਟਾ ਸੀ, ਉਹਦਾ ਕੱਦ ਗੁਰਦਿੱਤੇ ਨਾਲੋਂ ਮੱਧਰਾ, ਰੰਗ ਬੰਤੇ ਵਰਗਾ ਕੋਰਾ, ਨੈਣ ਨਕਸ਼ ਤਿੱਖੇ, ਜੁੱਸਾ ਗਠਵਾਂ ਸਰੀਰ ਫੁਰਤੀਲਾ ਇੰਨਾ ਕਿ ਕੰਧ ਤੇ ਬਿਨਾਂ ਪੌੜੀਆਂ ਚੜ ਜਾਂਦਾ। ਪਿੱਪਲ ਤੇ ਬੋੜਾਂ ਦੇ ਟਾਹਣਿਆਂ ਤੇ ਗਾਲੜ ਵਾਂਗ ਟਪੂਸੀਆਂ ਮਾਰਦਾ ਫਿਰਦਾ। ਸੌਂਚੀ ਤੇ ਕੌਡੀ 'ਚ ਹੱਥ ਲਾ ਕੇ ਭੱਜਿਆ ਕਿਸੇ ਨੂੰ ਡਾਹ ਨਹੀਂ ਸੀ ਦਿੰਦਾ ਤੇ ਮੂਹਰੇ ਭੱਜਦੇ ਨੂੰ 4 ਪੈਰ ਨਾ ਭੱਜਣ ਦਿੰਦਾ ਤੇ ਕੈਂਚੀ ਮਾਰ ਕੇ ਥਾਂ ਹੀ ਸੁੱਟ ਲੈਂਦਾ। ਦਿਨੇ ਚਿੱਟਾ ਚਾਦਰਾ, ਕਲੀਆਂ ਵਾਲਾ ਕੁੜਤਾ, ਕੰਨ ਤੇ ਲੜ ਛੱਡੀ ਤੋਤੇ ਰੰਗੀ ਪੱਗ ਤੇ ਪੈਰੀ ਨੋਕਾਂ ਵਾਲੀ ਤਿੱਲੇਦਾਰ ਜੁੱਤੀ ਪਾ ਕੇ ਵੈਲੀਆਂ ਦੀਆਂ ਮਹਿਫਲਾਂ ਦਾ ਮੋਹਰੀ ਹੁੰਦਾ। ਪਿੰਡ 'ਚ ਜਿੱਥੇ ਕਿਤੇ ਲੜਾਈ ਝਗੜਾ ਜਾਂ ਪੰਗਾ ਪੈਂਦਾ, ਮੰਗਲ ਸਭ ਤੋਂ ਮੋਹਰੀ ਹੁੰਦਾ। ਮਾੜੇ ਜੁੱਸੇ ਤੇ ਨੇਕ ਸੁਭਾਅ ਦੇ ਬੰਦੇ ਉਹਦਾ ਰਾਹ ਛੱਡ ਕੇ ਕੰਨੀ ਕਤਰਾ ਜਾਂਦੇ। ਉਹ ਦਾਰੂ ਪੀ ਕੇ ਰਾਤ ਨੂੰ ਗਲੀਆਂ 'ਚ ਬੱਕਰੇ ਬੁਲਾਉਂਦਾ। ਕੋਈ ਵੀ ਉਸ ਨਾਲ ਪੰਗਾ ਲੈਣ ਨੂੰ ਤਿਆਰ ਨਾ ਹੁੰਦਾ। ਉਹ ਕੰਮ ਨੂੰ ਹੱਥ ਨਾ ਲਾਉਂਦਾ, ਪਰ ਪਿੰਡ ਦੀਆਂ ਵੈਲੀ ਔਰਤਾਂ ਦੀ ਪੂਰੀ ਜਾਣਕਾਰੀ ਰੱਖਦਾ। ਕਦੇ ਨਾਈਆਂ ਦੀ ਕਰਮੋ ਦੇ ਘਰ ਵੜਿਆ ਤੇ ਮੁੱਛਾਂ ਤੇ ਖੱਤ ਬਣਵਾਉਂਦਾ ਰਹਿੰਦਾ। ਕਰਮੋ ਦੇ ਘਰ ਵਾਲਾ ਨੱਥੂ ਜੇ ਕਦੇ ਘਰ ਨਾ ਹੁੰਦਾ, ਲੋਕੀ ਕਹਿੰਦੇ ਉਹ ਅੱਜ ਕਰਮੇ ਦੇ ਖੱਤ ਬਣਾ ਕੇ ਆਇਆ। ਬੰਤਾ, ਸੰਤੀ ਤੇ ਮੰਗਲ ਦੀ ਮਾਂ ਉਹਦੇ ਇਹਨਾਂ ਕਾਰਿਆਂ ਤੋਂ ਤੰਗ ਆਏ ਹੋਏ ਸੀ, ਇਸ ਲਈ ਉਹਨਾਂ ਨੇ ਬੰਤੇ ਦੇ ਵਿਆਹ ਤੋਂ 2 ਮਹੀਨੇ ਬਾਅਦ ਹੀ ਅੱਸੂ 'ਚ ਮੰਗਲ ਦਾ ਵਿਆਹ ਕਰਤਾ। ਬੰਦਾ ਕਹਿੰਦਾ, ਇਹਦੇ ਜੂੜ ਪਾਓ, ਆਪੇ ਸੂਤ ਆਊ। ਪ੍ਰੀਤੋ ਮੰਗਲ ਦੇ ਘਰ ਵਾਲੀ ਪਤਾ ਨਹੀਂ ਜਿਵੇਂ ਸੱਚੀ ਮੁੱਚੀ 14ਵੀਂ ਦਾ ਚੰਨ ਹੋਵੇ ਤੇ ਮੰਗਲ ਚੰਨ ਨਾਲ ਤੇ ਇਹਨਾਂ ਦਾ ਮੇਲ ਕੁਦਰਤ ਨੇ ਬ੍ਰਹਿਮੰਡ ਦੇ ਸਫ਼ਿਆਂ ਤੇ ਲਿਖਿਆ ਹੋਵੇ। ਪ੍ਰੀਤੋ ਲੰਮਾ ਕੱਦ, ਛਮਕ ਵਰਗਾ ਸਰੀਰ, ਜਿਵੇਂ ਤੂਤ ਦੀ ਛਿਟੀ ਹੋਵੇ, ਬਿੱਲੀਆਂ ਅੱਖਾਂ, ਗੋਰਾ ਨਿਛੋਹ ਰੰਗ, ਤਲਵਾਰ ਵਰਗਾ ਨੱਕ, ਨਰਗਸ ਦੀਆਂ ਪੱਤੀਆਂ ਵਰਗੇ ਬੁੱਲ੍ਹ। ਜਦੋਂ ਬੋਲਦੀ ਤਾਂ ਜਿਵੇਂ ਸ਼ਹਿਦ ਦੇ ਕਟੋਰੇ ਮੂਧੇ ਕਰ ਰਹੀ ਹੋਵੇ। ਗੱਲ ਕਰਨ ਦਾ ਸਲੀਕਾ ਇਸ ਤਰ੍ਹਾਂ ਜਿਸ ਨਾਲ ਇੱਕ ਵਾਰ ਗੱਲ ਕਰ ਲੈਂਦੀ
ਉਹਦੇ ਢਿੱਡ 'ਚ ਹੀ ਵੜ ਜਾਂਦੀ ਤੇ ਅਗਲਾ ਸਾਰੇ ਦਾ ਸਾਰਾ ਉਦਾਸ ਦਾ ਹੋ ਜਾਂਦਾ। ਸੱਸ ਨੂੰ ਮਾਵਾਂ ਵਾਂਗ ਸਤਿਕਾਰਦੀ ਤੇ ਦੋਵਾਂ ਜਠਾਣੀਆਂ ਨੂੰ ਭੈਣ ਜੀ ਕਹਿੰਦੀ ਦਾ ਮੂੰਹ ਨਾ ਥੱਕਦਾ। ਗੁਆਂਢਣਾਂ ਕਹਿੰਦੀਆਂ ਮੰਗਲ ਨੇ ਪਿਛਲੇ ਜਨਮ ਦੇ ਮੋਤੀ ਪੁੰਨ ਕੀਤੇ ਐ। ਦੋਵਾਂ ਜੇਠਾਂ ਨੂੰ ਪਿਓਾਂ ਵਾਂਗ ਸਤਿਕਾਰਦੀ, ਬੰਤਾ ਉਹਦਾ ਛੋਟੀਆਂ ਭੈਣਾਂ ਵਾਂਗ ਆਦਰ ਕਰਦਾ ਤੇ ਇਸ ਤਰ੍ਹਾਂ ਦੀ ਪਰੀ ਵਰਗੀ ਤੀਵੀਂ ਛੱਡ ਕੇ ਮੰਗਲ ਨੇ ਹੁਣ ਕਰਮੋਂ ਦੇ ਕੀ ਕਰਨ ਜਾਣਾ ਸੀ। ਉਹਦੇ ਕਰਮਾਂ ਦਾ ਖਜ਼ਾਨਾ ਤਾਂ ਉਹਨੂੰ ਘਰ ਬੈਠਿਆਂ ਬਿਠਾਇਆ ਮਿਲ ਗਿਆ ਸੀ। ਹੁਣ ਮੰਗਲ ਸਵੇਰੇ ਭਰਾਵਾਂ ਲਈ ਸ਼ਾਹ ਵੇਲਾ ਲੈ ਕੇ ਖੇਤੀ ਜਾਂਦਾ, ਪਸ਼ੂਆਂ ਲਈ ਪੱਠੇ ਵੱਢਦਾ, ਕੁਤਰਦਾ, ਪਸ਼ੂਆਂ ਨੂੰ ਪਾਣੀ ਵਿਖਾਉਂਦਾ, ਵੇਲੇ ਕੁ ਵੇਲੇ ਹਲ ਦਾ ਜੋਤਰਾ ਵੀ ਲਵਾ ਦਿੰਦਾ। ਉਹਦੇ ਜੋਟੀਦਾਰਾਂ ਦੀਆਂ ਢਾਣੀਆਂ ਸੁੰਨੀਆਂ ਹੋ ਗਈਆਂ ਸਨ। ਉਹ ਗਲੀਆਂ ਵੀ ਸੁੰਨੀਆਂ ਹੋ ਗਈਆਂ ਸਨ ਜਿੱਥੇ ਕਦੀ ਮਿਰਜ਼ਾ ਯਾਰ ਫਿਰਦਾ ਹੁੰਦਾ ਸੀ, ਜਿਹਨੂੰ ਕਦੇ ਉਹਦੇ ਹਾਣ ਦੀਆਂ ਲੜਾਂਬੋਆਂ ਦੀਆਂ ਝੀਤਾਂ ਥਾਣੇ ਲੁਕ ਲੁਕ ਕੇ ਵੇਖਦੀਆਂ ਨਹੀਂ ਸੀ ਰੱਜਦੀਆਂ। ਅੱਜ ਉਹ ਤੁੱਕੇ ਵਰਗਾ ਸਿੱਧਾ ਮੰਗਲ ਕਾਮਾ ਬਣ ਗਿਆ ਸੀ। ਹੁਣ ਜੇ ਕੋਈ ਸਰੀਕੇ 'ਚ ਉਹਦੀ ਭਰਜਾਈ ਲੱਗਦੀ ਪੁਰਾਣੀ ਵੈਲਣ ਉਹਨੂੰ ਛੇੜਦੀ ਹੋਈ ਕਹਿੰਦੀ, ਚੰਦਰਿਆ ਕਦੇ ਸਾਡੇ ਵੱਲ ਵੀ ਵੇਖ ਲਿਆ ਕਰ, ਤਾਂ ਅੱਗੋਂ ਮਟਕ ਨਾਲ ਕਹਿੰਦਾ, ਭਾਬੀ ਗੰਨੇ ਦੀ ਪੂਰੀ ਛੱਡ ਕੇ ਕੜਬ ਦੇ ਟਾਂਡੇ ਕੌਣ ਚੁੱਪੂ, ਤਾਂ ਭਾਬੀ ਸੱਚੀ ਮੁੱਚੀ ਕੜਬ ਦਾ ਟਾਂਡਾ ਹੋ ਜਾਂਦੀ। ਮੰਗਲ ਦੀਆਂ ਮੁਸਕਣੀਆਂ 'ਚੋਂ ਗੰਨੇ ਦੀ ਪੂਰੀ ਦਾ ਰਸ ਚੋ ਪੈਣ ਲੱਗਦਾ। ਹੁਣ ਮੰਗਲ ਤੇ ਬੰਤਾ ਤਰਕਾਲਾ ਨੂੰ ਘਰ ਦੀ ਕੱਢੀ ਦਾਰੂ ਹਵੇਲੀ 'ਚ ਬੈਠ ਕੇ ਪੀਣ ਲੱਗਦੇ ਤਾਂ ਗੁਰਦਿੱਤੇ ਨੂੰ ਵੀ 2 ਹਾੜੇ ਦੇ ਦਿੰਦਾ। ਬੰਤਾ ਤੇ ਮੰਗਲ ਘਰ ਆਉਂਦੇ, ਰੋਟੀ ਖਾਂਦੇ, ਆਪਣੇ ਅੰਦਰ ਹੀ ਜਾ ਵੜਦੇ। ਗੁਰਦਿੱਤਾ ਰੋਟੀ ਖਾਂਦਾ, ਆਪਣੀ ਧੌੜੀ ਜੁੱਤੀ ਦੇ ਠਿੱਬੇ 'ਚ ਘੜੀਸਦਾ ਹਵੇਲੀ ਨੂੰ ਤੁਰਦਾ। ਸੰਤੀ ਚੌਂਕੇ ਦੇ ਭਾਂਡੇ ਚੁੱਕ ਮਾਰਦੀ, ਮੰਜੇ ਵੱਲ ਜਾਣ ਨੂੰ ਉਹਦੀ ਵੱਡੀ ਰੂਹ ਨਾ ਕਰਦੀ। ਖਾਲੀ ਮੰਜਾ ਖਾਣ ਨੂੰ ਆਉਂਦਾ। ਸਿਆਲ ਦੀਆਂ ਇਹਨਾਂ ਰਾਤਾਂ 'ਚ ਰਜਾਈ ਤੋਂ ਬਿਨਾਂ ਹੀ ਠੰਡੇ ਬਿਸਤਰੇ ਤੇ ਪਲਸੇਟੇ ਮਾਰ ਤਨ ਦੇ ਸੇਕ ਨੂੰ ਠੰਡਾ ਕਰਦੀ। ਚੰਨੋ ਤੇ ਪ੍ਰੀਤੋ ਦੇ ਅੰਦਰਲੇ ਮੰਜਿਆਂ ਦੀਆਂ ਬਿੜਕਾਂ ਰਾਤ ਭਰ ਸੌਣ ਨਾ ਦਿੰਦੀਆਂ ਤੇ ਫਿਰ ਤੜਕੇ ਉੱਠ ਕੇ ਬਾਲਟੀ ਚੁੱਕਦੀ, ਹਵੇਲੀ ਨੂੰ ਮੱਝਾਂ ਦੀ ਧਾਰ ਕੱਢਣ ਲਈ ਚਲੀ ਜਾਂਦੀ ਤੇ ਗੁਰਦਿੱਤੇ ਦੇ ਸੱਖਣੇ ਠੂਠੇ ਨੂੰ ਨੱਕੋ ਨੱਕ ਭਰ ਆਉਂਦੀ। ਗੁਰਦਿੱਤੇ ਤੇ ਜਾਣੋ ਮੁੜ ਕੇ ਜਵਾਨੀ ਆ ਰਹੀ ਸੀ। ਹੁਣ ਉਹ ਉਹਦੇ ਕੱਪੜੇ ਧੋਂਦੀ, ਉਹਦੇ ਨਹਾਉਣ ਦਾ ਤੇ ਸਰੀਰ ਦੀ ਸਫਾਈ ਦਾ ਖਿਆਲ ਰੱਖਦੀ ਤੇ ਲੋਕ ਕਹਿੰਦੇ 12 ਵਰੀ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ। ਕਈ ਵਾਰ ਉਹ ਅਤੀਤ ਦੇ ਪਰਛਾਵਿਆਂ ਮਗਰ ਤੁਰ ਪੈਂਦੀ। ਉਹਨੂੰ ਬੰਤੇ ਤੇ ਬੜਾ ਗੁੱਸਾ ਆਉਂਦਾ ਤੇ ਜਦੋਂ ਕਦੀ ਉਹਨੂੰ ਉਹ ਹਵੇਲੀ 'ਚ ਇਕੱਲਾ ਮਿਲ ਪੈਂਦਾ ਤਾਂ ਕਹਿੰਦੀ, ਐਦਾਂ ਦਾ ਕੋਈ ਵੈਰੀ ਦੁਸ਼ਮਣ ਨਾਲ ਵੀ ਨਹੀਂ ਕਰਦਾ, ਮੈਂ ਤੇਰੀ ਖਾਤਰ ਕੀ ਨਹੀਂ ਸੁਣੀਆਂ। ਫਿਰ ਜਦੋਂ ਕਦੀ ਯਥਾਰਥ ਤੇ ਵਰਤਮਾਨ ਦੀਆਂ ਕੰਨੀਆਂ ਚੁੱਕ ਕੇ ਵੇਖਦੀ ਤਾਂ ਉਹਨੂੰ ਸਾਵੇਂ ਦਾ ਸਾਵਾਂ ਗੁਰਦਿੱਤਾ ਹੀ ਮੋਹਰੇ ਦਿਸਦਾ। ਹੁਣ ਕਈ ਵਾਰ ਰਾਤ ਨੂੰ ਰੋਟੀ ਖਾਣ ਪਿੱਛੋਂ ਜਾਣ ਲੱਗੇ ਗੁਰਦਿੱਤੇ ਨੂੰ ਕਹਿੰਦੀ, ਗੇਲੂ ਦੇ ਭਾਈਆ ਘਰੇ ਹੀ ਸੌਂ ਜਾ, ਕਿਤੇ ਨਹੀਂ ਬੂਰੀਆਂ ਚੋਰ ਲੈ ਚੱਲੇ। ਤੇ ਜਿਸ ਦਿਨ ਗੁਰਦਿੱਤਾ ਘਰ ਸੌਂ ਜਾਂਦਾ ਤਾਂ ਉਹਨੂੰ ਆਪਣੇ ਅੰਦਰੋਂ ਚੰਬੇ ਦੀ ਮਹਿਕ ਜੀ ਆਉਂਦੀ ਲੱਗਦੀ। ਅੰਗ ਦੂਸਰਾ। ਇਸ ਟੱਬਰ ਦਾ ਨਾਮ ਪਿੰਡ ਦੇ ਬਾਕੀ ਜੱਟ ਟੱਬਰਾਂ ਵਾਂਗ ਸ਼ਾਹਾਂ ਦੀਆਂ ਲਾਲ ਕਿਤਾਬਾਂ 'ਚ ਨਹੀਂ ਸੀ ਬੋਲਦਾ। ਘਰ ਦੀ ਆਰਥਿਕ ਹਾਲਤ ਸਾਰੇ ਪਿੰਡ ਨਾਲੋਂ ਚੰਗੀ ਸੀ। ਮਾਂ 3 ਕਾਮਿਆਂ ਪੁੱਤਾਂ ਨੂੰ ਤੇ ਪਰੀਆਂ ਵਰਗੀਆਂ ਨੂੰਹਾਂ ਨੂੰ ਵੇਖ 50ਵਿਆਂ ਵਿੱਚ ਵੀ ਜਵਾਨ ਲੱਗਦੀ ਸੀ। ਬਸ ਝੋਰਾ ਸੀ ਤਾਂ ਸਿਰਫ ਪਤੀ ਦੇ ਵਰਿਆਂ ਬੱਦੇ ਵਿਛੋੜੇ ਦਾ, ਵਰੇ ਜੋ ਉਹਨੇ ਸਦੀਆਂ ਵਾਂਗ ਲੰਘਾਏ ਸਨ। ਉਹਦਾ ਪਤੀ ਪੂਰਨ 5 ਵਰਿਆਂ ਦਾ ਸੀ ਜਦੋਂ ਚਿੰਤੀ ਹਰੀ ਕਚਨਾਰ ਵਰਗੀ ਨੂੰ ਛੱਡ ਤੇਲੀਆ ਚਲਾ ਗਿਆ ਸੀ, ਮਤਲਬ ਆਸਟ੍ਰੇਲੀਆ। ਉਦੋਂ ਵੱਡਾ ਗੁਰਦਿੱਤਾ 4 ਸਾਲਾਂ ਦਾ ਤੇ ਛੋਟਾ ਬੰਤਾ 2 ਸਾਲਾਂ ਦਾ ਸੀ ਤੇ ਮੰਗਲ ਤਾਂ ਅਜੇ ਕੁੱਖ ਹੀ ਸੀ। ਉਹ ਸ਼ਾਹਾਂ ਦੀਆਂ ਲਾਲ ਕਿਤਾਬਾਂ ਦਾ ਸਤਾਇਆ ਘਰੋਂ ਚਲਾ ਗਿਆ ਸੀ ਤੇ ਕੁਝ ਵਰਿਆਂ 'ਚ ਉਹਨੇ ਸ਼ਾਹਾਂ ਦੀਆਂ ਲਾਲ ਕਿਤਾਬਾਂ ਤੋਂ ਮੁਕਤ ਕਰਵਾ ਦਿੱਤਾ ਸੀ। ਪਰ ਬਾਪ ਛੇਤੀ ਜ਼ਿੰਦਗੀ ਤੋਂ ਮੁਕਤ ਹੋ ਗਿਆ ਸੀ। ਉਹਦੀ ਜਵਾਨੀ ਤੇ ਹਿੰਮਤ ਤਾਂ ਸ਼ਾਹਾਂ ਦੀਆਂ ਵਹੀਆਂ ਨੇ ਲਹੂ ਡੀਕ ਖੋਖਲੀ ਕਰ ਛੱਡੀ ਸੀ। ਬੋਦਾ ਰੁੱਖ ਠੁੰਮਣਿਆਂ ਨਾਲ ਕਿੰਨਾ ਕੁ ਚਿਰ ਖੜਾ ਰਹਿ ਸਕਦਾ ਸੀ। ਸ਼ਾਹਾਂ ਨੇ ਜੱਟਾਂ ਦਾ ਗੰਨੇ ਵਾਂਗ ਲਹੂ ਪੀੜ ਲਿਆ ਸੀ। ਜਿਹੜਾ ਜੱਟ ਇੱਕ ਵਾਰ ਸ਼ਾਹ ਕੋਲੋਂ ਕਰਜ਼ਾ ਲੈ ਕੇ ਕੋਈ ਬੁੱਤਾ ਸਾਰ ਲੈਂਦਾ ਸੀ, ਕੋਈ ਗਰਜ ਪੂਰੀ ਕਰ ਲੈਂਦਾ ਸੀ, ਬਸ ਫੇਰ ਉਹ ਉਹਦੇ ਖੇਤ ਤੇ ਉਹਦੇ ਬੱਚੇ ਤੇ ਬੱਚਿਆਂ ਵਾਂਗ ਪਾਲੀਆਂ ਫਸਲਾਂ ਤੇ ਲਵੇਰੀਆਂ ਇਹਨਾਂ ਲਾਲ ਵਹੀਆਂ ਰੂਪੀ ਡੈਣਾਂ ਦੇ ਮੂੰਹ 'ਚ ਸਬੂਤੀਆਂ ਹੀ ਲੰਘ ਜਾਂਦੀਆਂ। ਜੱਟ ਸਵੇਰੇ ਉੱਠ ਕੇ ਵੇਲਣਾ ਜੋੜਦਾ, ਸ਼ਾਹ ਆਪਣੀ ਖੁੰਡੀ ਲੈ ਕੇ ਵੇਲਣੇ ਤੇ ਜਾ ਬਹਿੰਦਾ। ਜੱਟ ਨੂੰ ਗੁੜ ਖਾਣਾ ਤਾਂ ਇੱਕ ਪਾਸੇ ਰਿਹਾ, ਆਪਣੇ ਬੀਜੇ ਕਮਾਦ ਤੇ ਆਪਣੇ ਬਲਦਾਂ ਨਾਲ ਕੱਢੀ ਰਸ ਪੀਣ ਦੀ ਵੀ ਹੁਕਮ ਨਾ ਹੁੰਦਾ। ਤਕਾਲਾਂ ਤਾਈਂ ਕੱਢੇ ਗੁੜ ਦੀਆਂ ਰੋੜੀਆਂ ਨਾਲ ਭਰਿਆ ਟੋਕਰਾ ਸ਼ਾਹ ਜੱਟ ਦੇ ਕੇ ਹੀ ਸਿਰ ਝੁਕਾ ਕੇ ਆਪਣੇ ਘਰ ਲਿਆ ਰੱਖਦਾ। ਸ਼ਾਹ ਕੋਲੋਂ ਕਣਕ ਦਾ ਬੀਜ ਲਿਆਉਂਦਾ, ਕਣਕਾਂ ਬੀਜੀਆਂ ਜਾਂਦੀਆਂ, ਕੋਰੇ 'ਚ ਪਾਣੀ ਲਾਉਂਦੇ, ਨੰਗੇ ਪੈਰ ਸੁੰਨ ਹੋ ਜਾਂਦੇ, ਬਿਆਈਆਂ ਪਾਟ ਜਾਂਦੀਆਂ। ਵਿਸਾਖੀ ਆਉਂਦੀ, ਢੋਲ ਵੱਜਦੇ, ਪਰ ਜੱਟ ਦੀ ਕਿਸਮਤ ਢੋਲ ਵਾਂਗ ਸੱਖਣੀ ਹੁੰਦੀ।
ਕਣਕ ਵੱਢਦਿਆਂ ਸਿਰ ਤੋਂ ਪੈਰਾਂ ਤਾਈਂ ਮੁੜਕਾ ਚੋਂਦਾ, ਸੱਥਰ ਇਕੱਠੇ ਕਰਦਾ, ਭਰੀਆਂ ਬੰਨ੍ਹਦਾ, ਖਲਵਾੜ ਲੱਗਦੇ, ਫਲੇ ਪੈਂਦੇ, ਉੱਪਰੋਂ ਅੱਗ ਵਰਦੀ ਤੇ ਹੇਠੋਂ ਕਣਕ ਦਾ ਸੇਕ ਲੂੰਦਾ। ਇਹ ਮੇਰੇ ਗੁਰੂ ਅਰਜਨ ਦੀ ਔਲਾਨ ਜਿਵੇਂ ਨਿੱਤ ਤਵੀ ਤੇ ਬਹਿੰਦੀ। ਅੰਨ ਦੀ ਪਵਿੱਤਰਤਾ ਰੱਖਣ ਲਈ ਬਲਦਾਂ ਦੇ ਗੋਹੇ ਆਪਣੇ ਹੱਥਾਂ ਤੇ ਬੋਚਦਾ, ਧੜਾਂ ਲਾਉਂਦਾ, ਤੰਗਲੀ ਲੈ ਮੜਾਸਾ ਮਾਰ ਧੜ ਤੇ ਬੈਠਾ ਹਵਾ ਨੂੰ ਉਡੀਕਦਾ। ਹਵਾ ਦੇ ਬੁੱਲੇ ਆਉਂਦੇ, ਤੂੜੀ 'ਚੋਂ ਆਪਣੀ ਮਿਹਨਤ ਤੇ ਮੋਤੀਆਂ ਨੂੰ ਵੱਖ ਕਰਦਾ। ਗੁੜ 'ਚ ਘੋਲੇ ਸੱਤੂਆਂ ਦੀ ਬਾਲਟੀਆਂ ਨਾਲ ਆਪਣੀ ਤੇ ਬਲਦਾਂ ਦੀ ਪਿਆਸ ਬੁਝਾਉਂਦਾ। ਪਰ ਵਰਦੀ ਅੱਗ 'ਚ ਉਦੋਂ ਸਰੀਰ ਸੁੰਨ ਹੋ ਜਾਂਦਾ ਜਦੋਂ ਸ਼ਾਹ ਕਾਲੀ ਛਤਰੀ ਸਿਰ ਤੇ ਓੜੀ, ਹੱਥ 'ਚ ਖੁੰਡੀ ਫੜੀ, ਕੱਛੇ ਲਾਲ ਵਹੀ ਮਾਰ ਬੋਲ ਤੇ ਆਖ ਲਾਉਂਦਾ ਤੇ ਉਹਨੂੰ ਲੱਗਦਾ ਜਿਵੇਂ ਉਹਦੇ ਸੋਨੇ ਰੰਗੀ ਕਣਕ ਦੇ ਬੋਲ ਤੇ ਇੱਕ ਕਾਲਾ ਸ਼ਾਹ ਬੱਦਲ ਵਰ ਪਿਆ ਹੋਵੇ। ਉਹ ਨੀਵੀਂ ਪਾਈ ਤੱਕੜੀ ਦੇ ਛਾਬਿਆਂ ਨਾਲ ਤੁਲਦੇ ਆਪਣੇ ਸੁਪਨਿਆਂ ਵੱਲ ਬੇਬਸ ਵੇਖਦਾ ਰਹਿੰਦਾ। ਉਹਨੂੰ ਲੱਗਦਾ ਇਸ ਵਾਰ ਉਹਦੀ ਧੀ ਦੀ ਜਵਾਨੀ, ਉਹਦੀ ਪਤਨੀ ਦਾ ਨੂਰ, ਉਹਦੇ ਗੱਭਰੂ ਪੁੱਤਾਂ ਤੇ ਉਹਦਾ ਲਹੂ, ਉਹਦੇ ਸਾਵੇ ਤੇ ਬੱਗੇ ਦੀਆਂ ਆਂਦਰਾਂ ਸ਼ਾਹ ਦੀ ਤੱਕੜੀ ਦੀ ਭੇਂਟ ਹੋ ਗਈਆਂ ਹਨ। ਸ਼ਾਹ ਸਾਰੀ ਕਣਕ ਤੋਲ ਕੇ ਤੂੜੀ ਦਾ ਮੁੱਲ ਪਾ ਕੇ ਵੀ ਵਿਆਜ ਹੋਰ ਜੱਟ ਸਿਰ ਕੱਢ ਜਾਂਦਾ ਤੇ ਜੱਟ ਨੂੰ 6 ਮਹੀਨੇ ਲਈ ਫੇਰ ਟੱਬਰ ਦੇ ਪੇਟ ਝੁਲਕੇ ਲਈ ਅੰਨ, ਆਪਣੇ ਪੁੱਤਰਾਂ ਵਰਗੇ ਡੰਗਰਾਂ ਲਈ ਤੂੜੀ, ਅਗਲੇ ਕਰਜ਼ੇ ਲਈ ਲਾਲ ਵਹੀ ਤੇ ਅੰਗੂਠਾ ਲਾਉਣ ਲਈ ਮਜਬੂਰ ਕਰ ਦਿੰਦਾ। ਮੀਂਹ ਪੈਂਦੇ, ਸੌਣ ਭਾਦੋਂ ਦੇ ਚੁਮਾਸੇ ਲੱਗਦੇ, ਜੱਟ ਮੱਕੀ ਦੇ ਕੂਲੇ ਕੂਲੇ ਟਾਂਡਿਆਂ ਨੂੰ ਪੁੱਤਾਂ ਵਾਂਗ ਪਲੋਸ ਪਲੋਸ ਵੱਡਾ ਕਰਦਾ। ਇਹਨਾਂ ਧੁੱਪਾਂ 'ਚ ਕਹਿੰਦੇ ਨੇ ਹਿਰਨਾਂ ਦੀਆਂ ਪਿੱਠਾਂ ਕਾਲੀਆਂ ਹੋ ਜਾਂਦੀਆਂ ਨੇ। ਨਿਕੰਮੇ ਜੱਟ ਸਾਧ ਹੋ ਜਾਂਦੇ ਨੇ, ਪਰ ਇਹ ਸਾਧ ਨਾ ਹੁੰਦਾ। ਇਹ ਮੱਕੀ ਵੱਢਦਾ, ਮੁਹਾਰੇ ਲੱਗਦੇ, ਛੱਲੀਆਂ ਕੱਢਦਾ, ਛੱਲੀਆਂ ਕੁੱਟਦਾ, ਪਰ ਗੁੱਲਾਂ ਤੋਂ ਬਿਨਾਂ ਉਹਦੇ ਪੱਲੇ ਹੋਰ ਕੁਛ ਨਾ ਪੈਂਦਾ। ਝਿਉਰੀਆਂ ਦੀਆਂ ਭੱਟੀਆਂ ਚੁੰਗਾਂ ਦੀ ਉਡੀਕ ਚੁੰਗਦੀਆਂ ਰਹਿੰਦੀਆਂ, ਕੋਈ ਸਖੀ ਘਰ ਹੀ ਦਾਣੇ ਭੁਨਾਉਂਦਾ। ਇਹਨਾਂ ਆਰਥਿਕ ਮੰਦਹਾਲੀਆਂ ਦਾ ਮਾਰਿਆ ਪੂਰਨ ਪੰਜਾਬ ਦੇ ਕਈ ਹੋਰ ਮੱਧ ਵਰਗੀ ਜੱਟਾਂ ਵਾਂਗ ਸ਼ਾਹਾਂ ਕੋਲੋਂ ਕਰਜ਼ਾ ਲੈ ਕੇ ਆਪਣਾ ਘਰ ਘਾਟ ਛੱਡ ਕੇ ਪੂਰਨ ਰਾਂਝੇ ਵਾਂਗ ਜੋਗੀ ਹੋ ਗਿਆ ਸੀ। ਉਹਨਾਂ ਦਿਨਾਂ 'ਚ ਪੰਜਾਬ ਵਿਚਲੀ ਮੱਧ ਵਰਗੀ ਸ਼੍ਰੇਣੀ ਦੇ ਆਮ ਗੱਭਰੂ ਅਮਰੀਕਾ, ਕੈਨੇਡਾ, ਸਿੰਗਾਪੁਰ, ਬਰਮਾ, ਮਲੇਸ਼ੀਆ, ਫਿਜੀ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵੱਲ ਰੋਜ਼ੀ ਰੋਟੀ ਦੀ ਭਾਲ 'ਚ ਨਿਕਲ ਤੁਰੇ ਸਨ। ਨਾ ਪਾਸਪੋਰਟ ਦੀ ਲੋੜ ਸੀ, ਨਾ ਕੋਈ ਹੋਰ ਰੋਕ ਟੋਕ। ਬਸ ਲੋੜ ਸੀ ਤਾਂ 100-200 ਰੁਪਏ ਦੀ, ਜਿਸ ਨਾਲ ਸਮੁੰਦਰੀ ਜਹਾਜ਼ ਦੀ ਟਿਕਟ ਲੈ ਕੇ ਜਿੱਥੇ ਚਾਹੋ ਉਤਰ ਜਾਓ। ਨਿਊਜ਼ੀਲੈਂਡ ਤੇ ਆਸਟ੍ਰੇਲੀਆ ਜਾਣ ਲਈ ਬਹੁਤੇ ਪੰਜਾਬੀ ਪਹਿਲਾਂ ਫਿਜੀ ਜਾਂਦੇ ਸੀ, ਜਿਨ੍ਹਾਂ ਨੂੰ ਅੰਗਰੇਜ਼ੀ 'ਚ ਬਸ ਆਪਣਾ ਨਾਮ ਲਿਖਣਾ ਆਉਂਦਾ ਸੀ, ਤੇ ਜੋ ਉੱਥੇ ਨਾ ਉਤਰ ਸਕਦੇ ਉਹ ਆਸਟ੍ਰੇਲੀਆ ਦੀਆਂ ਦੋਵਾਂ ਬੰਦਰਗਾਹਾਂ ਮੈਲਬੌਰਨ ਤੇ ਸਿਡਨੀ ਚਲੇ ਜਾਂਦੇ। ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜ਼ਲੈਂਡ ਵਿੱਚ ਗੰਨੇ ਦੀ ਮਜ਼ਦੂਰੀ ਆਮ ਮਿਲ ਜਾਂਦੀ ਸੀ ਤੇ ਸਾਡੇ ਪੂਰਨ ਰਾਂਝੇ ਨੇ ਵੀ ਕੁਈਨਜ਼ਲੈਂਡ ਜਾ ਕੇ ਆਪਾ ਮੀਲਾਂ ਤਾਈਂ ਫੈਲੇ ਗੰਨੇ ਦੇ ਫਾਰਮਾਂ ਦੇ ਹਵਾਲੇ ਕਰ ਦਿੱਤਾ ਸੀ। ਉਹ ਪੂਰਨ, ਜਿਸ ਦਾ ਚਿੰਤੀ ਤੇ ਬੱਚਿਆਂ ਤੋਂ ਵਿਛੜਨ ਲੱਗਿਆਂ ਅੱਖਰਾਂ ਖੂਹ ਦੀਆਂ ਟਿੰਡਾਂ ਵਾਂਗ ਭਰ ਡੁੱਲੀਆਂ ਸੀ, ਪਰ ਉਹਨੂੰ ਬਾਪ ਦਾਦੇ ਦੇ ਮੋਢਿਆਂ ਤੇ ਬੈਠਾ ਸ਼ਾਹਾਂ ਦੀਆਂ ਲਾਲ ਵਹੀਆਂ ਦਾ ਜਮਦੂ ਤੇ ਇਸ ਅਣਜਾਣੀ ਦੁਨੀਆ ਦੇ ਅਣਚਾਣੇ ਰਾਹਾਂ ਤੇ ਲੈ ਤੁਰਿਆ ਸੀ। ਗੰਨੇ ਦੇ ਭਰੇ ਹੋਏ ਖੇਤਾਂ 'ਚ ਉਦੋਂ ਇਹ ਬਿਲਕੁਲ ਇਕੱਲਾ ਮਹਿਸੂਸ ਕਰਦਾ ਜਦੋਂ ਉਹਦੀਆਂ ਯਾਦਾਂ ਦੀ ਡੋਰ ਆਪਣੇ ਨਵੇਂ ਸ਼ਹਿਰ ਦੇ ਕੋਲ ਪਿੰਡ ਮਜਾਰੇ ਆਪਣੀ ਚਿੰਤੀ, ਬਾਪ ਤੇ ਫੁੱਲਾਂ ਵਰਗੇ ਬੱਚਿਆਂ ਨਾਲ ਜਾ ਜੁੜਦੀ। ਪਹਿਲ ਉਹਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਪਹਿਲਾਂ ਵੱਡੀ ਔਕੜ ਕਿ ਬੋਲੀ ਦੀ ਸਮਝ ਨਾ ਆਉਂਦੀ। ਗੂੰਗਿਆਂ ਵਾਂਗ ਇਸ਼ਾਰਿਆਂ ਨਾਲ ਸਮਝਣਾ ਤੇ ਸਮਝਾਉਣਾ, ਜਿਵੇਂ ਜੇ ਆਂਡਾ ਲੈਣਾ ਹੋਵੇ ਤਾਂ ਪਿੱਛੇ ਹੱਥ ਲੈ ਕੇ ਕੁੱਕੜੀ ਵਾਂਗ ਕੁੜ ਕਰਨਾ, ਪਾਣੀ ਪੀਣ ਲਈ ਮੂੰਹ ਨੂੰ ਥੁੱਕ ਲਾਉਣਾ, ਫਿਰ ਰਹਿਣ ਸਹਿਣ ਸਮਾਜ ਸੱਭਿਅਤਾ ਦਾ ਬਿਲਕੁਲ ਵੱਖਰੀ ਤਰ੍ਹਾਂ ਦਾ ਹੋਣਾ। ਇੱਥੋਂ ਤੱਕ ਕਿ ਕਈ ਵਾਰ ਦਿਨ ਭਰ ਖੂਨ ਪਸੀਨਾ ਇੱਕ ਕਰਕੇ ਕੀਤੀ ਮਜ਼ਦੂਰੀ ਲੈਣ ਲੱਗਿਆਂ ਵੀ ਸਿੱਕਿਆਂ 'ਚ ਟਪਲਾ ਖਾ ਜਾਣਾ, ਤੇ ਕਈ ਵਾਰ ਤਾਂ ਉਹਨੂੰ ਇੰਜ ਲੱਗਣਾ ਥੱਕ ਟੁੱਟ ਕੇ ਰਾਤ ਨੂੰ ਸੌਣ ਲੱਗਾ ਜਦੋਂ ਚਿੰਤੀ ਨੂੰ ਮਿਲਣ ਦੀ ਕਲਪਨਾ ਕਰਦਾ ਤਾਂ ਸ਼ਾਹ ਲਾਲ ਵਹੀ ਕੱਛ 'ਚ ਲਈ ਹੱਥ 'ਚ ਖੂੰਡੀ ਫੜੀ ਚਿੰਤੀ ਦੇ ਸਿਰਹਾਣੇ ਖੜਾ ਪ੍ਰਤੀਤ ਹੁੰਦਾ। ਪੂਰਨ ਦੇ ਦਿਨ ਭਰ ਗੰਨੇ ਦੇ ਖੇਤਾਂ 'ਚ ਹੱਡ ਭੰਨਵਾਂ ਕੰਮ ਕੀਤਾ। ਉਹ ਪਹਿਲਾਂ ਖੇਤ ਖੜੇ ਗੰਨੇ ਨੂੰ ਅੱਗ ਲਾ ਕੇ ਖੋਰੀ ਲੂਹ ਦਿੰਦਾ, ਫਿਰ ਗੰਨਾ ਵੱਢਣ ਵਾਲੇ ਦਾਤ ਨਾਲ ਗੰਨਾ ਵੱਢ ਲੰਮਾ ਪਾਈ ਜਾਂਦਾ, ਢੇਰੀ ਹੋਏ ਗੰਨੇ ਦੇ ਆਗ ਵੱਢਦਾ ਤੇ ਫਿਰ ਟਰਾਲੀਆਂ ਤੇ ਲੱਦ ਕੇ ਗੱਡੀ ਦੀ ਲਾਈਨ ਜੋ ਫਾਰਮ ਤਾਈਂ ਵਿਛੀ ਹੁੰਦੀ ਸੀ ਤੱਕ ਲੈ ਜਾਂਦਾ ਤੇ ਟਰਾਲੇ ਨਾਲ ਗੰਨਾ ਬੋਗੀਆਂ 'ਚ ਲੱਦ ਦਿੱਤਾ ਜਾਂਦਾ। ਕਈ ਮਹੀਨਿਆਂ ਦੀ ਮਿਹਨਤ ਨੇ ਬਾਪ ਦਾ ਨਾਂ ਲਾਲ ਵਹੀਆਂ 'ਚੋਂ ਧੋ ਦਿੱਤਾ ਸੀ। ਹੁਣ ਉਹ ਕਈ ਵਾਰ ਬੱਚਿਆਂ ਤੇ ਚਿੰਤੀ ਨੂੰ ਵੇਖਣ ਲਈ ਤਾਂਘਦਾ। ਉਧਰ ਚਿੰਤੀ ਨੂੰ ਭਾਵੇਂ ਪੈਸੇ ਆਉਂਦੇ, ਕਰਜ਼ਾ ਉਤਰਦਾ, ਆਰਥਿਕ ਦਸ਼ਾ ਚੰਗੀ ਹੁੰਦੀ, ਪਰ ਹਾਣੀ ਨੂੰ ਮਿਲਣ ਦੀ ਤਾਂਘ ਦੂਣ ਸੁਆਈ ਹੋ ਕੇ ਦਿਲ ਤੇ ਮਨ 'ਚ ਖਲਬਲੀ ਮਚਾ ਦਿੰਦੀ।
ਉਹ ਸਿਰ ਦੁਖਣ ਦੇ ਪੱਜ ਅੰਦਰ ਵੜ ਕੇ ਪੈ ਜਾਂਦੀ, ਸਿਸਕੀਆਂ ਭਰਦੀ ਤੇ ਪਿੰਡੇ 'ਚੋਂ ਸੇਕ ਜਿਹਾ ਨਿਕਲਦਾ ਮਹਿਸੂਸ ਹੁੰਦਾ। ਕਈ ਵਾਰ ਤਾਂ ਇੰਝ ਲੱਗਦਾ ਜਿਵੇਂ ਇਸ ਸੇਕ ਨਾਲ ਕਿਸੇ ਦਿਨ ਤਨ ਦੇ ਕੱਪੜੇ ਸੜ ਜਾਣਗੇ। ਮਨ 'ਚੋਂ ਕੁਝ ਭੁਰਦਾ ਮਹਿਸੂਸ ਹੁੰਦਾ, ਦਿਲ ਨਿੱਘਰ ਜਾਂਦਾ। ਉਹ ਪੂਰੇ ਦਿਨੀ ਸੀ ਤੇ ਫਿਰ ਚਿੰਤੀ ਨੇ ਪੂਰਨ ਦੇ ਤੀਜੇ ਪੁੱਤ ਨੂੰ ਜਨਮ ਦਿੱਤਾ। ਮੰਗਲਵਾਰ ਜੰਮਣ ਕਰਕੇ ਉਹਦਾ ਨਾਮ ਮੰਗਲ ਸਿੰਘ ਰੱਖਿਆ। ਜਿਉਂ-ਜਿਉਂ ਮੰਗਲ ਦੇ ਨਕਸ਼ ਨਿਖਰਦੇ ਗਏ ਤਿਉਂ-ਤਿਉਂ ਉਹਦੀ ਸੁੰਦਰਤਾ ਨਿੱਤ ਨਵੇਂ ਦਿਨ ਰੂਪ ਵਟਾਉਂਦੀ ਗਈ ਤੇ ਚਿੰਤੀ ਉਹਨੂੰ ਮਲ-ਮਲ ਨਹਾਉਂਦੀ, ਉਹਦੇ ਚਿਹਰੇ ਨੂੰ ਨਿਹਾਰਦੀ, ਮੱਥੇ ਤੇ ਕਾਲਖ ਦਾ ਟਿੱਕਾ ਲਾਉਂਦੀ ਤੇ ਯਾਦਾਂ ਦੀ ਘਨੇੜੀ ਚੜ੍ਹ ਕੇ ਉਹ ਆਪਣੇ ਪੂਰਨ ਕੋਲ ਪਹੁੰਚ ਜਾਂਦੀ ਤੇ ਕਹਿੰਦੀ, ਅੜਿਆ ਕਿਤੇ ਆ ਕੇ ਵੇਖ ਤਾਂ ਸਹੀ ਆਪਣੇ ਜਿਗਰ ਦੇ ਟੁਕੜੇ ਨੂੰ, ਕਿਵੇਂ ਹੂ-ਬਹੂ ਤੇਰੇ ਤੇ ਗਿਆ ਮੇਰਾ ਲਾਲ। ਤੇ ਜਦੋਂ ਮੰਗਲ ਆਪਣੇ ਮਾਸੂਮ ਗੁਬਲੇ ਜਿਹੇ ਚਿਹਰੇ ਤੇ ਹਾਸਾ ਖਿਲਾਰਦਾ ਤਾਂ ਚਿੰਤੀ ਦੇ ਕਾਲਜੇ ਦਾ ਰੁੱਗ ਜਿਹਾ ਭਰਿਆ ਜਾਂਦਾ। ਉਹਨੂੰ ਪੂਰਨ ਦੀ ਸੁਪਨਈ ਅਣਹੋਂਦ ਦਾ ਝੋਰਾ ਜਿਹਾ ਖਾਂਦਾ ਤੇ ਮੰਗਲ ਨੂੰ ਘੁੱਟ ਕੇ ਹਿੱਕ ਨਾਲ ਲਾ ਲੈਂਦੀ, ਚੁੰਮਦੀ, ਚੱਟਦੀ, ਨਹਾਰਦੀ। ਪੂਰਨ ਦੇ ਜਾਣ ਤੋਂ ਕੁਝ ਵਰ੍ਹਿਆਂ ਬਾਅਦ ਜਦੋਂ ਘਰ ਕਰਜ਼ੇ ਤੋਂ ਮੁਕਤ ਹੋ ਗਿਆ ਸੀ, ਪੂਰਨ ਦਾ ਬਾਪ ਚੜ੍ਹਾਈ ਕਰ ਗਿਆ। ਪੂਰਨ ਨੂੰ ਬਾਪ ਦੀ ਦੁਖਦਾਈ ਮੌਤ ਦੀ ਖਬਰ ਜਦੋਂ ਚਿੱਠੀ ਰਾਹੀਂ ਪਹੁੰਚੀ ਤਾਂ ਆਪਣੇ ਬਾਪ ਦੇ ਦੁੱਖਾਂ ਭਰੇ ਜੀਵਨ ਨੂੰ ਯਾਦ ਕਰਕੇ ਬੜਾ ਕਲਪਿਆ ਸੀ। ਉਹ ਸੋਚਦਾ, ਬਾਪੂ ਜੇ 4 ਵਰ੍ਹੇ ਹੋਰ ਜੀ ਲੈਂਦਾ ਤਾਂ ਮੈਂ ਤੈਨੂੰ ਸਵਰਗ ਦੇ ਕੁਝ ਦਿਨ ਦਿਖਾ ਦਿੰਦਾ। ਭਾਵੇਂ ਉਹ ਭੋਲਾ ਆਪ ਨਹੀਂ ਸੀ ਜਾਣਦਾ, ਉਹ ਆਪ ਤੇ ਉਹਦੀ ਚਿੰਤੀ ਵਿਛੋੜੇ ਦੀ ਅੱਗ ਜੋ ਨਰਕਾਂ ਦੇ ਅਗਨ ਕੁੰਡਾਂ ਤੋਂ ਵੀ ਭੈੜੀ ਸੀ, ਹੰਢਾ ਰਿਹਾ ਤੇ ਆਪਣੇ ਨਿਆਣੇ ਸੁਪਨਿਆਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਵਰਚਾ ਰਿਹਾ। ਕਿੰਨਾ ਕੁਝ ਭੂਤ ਤੇ ਵਰਤਮਾਨ ਦਾ ਤੇ ਲਾ ਦਿੰਦਾ ਹੈ ਮਨੁੱਖ ਭਵਿੱਖ ਲਈ। ਬਾਪ ਦੇ ਮਰਨ ਤੋਂ ਕੁਝ ਮਹੀਨੇ ਬਾਅਦ ਇੱਕ ਦਿਨ ਅਚਾਨਕ ਪੂਰਨ ਪਿੰਡ ਆ ਗਿਆ। ਪਿੰਡ 'ਚ ਜਿਵੇਂ ਕੋਈ ਵੱਖਰੀ ਦੁਨੀਆ ਦਾ ਮਨੁੱਖ ਆ ਪਹੁੰਚਿਆ ਹੋਵੇ। ਉਹ ਸਿਰ ਮੂੰਹ ਮੁਨਵਾ ਕੇ ਬਾਬੂ ਬਣ ਗਿਆ ਸੀ, ਪਰ ਚਿੰਤੀ ਲਈ ਜਿਵੇਂ ਪੂਰਨ ਆਪਣੇ ਬਾਗਾਂ 'ਚ ਮੁੜ ਆ ਗਿਆ ਹੋਵੇ, ਮੁੜ ਇੱਕ ਬਹਾਰ ਲੈ ਕੇ, ਤੇ ਬਾਗ ਇੱਕ ਵਾਰ ਫੇਰ ਟਹਿਕ ਪਿਆ ਹੋਵੇ ਤੇ ਜਿਸਟ ਫੁੱਲ ਮੁੜ ਖਿੜ ਪਏ ਹੋਣ। ਉਹ ਆਪਣੇ ਪੂਰਨ ਦੀਆਂ ਬਾਹਾਂ ਵਿੱਚ ਇਵੇਂ ਸਿਮਟ ਜਾਂਦੀ ਜਿਵੇਂ ਉਹ ਸੱਜ ਵਿਆਹੀ ਮੁਕਲਾਵੇ ਆਈ ਹੋਵੇ। ਪੂਰਨ ਵਰ੍ਹਿਆਂ ਬਾਅਦ ਆਪਣੀ ਸਾਹਿਬਾਂ ਦੇ ਪੱਟਾਂ ਤੇ ਦੁਨੀਆ ਦੇ ਸਾਰੇ ਗਮ ਵਿਸਾਰ ਕੇ ਘੂਕ ਸੁੱਤਾ ਹੋਵੇ। ਕਈ ਵਾਰ ਦੋਵੇਂ ਅੱਖਾਂ ਨੁੱਟ ਕੇ ਆਪਣੇ ਆਪਣੇ ਮਨ 'ਚ ਇੱਕ ਦੂਜੇ ਤੋਂ ਚੋਰੀ ਅਰਦਾਸ ਕਰਦੇ, ਰੱਬਾ ਸਾਨੂੰ ਇਸ ਸਵਰਗ 'ਚੋਂ ਧੱਕਾ ਨਾ ਦਈ। ਮੰਗਲ ਜਿਹੜਾ ਹੁਣ ਤੋਤਲੀ ਜ਼ਬਾਨ 'ਚ ਵੱਡੇ ਭਰਾਵਾਂ ਦੀ ਰੀਸੀ ਭਾਈਆਂ ਕਹਿਣ ਲੱਗ ਪਿਆ ਸੀ, ਇੱਕ ਪਲ ਵੀ ਪੂਰਨ ਆਪਣੇ ਆਪ ਤੋਂ ਵੱਖ ਨਾ ਕਰਦਾ। ਪੂਰਨ ਕਦੇ ਉਹਨੂੰ ਮੋਢੇ ਚੁੱਕ, ਕਦੀ ਉਂਗਲੀ ਲਾ ਆਪਣੇ ਜਿਗਰ ਦੇ ਟੋਟੇ ਨੂੰ ਇੱਕ ਪਲ ਵੀ ਵਸਾ ਨਾ ਖਾਂਦਾ। ਮੰਗਲ ਦੇ ਮਾਸੂਮ ਗੁਬਲੇ ਚਿਹਰੇ 'ਚ ਜਦੋਂ ਹੱਸਦਾ ਤਾਂ ਚਿੰਤੀ ਦਾ ਝੋਲਾ ਪੈਂਦਾ। ਉਸੇ ਤਰ੍ਹਾਂ ਗੱਲਾਂ 'ਚ ਟੋਏ, ਠੋਡੀ ਤੇ ਡੂੰਘਾ ਤੇ ਮੋਤੀਆਂ ਵਰਗੇ ਨਿੱਕੇ ਦੰਦ। ਪਰ ਜਦੋਂ ਮੰਗਲ ਚੁੱਪਚਾਪ ਕਦੀ ਚਿੰਤੀ ਵੱਲ ਵੇਖ ਰਿਹਾ ਹੁੰਦਾ ਤਾਂ ਖੁਸ਼ੀ 'ਚ ਖੀਵੀ ਹੋਈ ਪੂਰਨ ਨੂੰ ਕਹਿੰਦੀ, ਦੇਖਿਆ ਬਿਲਕੁਲ ਤੇਰੇ ਤੇ ਗਈ ਆ ਸ਼ਕਲ। ਉਹ ਦੋਵੇਂ ਇੱਕ ਦੂਜੇ ਦਾ ਝੋਲਾ ਮੰਗਲ 'ਚ ਵੇਖ ਕੇ ਦਿਲ 'ਚ ਖੀਵੇ ਜਿਹੇ ਹੁੰਦੇ ਰਹਿੰਦੇ। ਚਿੰਤੀ ਜਦੋਂ ਪੂਰਨ ਦੇ ਬਾਹਰੋਂ ਲਿਆਂਦੇ ਰੇਸ਼ਮੀ ਸੂਟ ਪਾਉਂਦੀ ਤਾਂ ਉਹਨੂੰ ਰੂਪ ਦੂਣ ਸਵਾਇਆ ਚੜ੍ਹ ਜਾਂਦਾ। ਜਦੋਂ ਪੂਰਨ ਉਹਨੂੰ ਸੁਰਖੀ ਤੇ ਪਾਊਡਰ ਲਾਉਣ ਨੂੰ ਕਹਿੰਦਾ ਤਾਂ ਉਹ ਸ਼ਰਮ ਨਾਲ ਇਕੱਠੀ ਜੀ ਹੋ ਜਾਂਦੀ। ਉਹ ਸੋਚਦੀ, ਮੈਂ ਲਾ ਪਾ ਕੇ ਬਾਹਰ ਕਿੱਦਾਂ ਨਿਕਲੂੰ। ਪਰ ਰਾਤ ਸੌਣ ਤੋਂ ਪਹਿਲਾਂ ਜਦੋਂ ਪੂਰਨ ਦੇ ਕਹਿਣ ਤੇ ਪੂਰਾ ਸ਼ਿੰਗਾਰ ਕਰਕੇ ਸ਼ੀਸ਼ੇ ਮੂਹਰੇ ਖੜਦੀ ਤਾਂ ਉਹਨੂੰ ਲੱਗਦਾ ਸ਼ੀਸ਼ੇ 'ਚ ਉਹ ਨਹੀਂ, ਆਕਾਸ਼ੋਂ ਕੋਈ ਪਰੀ ਉੱਤਰ ਆਈ ਹੋਵੇ। ਉਹ ਪੂਰਨ ਦੀਆਂ ਬਾਹਾਂ 'ਚ ਆਪਣੇ ਆਪ ਨੂੰ ਨਿੱਸਲ ਕਰਕੇ ਸੁੱਟ ਦਿੰਦੀ ਤੇ ਕਹਿੰਦੀ, ਅੜਿਆ ਹੁਣ ਤੈਥੋਂ ਬਿਨਾਂ ਮੇਰਾ ਦਿਲ ਨਹੀਂ ਲੱਗਦਾ। ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ, ਹੁਣ ਮੈਨੂੰ ਤੂੰ ਚਾਹੀਦਾ, ਪੈਸਾ ਨਹੀਂ। ਸੁੱਖ ਨਾਲ ਰੱਬ ਨੇ ਆਪਾਂ ਨੂੰ 3 ਲਾਲ ਦਿੱਤੇ ਹੈ ਤੇ ਪੈਸਾ ਵੀ ਗੁਜ਼ਾਰੇ ਜੋਗਾ ਬਹੁਤ ਹੈ। ਪਰ ਪੂਰਨ ਆਪਣੇ ਇਸ ਸੰਸਾਰ ਨੂੰ, ਜਿਸ ਦੇ ਨਰਕ ਕੁੰਡਾਂ ਵਿੱਚ ਉਹਦੀਆਂ ਕਈ ਪੁਸ਼ਤਾਂ ਸੜੀਆਂ ਸਨ, ਸਵਰਗ 'ਚ ਬਦਲਣਾ ਚਾਹੁੰਦਾ ਸੀ। ਤੇ ਉਹ ਨਾ ਚਾਹੁੰਦਾ ਹੋਇਆ ਵੀ ਉਹਨੂੰ ਦਿਲਾਸਾ ਜਿਹਾ ਦੇ ਕੇ ਕਹਿੰਦਾ, ਬਸ ਮੇਰੀ ਰਾਣੀਏ, ਕੁਝ ਵਰ੍ਹਿਆਂ ਦਾ ਬਨਵਾਸ ਹੋਰ ਭੋਗਣਾ ਪਏਗਾ ਤੇ ਫਿਰ ਮੈਂ ਸਦਾ ਲਈ ਤੇਰੀਆਂ ਬਾਹਾਂ 'ਚ ਹੋਵਾਂਗਾ ਤੇ ਤੂੰ ਮੇਰੀਆਂ ਬਾਹਾਂ 'ਚ। ਚਿੰਤੀ ਉਹਦੀ ਇਹ ਗੱਲ ਸੁਣ ਕੇ ਪਿੱਪਲੀ ਦੀ ਕਰੂੰਬਲ ਵਾਂਗ ਕੁਮਲਾ ਜਾਂਦੀ ਤੇ ਸੋਚਦੀ, ਇੰਨੇ ਵਰ੍ਹਿਆਂ ਪਿੱਛੋਂ ਤਾਂ ਉਹਨਾਂ ਦੀ ਜਵਾਨੀ ਤੇ ਜੋਸ਼ ਸਮੇਂ ਦੇ ਜ਼ਾਲਮ ਥਪੇੜੇ ਮਧੋਲ ਕੇ ਰੱਖ ਦੇਣਗੇ। ਪੂਰਨ ਨੇ ਪੱਕੇ ਮਕਾਨ ਪਵਾ ਲਏ ਸਨ। ਇਹ ਖੁੱਲ੍ਹਾ ਤੋਂ ਸਾਰੇ ਪਿੰਡ ਨਾਲੋਂ ਸੋਹਣਾ ਘਰ ਚਿੰਤੀ ਦਾ ਘਰ ਸੀ, ਪਰ ਕਈ ਵਾਰੀ ਉਹਨੂੰ ਲੱਗਦਾ ਜਿਵੇਂ ਇਸ ਘਰ ਦੀਆਂ ਪੱਕੀਆਂ ਕੰਧਾਂ 'ਚ ਉਹਨਾਂ ਦੀ ਜਵਾਨੀ ਦੇ ਹੌਕੇ ਚਿਣੇ ਹੋਏ ਹੋਣ। ਪੂਰਨ ਨੇ ਸ਼ਾਹਾਂ ਦੇ 27 ਸ਼ਰੀਕੇ ਕੋਲੋਂ ਆਪਣੇ ਨਾਲ ਲੱਗਦੀ ਕੁਝ ਜ਼ਮੀਨ ਵੀ ਖਰੀਦ ਲਈ ਸੀ। ਚਿੰਤੀ ਸੋਚਦੀ, ਬੰਦਿਆਂ ਬਿਨਾਂ ਕਾਹਦੇ ਘਰ, ਕਾਹਦੀਆਂ ਜ਼ਮੀਨਾਂ। ਫਿਰ ਇੱਕ ਦਿਨ ਚਿੰਤੀ ਨੇ ਖੁਸ਼ੀ ਨਾਲ ਪੂਰਨ ਦੇ ਗਲ 'ਚ ਬਾਹਾਂ ਪਾ ਕੇ ਕੰਨ ਛੁਹਾਲੀ ਦੇਣੀ ਕਿਹਾ, ਇਹ ਪੁੱਤ ਵੀ ਤੂੰ ਮੰਗਲ ਵਾਂਗੂ ਆ ਕੇ ਹੀ ਵੇਖੇਂਗਾ ਜਾਂ? ਤੇ ਪੂਰਨ ਨੇ ਖੁਸ਼ੀ 'ਚ ਖੀਵੇ ਹੁੰਦਿਆਂ ਉਹਨੂੰ ਬਾਹਾਂ 'ਚ ਘੁੱਟ ਕੇ ਚੁੰਮ ਲਿਆ
ਤੇ ਫਿਰ ਇੱਕ ਦਿਨ ਪੂਰਨ ਗੌਤਮ ਬੁੱਧ ਵਾਂਗ ਆਪਣੇ ਸੁੱਤੇ ਰਾਹੁਲ ਨੂੰ ਛੱਡ ਕੇ ਬਨਵਾਸੀ ਹੋ ਗਿਆ। ਘਰੋਂ ਤੁਰਨ ਲੱਗਿਆ ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਘਰ ਦੀਆਂ ਕੰਧਾਂ ਵੀ ਵਿਰਲਾਪ ਕਰ ਰਹੀਆਂ ਹੋਣ। ਪਰ ਸਮਾਂ ਕਿੰਨਾ ਬਲਵਾਨ ਹੈ ਤੇ ਆਰਥਿਕਤਾ ਦੇ ਥਪੇੜੇ ਮਨੁੱਖ ਨੂੰ ਕਿੰਨਾ ਹੋਣੀਆਂ ਨਾਲ ਜੂਝਣ ਲਈ ਕਿਵੇਂ ਤੇ ਕਿਹੜੇ ਅਣਜਾਣੇ ਤੇ ਵਿਖੜੇ ਪੈਂਡਿਆਂ ਤੇ ਤੋਰ ਦਿੰਦੇ ਹਨ। ਇਹ ਚਿੰਤੀ ਤੇ ਪੂਰਨ ਤੋਂ ਬਗੈਰ ਕੋਈ ਨਹੀਂ ਸੀ ਜਾਣਦਾ। ਤੇ ਜਾਂ ਉਹ 3 ਬੋਟ ਜਿਨ੍ਹਾਂ ਦੇ ਮੂੰਹ ਚੋਗਾ ਪਾਉਣ ਲਈ ਇੱਕ ਕਬੂਤਰ ਆਪਣੀ ਕਬੂਤਰੀ ਨੂੰ ਇਕੱਲੀ ਛੱਡ ਲੰਮੀ ਪਰਵਾਜ਼ ਲਈ ਉੱਡ ਚੱਲਿਆ ਸੀ। ਘਰੋਂ ਤੁਰਨ ਲੱਗਿਆ ਪੈਰ ਜਿਵੇਂ ਮਣਾ ਮੂੰਹੀ ਭਾਰੇ ਹੋ ਗਏ ਹੋਣ। ਤੇ ਫਿਰ ਨਵੇਂ ਸ਼ਹਿਰ ਤੋਂ ਗੱਡੀ ਬੈਠਿਆ। ਜਦੋਂ ਗੱਡੀ ਨੇ ਤੁਰਨ ਲੱਗਿਆ ਚੀਕ ਮਾਰੀ ਤਾਂ ਉਹਨੂੰ ਲੱਗਿਆ ਉਹਨੂੰ ਤੋਰਨ ਆਈ ਸਟੇਸ਼ਨ ਤੇ ਖੜੀ ਚਿੰਤੀ ਦੇ ਕਾਲਜੇ 'ਚ ਇੱਕ ਹੂਕ ਨਿਕਲੀ ਹੋਵੇ ਤੇ ਬਸ ਇੱਕ ਹੂਕ ਦੀ ਦਾਸਤਾਂ ਆਪਣੇ ਦਿਲ 'ਚ ਲੈ ਕੇ ਉਹ ਮੁੜ ਵਿਛੋੜੇ ਦੇ ਨਰਕ ਕੁੰਡ 'ਚ ਸੜਨ ਲਈ ਤੁਰ ਪਿਆ ਹੋਵੇ। ਧੰਨਵਾਦ। ਅੰਗ ਤੀਸਰਾ। ਚਿੰਤੀ 3 ਪੁੱਤਾਂ ਨੂੰ ਨਾਲ ਲਈ ਖਾਲੀ ਹੱਥ ਜਦੋਂ ਪਿੰਡ ਨੂੰ ਪਰਤੀ। ਪਿੰਡ ਜਿਹੜਾ ਪੂਰਨ ਦੇ ਪੁਨਰ ਮਿਲਾਪ ਦੇ ਕੁਝ ਮਹੀਨਿਆਂ ਨੇ ਸਵਰਗ ਬਣਾ ਦਿੱਤਾ ਸੀ, ਮੁੜ ਉਹ ਪਿੰਡ ਕਿਸੇ ਉਜਾੜ ਹੋਈ ਥੇ ਵਾਂਗ ਲੱਗ ਰਿਹਾ ਸੀ। ਇਹ ਪਿੰਡ ਮਜਾਰਾ ਨਵਾਂ ਸ਼ਹਿਰ ਤੋਂ ਚੜ੍ਹਦੇ ਪਾਸੇ 4-5 ਮੀਲ ਦੀ ਵਿੱਥ ਤੇ ਹੈ। ਇਹ ਸਾਰਾ ਪਿੰਡਾ ਚਿੰਤੀ ਨੂੰ ਅੱਜ ਸੈਂਕੜੇ ਕੋਹਾਂ ਦੂਰ ਲੱਗਦਾ ਸੀ। ਛੋਲਿਆਂ ਦੇ ਵੱਢ ਉਹਨੂੰ ਆਪਣੇ ਪੂਰਨ ਵਾਂਗ ਵਿਛੋੜੇ ਵਾਂਗ ਪ੍ਰਤੀਤ ਹੁੰਦੇ। ਖੂਹਾਂ ਤੇ ਬੱਜੇ ਤੂੜੀ ਦੇ ਕੁੱਪ ਉਹਨੂੰ ਇੰਝ ਲੱਗਦੇ ਜਿਵੇਂ ਇਹਨਾਂ ਚੋਦੀਆਂ ਖੁਸ਼ੀਆਂ ਕੈਦ ਕਰ ਦਿੱਤੀਆਂ ਹੋਣ। ਪਿੰਡ ਤੋਂ ਲਹਿੰਦੇ ਵੱਲ ਆਪਣੇ ਨਵੇਂ ਬਣੇ ਘਰ ਦੇ ਬਾਹਰਲੇ ਬੂਹੇ ਦਾ ਜਿੰਦਾ ਖੋਲ ਕੇ ਅੰਦਰ ਵੜਦਿਆਂ ਹੀ ਉਹਦੇ ਸਬਰ ਦੇ ਜਿੰਦੇ ਟੁੱਟ ਗਏ। ਅੰਦਰੋਂ ਕੁੰਡਾ ਲਾ 3 ਬਲੂਰਾਂ ਨੂੰ ਸਹਿਮੇ ਖੜੇ ਛੱਡ ਉਹ ਅੰਦਰ ਵੜ ਬੇਸੁੱਧ ਹੋ ਕੇ ਆਪਣੇ ਨਵਾਰੀ ਪਲੰਗ ਤੇ ਢੇਰੀ ਜੀ ਹੋ ਗਈ। ਤੇ ਫਿਰ ਜਦੋਂ ਉਹਨੂੰ ਹੋਸ਼ ਆਈ ਤਾਂ ਰਾਤ ਦਾ ਘੁਸਮੁਸਾ ਹੋ ਚੁੱਕਾ ਸੀ। 3 ਬੱਚੇ ਮਾਂ ਤੋਂ ਰੋਟੀ ਮੰਗ ਰਹੇ ਸਨ। ਉਹ 3 ਨੂੰ ਹਿੱਕ ਨਾਲ ਲਾ ਕੇ ਧਾਹਾਂ ਮਾਰ ਕੇ ਰੋ ਪਈ ਤੇ ਫਿਰ ਟੁੱਟੇ ਤਨ ਤੇ ਮਨ ਨਾਲ ਇਹਨਾਂ ਬੋਟਾਂ ਦੇ ਮੂੰਹ ਚੋਗਾ ਪਾਉਣ ਦੀ ਆਰ ਲੱਗ ਗਈ। ਨਿਆਣਿਆਂ ਨੂੰ ਰੋਟੀ ਖਵਾਓ, ਆਪ ਬਿਨਾਂ ਰੋਟੀ ਖਾਦਿਆਂ ਮੰਜੇ ਤੇ ਜਾ ਡਿੱਗੀ। ਉਹਨੂੰ ਆਪਣੇ ਸਰੀਰ 'ਚ ਤਪਸ਼ ਜਿਹੀ ਮਹਿਸੂਸ ਹੋਣ ਲੱਗੀ ਤੇ ਬਾਰ-ਬਾਰ ਆਕੜਾਂ ਭੰਨ ਰਹੀ ਸੀ। ਫਿਰ ਪਤਾ ਨਹੀਂ ਕਿਹੜੇ ਵੇਲੇ ਸਰੀਰ ਨਿੱਸਲ ਜਿਹਾ ਹੋ ਗਿਆ। ਉਹਨੂੰ ਪਤਾ ਹੀ ਨਾ ਲੱਗਾ ਉਹ ਕਦੋਂ ਆਪਣੇ ਪੂਰਨ ਦੇ ਸੁਪਨਿਆਂ 'ਚ ਗੜੂੰਦ ਹੋ ਗਈ। ਅਗਲੇ ਦਿਨ ਆਂਢਣਾ ਗੁਆਂਢਣਾ ਉਹਦੀ ਖਬਰਸਾਰ ਨੂੰ ਆਈਆਂ ਕਹਿ ਰਹੀਆਂ ਸੀ, ਨੀ ਭੈਣੇ, ਰਿਜ਼ਕ ਆਦਮੀ ਨੂੰ ਕਿੱਥੇ-ਕਿੱਥੇ ਧੱਕੇ ਖਾਣ ਲਈ ਨਹੀਂ ਭੇਜਦਾ। ਧੰਨ ਆ ਤੂੰ ਜਿਹਦਾ ਏਡਾ ਜਿਗਰਾ, ਮਾਤੜ ਤਾਂ ਇੱਕ ਦਿਨ ਵੀ ਨਾ ਕੱਟ ਸਕਣ। ਤੇ ਚਿੰਤੀ ਨੇ ਆਪਣੇ ਆਪ ਨੂੰ ਉਹਨਾਂ ਨਾਲੋਂ ਵੱਖਰੀ ਤੇ ਸਬਰ ਸੰਤੋਖ ਵਾਲੀ ਮਹਿਸੂਸ ਕੀਤਾ, ਭਾਵੇਂ ਉਹਦਾ ਅੰਦਰਲਾ ਹੀ ਜਾਣਦਾ ਸੀ ਕਿ ਇਹ ਸੱਚ ਨਹੀਂ। ਪੂਰਨ ਨੂੰ ਗਿਆ ਕੁਛ ਹੀ ਦਿਨ ਹੋਏ ਸਨ, ਕੁਛ ਹੀ ਮਹੀਨੇ ਹੋਏ ਸਨ ਜਦੋਂ ਚਿੰਤੀ ਦਾ ਦਿਲ ਕਈ ਵਾਰ ਕਾਲਾ ਪੈਣ ਲੱਗਦਾ ਤੇ ਉਹਨੂੰ ਸਾਹ ਚੜ੍ਹਦਾ ਪ੍ਰਤੀਤ ਹੋਣ ਲੱਗਦਾ। ਕਈ ਵਾਰ ਉਹਨੂੰ ਲੱਗਦਾ ਕਿ ਉਹਦਾ ਅੰਦਰਲਾ ਜੀ ਤਰਲੋ ਮੱਛੀ ਹੋ ਰਿਹਾ ਹੋਵੇ। ਇਹ ਅੰਦਰਾਂ ਦੇ ਰਿਸ਼ਤੇ ਕਈ ਵਾਰ ਅਣਹੋਣੀਆਂ ਨੂੰ ਭਾਪ ਲੈਂਦੇ ਹਨ। ਬਸ ਇਸ ਤਰ੍ਹਾਂ ਦੀ ਅਣਹੋਣੀ ਵਾਪਰਨ ਦਾ ਵਹਿਮ ਚਿੰਤੀ ਦੇ ਮਨ ਨੂੰ ਕਈ ਵਾਰ ਡੁਲਾ ਜਾਂਦਾ ਤੇ ਉਹ ਗੋਤੇ ਜੇ ਖਾਣ ਲੱਗ ਪੈਂਦੀ। ਤੇ ਫਿਰ ਇਹ ਹੋਣੀ ਸੱਚੀ ਮੁੱਚੀ ਇੱਕ ਦਿਨ ਵਾਪਰ ਗਈ। ਚਿੰਤੀ ਦੇ ਦਿਨ ਅਜੇ ਪੁੱਗੇ ਨਹੀਂ ਸੀ ਕਿ ਉਹਨੂੰ 8ਵੇਂ ਮਹੀਨੇ ਹੀ ਜੰਮਣ ਪੀੜਾਂ ਸ਼ੁਰੂ ਹੋ ਗਈਆਂ। ਜ਼ਿੰਦਗੀ ਤੇ ਮੌਤ ਨਾਲ ਘੁਲਦਿਆਂ ਪਿੰਡ ਦੀ ਦਾਈ ਦੀ ਸਹਾਇਤਾ ਨਾਲ ਉਹਨੇ ਇੱਕ ਬੱਚੀ ਨੂੰ ਜਨਮ ਦਿੱਤਾ ਜੋ ਇਸ ਸੰਸਾਰ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਤੋਂ ਪਹਿਲਾਂ ਹੀ ਅੱਖਾਂ ਮੀਟ ਗਈ। ਚਿੰਤੀ ਲਈ ਇਹ ਸਦਮਾ ਬਹੁਤ ਵੱਡਾ ਸੀ। ਭਾਵੇਂ ਦਾਈ ਉਹਨੂੰ ਹੌਸਲਾ ਦਿੰਦੀ ਕਿ ਸ਼ੁਕਰ ਕਰ ਤੂੰ ਬਚ ਗਈ, ਪਰ ਉਹਨੂੰ ਲੱਗਦਾ ਜਿਵੇਂ ਉਹਨੇ ਪੂਰਨ ਦੀ ਅਮਾਨਤ 'ਚ ਖਿਆਨਤ ਕਰਤੀ ਹੋਵੇ। ਹੁਣ ਉਹ ਪੂਰਨ ਨੂੰ ਚਿੱਠੀ 'ਚ ਕੀ ਲਿਖੇਗੀ ਤੇ ਉਹਨੂੰ ਕਿਹੜੇ ਜੀ ਦਾ ਮੂੰਹ ਦਿਖਾਏਗੀ। ਫਿਰ ਉਹ ਸੋਚਦੀ ਇਹਦੇ 'ਚ ਉਹਦਾ ਕੀ ਦੋਸ਼ ਸੀ। ਤੇ ਇਸ ਘਟਨਾ ਤੋਂ 2 ਮਹੀਨੇ ਪਿੱਛੋਂ ਉਹਨੇ ਪੂਰਨ ਨੂੰ ਚਿੱਠੀ ਲਿਖਾਈ। ਹੁਣ ਜਦੋਂ ਕਦੀ ਚਿੰਤੀ ਨਵਾਂ ਸ਼ਹਿਰ ਜਾਂਦੀ, ਗੱਡੀ ਦੀ ਚੀਕ ਸੁਣਦੀ ਤੇ ਉਹਦੇ ਅੰਦਰੋਂ ਇੱਕ ਹੂਕ ਨਿਕਲਦੀ, ਉਹ ਅਚੇਤ ਮਨ ਨਾਲ ਇਹ ਕਹਿ ਦਿੰਦੀ, ਕਾਲੇ ਮੂੰਹ ਵਾਲੇ। ਬਸ ਇਹ ਸੀ ਉਹਦਾ ਗਿਲਾ। ਉਹਨੂੰ ਆਪ ਵੀ ਪਤਾ ਨਹੀਂ ਸੀ ਕਿ ਸ਼ਿਕਵਾ ਕਿਸ ਤੇ ਸੀ। ਚਿੰਤੀ ਭਾਵੇਂ ਪੂਰਨ ਨੂੰ ਚਿੱਠੀ ਲਿਖਾਉਣ ਲੱਗਿਆਂ ਘੋਲ ਨਾ ਕਰਦੀ, ਪਰ ਹੁਣ ਪੂਰਨ ਕਈ ਵਾਰ ਉਹਦੀਆਂ 2-2, 3-3 ਚਿੱਠੀਆਂ ਦਾ ਮੋੜ ਇੱਕ ਚਿੱਠੀ ਵਿੱਚ ਹੀ ਮੋੜਦਾ। ਕਈ ਵਾਰ ਤਾਂ ਚਿੰਤੀ ਦਾ ਮਨ ਸ਼ੱਕ ਦੀ ਠੋਕਰ ਨਾਲ ਤਿੜਕ ਜਾਂਦਾ। ਉਹ ਸੋਚਦੀ, ਮਨਾ ਕਿਤੇ ਮੇਰਾ ਪੂਰਨ ਕਿਸੇ ਮੇਮਨੇ ਨਾਲ ਫਸਾ ਲਿਆ ਹੋਵੇ। ਫਿਰ ਕੁਝ ਵਰ੍ਹਿਆਂ ਬਾਅਦ ਕੁਝ ਚੰਦਰੀਆਂ ਕਨਸੂਆਂ ਆਉਣ ਲੱਗੀਆਂ। ਪੂਰਨ ਦੇ ਜਿਹੜੇ ਸਾਥੀ ਪੂਰਨ ਕੋਲੋਂ ਆਉਂਦੇ, ਉਹ ਆਪਣੇ ਗਬਲੇ ਮੁੰਡੇ ਬੰਤੇ ਨੂੰ ਨਾਲ ਲੈ ਕੇ ਉਹਨਾਂ ਕੋਲੋਂ ਆਪਣੇ ਪੂਰਨ ਦੀ ਸੁੱਖ ਸਾਂਦ ਪੁੱਛਣ ਜਾਂਦੀ। ਬਸ ਬਾਹਰੋਂ ਆਇਆ ਆਦਮੀ ਆਲ ਰਾਈਟ ਆ ਕਹਿ ਕੇ ਚਿੰਤੀ ਦੀ ਤਸੱਲੀ ਕਰਾ ਦਿੰਦਾ। ਪਰ ਕਈ ਆਦਮੀ ਸੁਭਾਵਕ ਹੀ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਦਿੰਦੇ ਕਿ ਪੂਰਨ ਨਾਲ ਤਾਂ ਇੱਕ ਗੋਰੀ ਰਹਿੰਦੀ ਹੈ। ਤੇ ਹੁੰਦੀਆਂ ਇਹ ਖਬਰਾਂ ਚਿੰਤੀ ਤਾਈਂ ਵੀ ਪੁੱਜ ਜਾਂਦੀਆਂ ਤੇ ਚਿੰਤੀ ਸੋਚਦੀ, ਕੀ ਮੇਰਾ ਪੂਰਨ ਸੱਚੀ ਮੁੱਚੀ ਇਹੋ ਜਿਹਾ ਹੋ ਗਿਆ ਹੋਊ
ਫਿਰ ਉਹ ਗੋਰੀ ਮੇਮ ਦਾ ਕਿਆਸ ਕਰਦੀ। ਉਹਨੂੰ ਪੂਰਨ ਗੋਰੀਆਂ 'ਚ ਘਿਰਿਆ ਲੱਗਦਾ ਤੇ ਉਹ ਝੁੰਝਲਾ ਕੇ ਉੱਠ ਖੜੀ ਹੁੰਦੀ। ਉਹਨੂੰ ਪਤਾ ਨਾ ਲੱਗਦਾ ਕਿਹੜੇ ਵੇਲੇ ਸ਼ੀਸ਼ੇ ਮੂਹਰੇ ਚਲੀ ਜਾਂਦੀ ਤੇ ਸ਼ੀਸ਼ੇ 'ਚ ਆਪਣਾ ਚਿਹਰਾ ਵੇਖ ਕੇ ਆਪਣੇ ਆਪ ਨੂੰ ਕਹਿੰਦੀ, ਚੰਦਰਿਆ, ਕੀ ਮੈਂ ਮੇਮਾਂ ਨਾਲੋਂ ਘੱਟ ਸੀ? ਕਿੱਥੇ ਮੇਰਾ ਸੱਚਾ ਸੁੱਚਾ ਪਿਆਰ ਤੇ ਕਿੱਥੇ ਗੋਰੀਆਂ ਮੇਮਾਂ ਦੇ ਕਾਲੇ ਦਿਲ? ਤੇ ਉਹਦੇ ਅੰਦਰੋਂ ਨਿਕਲਿਆ ਹੌਕਾ ਸ਼ੀਸ਼ੇ ਦੇ ਚਿਹਰੇ ਨੂੰ ਕਾਲਾ ਕਰ ਜਾਂਦਾ। ਉਹ ਅੰਦਰੋਂ ਹੌਕਾ ਜਿਹਾ ਲੈਂਦੀ ਕਹਿੰਦੀ, ਚੰਗਾ ਬੰਦਿਆ, ਸੁਖੀ ਰਹਿ। ਅਸੀਂ ਤੇ ਇੰਨੀ ਭੋਗ ਲਈ ਤੇ ਪਤਾ ਨਹੀਂ ਬਾਕੀ ਕਿੰਨੀ ਰਹਿੰਦੀ ਆ। ਹੁਣ ਤਾਂ ਵਾਹਿਗੁਰੂ ਅੱਗੇ ਇੱਕੋ ਅਰਦਾਸ ਆ ਵੀ ਮਰਨ ਤੋਂ ਪਹਿਲਾਂ ਮਿਲ ਪਵੇਂ। ਤੇ ਬਸ ਇਹ ਤੋਂ ਅੱਗੇ ਉਹਦੀ ਸੋਚ ਸ਼ਕਤੀ ਜਵਾਬ ਦੇ ਜਾਂਦੀ। ਉਹਦੀਆਂ ਅੱਖਾਂ ਸੌਣ ਦੀ ਝੜੀ ਲਾ ਦਿੰਦੀਆਂ ਤੇ ਉਹਨੂੰ ਆਪਣਾ ਚਿਹਰਾ ਸ਼ੀਸ਼ੇ 'ਚ ਧੁੰਦਲਾ ਜਿਹਾ ਨਜ਼ਰ ਆਉਂਦਾ। ਉਹਦਾ ਸਿਰ ਤੇ ਪੁੜਪੁੜੀਆਂ ਪਾਟਣ ਨੂੰ ਆ ਜਾਂਦੇ। ਯਾਦਾਂ ਦੇ ਸਾਗਰੀ ਗੋਤੇ ਖਾਂਦੀ ਜਦੋਂ ਮੰਜੇ ਤੋਂ ਉੱਠਦੀ ਤਾਂ ਉਸ ਤੋਂ ਆਪਣਾ ਸਰੀਰ ਚੁੱਕਿਆ ਨਾ ਜਾਂਦਾ। ਸੋਫੇ ਤੇ ਚਾਹ ਪੀ ਕੇ ਕਈ ਵਾਰ ਕੁਝ ਖਾਧੇ ਬਿਨਾਂ ਹੀ ਸੌਂ ਜਾਂਦੀ। ਉਹ ਗੁਆਚ ਜਾਂਦੀ ਆਪਣੇ ਪੂਰਨ ਦੇ ਸੁਪਨਿਆਂ 'ਚ। ਕਿੰਨੀ ਬੋਝਲ ਹੁੰਦੀ ਹੈ ਇਸ ਤਰ੍ਹਾਂ ਦੀ ਜ਼ਿੰਦਗੀ, ਬੋਝ ਕੇ ਜਿਹੜਾ ਨਾ ਇਕੱਲਿਆਂ ਚੁੱਕਿਆ ਜਾ ਸਕਦਾ ਤੇ ਨਾ ਕੋਈ ਚੁੱਕਣ ਵਿੱਚ ਹੱਥ ਵਟਾ ਸਕਦਾ। ਜਦੋਂ ਕਦੀ ਪੂਰਨ ਦੀ ਚਿੱਠੀ ਆਉਂਦੀ ਉਹਦੇ ਸਾਹਾਂ 'ਚ ਚੰਬਾ ਘੁਲ ਜਾਂਦਾ ਤੇ ਉਹਨੂੰ ਆਪਾ ਬਸੰਤ 'ਚ ਨਿਸਰੀਆਂ ਸਰੋਂ ਦੀਆਂ ਗੰਦਲਾਂ ਵਰਗਾ ਲੱਗਦਾ। ਪੂਰਨ ਦੀ ਚਿੱਠੀ ਦੇ ਬੋਲਾਂ ਤੋਂ ਪੂਰਨ ਦੇ ਸਾਹਾਂ ਦੀ ਮਹਿਕ ਆਉਂਦੀ। ਉਹ ਚਿੱਠੀ ਨੂੰ ਹਿੱਕ ਨਾਲ ਘੁੱਟ ਲੈਂਦੀ। ਪੂਰਨ ਨੂੰ ਹਿੱਕ ਨਾਲ ਲਾ ਕੇ ਘੁੱਟ ਰਹੀ ਹੋਵੇ ਤੇ ਫਿਰ ਪੂਰਨ ਬਾਰੇ ਲੋਕਾਂ ਦੀਆਂ ਗੱਲਾਂ ਉਹਨੂੰ ਬਿਲਕੁਲ ਝੂਠੀਆਂ ਲੱਗਦੀਆਂ। ਉਹ ਸੋਚਦੀ, ਪੂਰਨ ਤਾਂ ਸਾਵੇਂ ਦਾ ਸਾਵਾਂ ਉਹਦਾ ਹੀ ਹੈ, ਬਸ ਉਸ ਦਾ। ਪੂਰਨ ਪਹਿਲਾਂ ਵਾਂਗ ਹੀ ਪੈਸੇ ਭੇਜਦਾ, ਜ਼ਮੀਨ ਖਰੀਦਣ ਲਈ ਕਹਿੰਦਾ, ਮੁੰਡਿਆਂ ਤੇ ਉਹਦੀ ਆਪਣੀ ਖੁਰਾਕ ਚੰਗੀ ਸਿਹਤ ਲਈ ਨਸੀਹਤਾਂ ਭੇਜਦਾ। ਸਮਾਂ ਆਪਣੀ ਤੋਰੇ ਤੁਰਦਾ ਰਹਿੰਦਾ। ਆਪਣੇ ਪੈਰਾਂ ਦੇ ਨਿਸ਼ਾਨ ਕਿਤੇ ਸਥਾਈ ਤੇ ਕਿਤੇ ਅਸਥਾਈ ਛੱਡਦਾ ਜਾਂਦਾ। ਚਿੰਤੀ ਦੇ ਕਾਲੀ ਘਟਾ ਵਰਗੇ ਵਾਲਾਂ 'ਚ ਕਿਤੇ ਕਿਤੇ ਅਸਮਾਨੀ ਬਿਜਲੀ ਵਰਗੀਆਂ ਚਿੱਟੀਆਂ ਤਾਰਾਂ ਦਿਸਣ ਲੱਗ ਪਈਆਂ ਸੀ। ਮੁੰਡੇ ਅੱਲੜ ਤੋਂ ਗਬਰੇਟ ਪੁਣੇ 'ਚ ਪੈਰ ਧਰਦੇ ਜਾ ਰਹੇ ਸੀ। ਅੰਗਾਂ ਸਾਕਾਂ 'ਚੋਂ ਚਿੰਤੀ ਦੇ ਬੂਹੇ ਤੇ ਮੁੰਡਿਆਂ ਲਈ ਰਿਸ਼ਤਿਆਂ ਬਾਰੇ ਗੇੜੇ ਵੱਜਣ ਲੱਗ ਪਏ ਸੀ। ਉਹ ਸਭ ਨੂੰ ਅੱਗੋਂ ਇੱਕ ਹੀ ਉੱਤਰ ਮੋੜਦੀ, ਮੈਂ ਇਹਨਾਂ ਦੇ ਵਿਆਹ ਇਹਨਾਂ ਦੇ ਪਿਓ ਤੋਂ ਬਿਨਾਂ ਕਿਵੇਂ ਕਰ ਲਵਾਂਗੀ? ਉਹ ਆਏਗਾ ਤਾਂ ਆਪਣੀ ਮਰਜ਼ੀ ਦੇ ਰਿਸ਼ਤੇ ਪਸੰਦ ਕਰਕੇ ਮੁੰਡੇ ਵਿਆਹ ਲਏਗਾ। ਪੂਰਨ ਨੇ ਨਾ ਆਉਣਾ ਸੀ, ਨਾ ਆਇਆ। ਕਈ ਵਾਰ ਚਿੰਤੀ ਦੇ ਹੱਥੋਂ ਫੜੀਆਂ ਆਸਾਂ ਦੀਆਂ ਕੰਨੀਆਂ ਖਿਸਕਣ ਲੱਗ ਪੈਂਦੀਆਂ। ਹੁਣ ਜ਼ੁਲਫਾਂ ਦੀਆਂ ਕਾਲੀਆਂ ਘਟਾਵਾਂ 'ਚ ਜਿਵੇਂ ਚਿੱਟੀਆਂ ਬਦਲੂਟੀਆਂ ਅੰਬਰ ਨੂੰ ਡੱਬ ਖੜੱਬਾ ਕਰਨ ਲੱਗ ਪਈਆਂ। ਹੁਣ ਮੁੰਡੇ ਗਬਰੇਟ ਤੋਂ ਮੁੱਛ ਫੁੱਟ ਗੱਭਰੂ ਹੋ ਗਏ ਸਨ। ਵੱਡਾ ਗੁਰਦਿੱਤਾ ਤਾਂ ਲੋਕ ਕਹਿੰਦੇ ਵਿਆਹੁਣ ਦੀ ਰੁੱਤੋਂ ਲੰਘਦਾ ਜਾਂਦਾ। ਗੁਰਦਿੱਤਾ ਭਾਵੇਂ ਤਿੰਨਾਂ ਭਰਾਵਾਂ 'ਚੋਂ ਵੱਡਾ ਸੀ, ਪਰ ਤਿੰਨਾਂ 'ਚੋਂ ਹੀ ਸਭ ਤੋਂ ਕਰੂਪ ਸੀ। ਪਰ ਰਿਸ਼ਤੇ ਤਾਂ ਉਹਦੇ ਮੂੰਹ ਨੂੰ ਥੋੜ੍ਹਾ ਆਉਂਦੇ ਸੀ, ਘਰ ਨੂੰ, ਜ਼ਮੀਨ ਨੂੰ ਤੇ ਜਾਂ ਪਿਓ ਤੇ ਤੇਲੀਆ ਵਿੱਚ ਕਮਾਏ ਪੌਂਡਾਂ ਨੂੰ ਆਉਂਦੇ ਸੀ। ਤੇ ਕਈ ਧੀਆਂ ਵਾਲੇ ਆਪਣੇ ਧੀਆਂ ਦੇ ਲਾਲ ਇਸ ਗਧੇ ਦੇ ਗਲ ਪਾਉਣ ਲਈ ਤਰਲੇ ਕਰਦੇ ਫਿਰਦੇ। ਪਹਿਲਾਂ ਤਾਂ ਲੋਕਾਂ ਨੇ ਪਿੱਠ ਪਿੱਛੇ, ਫਿਰ ਹੌਲੀ ਹੌਲੀ ਚਿੰਤੀ ਦੇ ਮੂੰਹ ਤੇ ਕਹਿਣ ਲੱਗ ਪਏ ਕਿ ਤੈਨੂੰ ਤਾਂ ਪੈਸੇ ਦਾ ਹੰਕਾਰ ਹੈ। ਚਿੰਤੀ ਦਾ ਪੂਰਨ ਦੀ ਉਡੀਕ ਲਈ ਕੀਤੇ ਸਬਰ ਦਾ ਪਿਆਲਾ ਕੰਢਿਆਂ ਤੋਂ ਬਾਹਰ ਹੋ ਗਿਆ ਸੀ। ਉਹ ਪੂਰਨ ਨੂੰ ਚਿੱਠੀਆਂ ਲਿਖ ਹਾਰ ਗਈ ਸੀ। ਪਹਿਲ ਤਾਂ ਉਹਨੇ ਇਹਨਾਂ ਗੱਲਾਂ ਦਾ ਜਵਾਬ ਹੀ ਨਾ ਦਿੱਤਾ ਤੇ ਫਿਰ ਇੱਕ ਵਾਰ ਲਿਖ ਹੀ ਦਿੱਤਾ ਕਿ ਤੂੰ ਮੁੰਡੇ ਵਿਆਹ ਲੈ, ਮੇਰਾ ਪਤਾ ਨਹੀਂ ਮੈਂ ਕਦੋਂ ਆਵਾਂ, ਕਿਉਂਕਿ ਹੁਣ ਜਦੋਂ ਮੈਂ ਇੱਕ ਵਾਰ ਦੇਸ ਆ ਗਿਆ ਤਾਂ ਫਿਰ ਤੇਲੀਆ ਨਹੀਂ ਆ ਸਕਦਾ। ਤੂੰ ਹੌਸਲਾ ਕਰਕੇ ਜਿਵੇਂ ਮਾਂ ਤੇ ਪਿਓ ਬਣ ਕੇ ਇਹਨਾਂ ਨੂੰ ਪਾਲਿਆ, ਉਵੇਂ ਵਿਆਹੁਣ ਦਾ ਕਾਜ ਵੀ ਕਰ ਲੈ। ਚਿੰਤੀ ਨੇ ਆਪਣੀ ਭਰਜਾਈ ਦੀ ਭਤੀਜੀ ਦਾ ਸਾਕ ਗੁਰਦਿੱਤੇ ਲਈ ਲੈ ਲਿਆ। ਕੁੜੀ ਕੀ ਸੀ, ਬਸ ਚੰਨ ਦਾ ਟੁਕੜਾ ਤੇ ਗੁਰਦਿੱਤਾ ਉਸ ਚੰਨ ਦੇ ਮੱਥੇ ਦਾ ਦਾਗ। ਕਈ ਮਨ ਚੱਲੇ ਇਹਨਾਂ ਦੀ ਜੋੜੀ ਨੂੰ ਵੇਖਦੇ ਕਹਿੰਦੇ, ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ ਵਿਆਹ ਕੇ ਲੈ ਗਿਆ ਤੂਤ ਦੀ ਛਿਟੀ। ਗੁਰਦਿੱਤੇ ਦਾ ਸਹੁਰੇ ਘਰ ਤਾਂ ਭਾਵੇਂ ਕੁਝ ਆਦਰ ਮਾਣ ਸੀ, ਪਰ ਸੰਤੀ ਦੇ ਮਨੋਂ ਪਹਿਲੇ ਦਿਨ ਤੋਂ ਹੀ ਉਤਰ ਗਿਆ ਤੇ ਬੰਤੇ ਦੇ ਨਕਸ਼ ਉਹਦੇ ਦਿਲ ਦੀ ਕੋਰੀ ਸਲੇਟ ਤੇ ਉਕਰੇ ਗਏ ਸਨ। ਮੁਖਲਾਵੇ ਤੋਂ ਬਾਅਦ ਜਦੋਂ ਪੇਕੀ ਗਈ ਤਾਂ ਉਹ ਆਪਣੀਆਂ ਸਹੇਲੀਆਂ 'ਚ ਬੰਤੇ ਦੀਆਂ ਘੋੜੀਆਂ ਗਾਉਂਦੀ ਨਹੀਂ ਸੀ ਥੱਕਦੀ ਤੇ ਕਈ ਉਹਦੀਆਂ ਗੂੜੀਆਂ ਸਹੇਲੀਆਂ ਉਹਨੂੰ ਮਖੌਲ ਨਾਲ ਵੀ ਕਹਿ ਦਿੰਦੀਆਂ, ਨਹੀਂ ਵੇਖੀ ਕਿਤੇ ਉਸ ਗਰੀਬ ਨੂੰ ਹੱਥਲ ਕਰਕੇ ਨਾ ਸੁੱਟ ਦੇਈਂ। ਦੇਰਾਂ ਦੇ ਪਿਆਰ ਤਾਂ ਉਧਾਰੇ ਹੁੰਦੇ ਨੇ, ਜਿੱਦਣ ਮਾਲਕਣ ਆ ਗਈ ਤੇਰੀ ਟਿੰਡ ਫੌੜੀ ਚੁੱਕ ਕੇ ਬਾਹਰ ਮਾਰੂ। ਉਂਝ ਆਪਣੀ ਖੁਰਲੀ 'ਚ ਭਾਵੇਂ ਉਹਨੂੰ ਮਾੜਾ ਮੋਟਾ ਮੂੰਹ ਮਾਰ ਲੈਣ ਦਿਆ ਕਰ, ਪਰ ਪੱਕਾ ਹੀ ਕਿੱਲੇ ਨਾ ਬੰਨ ਲਈ, ਫਿਰ ਪਛਤਾਏਂਗੀ। ਆਖਰ ਤਾਂ ਆਪਣਾ ਢੱਗਾ ਹੀ ਕੰਮ ਆਉਂਦਾ। ਸੰਤੀ ਉੱਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਾ ਹੁੰਦਾ, ਬਸ ਉਹ ਤਾਂ ਬੰਤੇ ਦੇ ਨਾਂ ਦੀ ਹੀ ਮਾਲਾ ਜਪਦੀ ਰਹਿੰਦੀ। ਉਹ ਕਈ ਵਾਰ ਆਪਣੀ ਭੂਆ ਨੂੰ ਨਹੋਰੇ ਨਾਲ ਕਹਿੰਦੀ, ਭੂਆ ਮੈਥੋਂ ਕਿਹੜੇ ਜਨਮ ਦਾ ਵੈਰ ਲਿਆਈ? ਉਸ ਬੂਝੜ ਦੇ ਲੜ ਲਾ ਕੇ ਉਹ ਅੱਗੋਂ ਸਮਝਾਉਣੀਆਂ ਦਿੰਦੀ, ਨਹੀਂ ਦੂਜੇ ਦੋ ਕਿਹੜੇ ਲਾਮ ਨੂੰ ਗਏ ਆ, ਤੇਰੇ ਵਰਗੀਆਂ ਸਿਆਣੀਆਂ ਕੁੜੀਆਂ ਤੇ ਸੱਸ ਦਾ ਸਾਰਾ ਟੱਬਰ ਸੰਭਾਲ ਲੈਂਦੀਆਂ ਨੇ ਤੇ ਕੋਈ ਬਾਹਰ ਧੂੰ ਨਹੀਂ ਨਿਕਲਣ ਦਿੰਦੀਆਂ।
ਇਹ ਗੱਲ ਸੁਣ ਕੇ ਸੰਤੀ ਦੇ ਮਨ 'ਚ ਪਤਾਸੇ ਭੁਰਨ ਲੱਗ ਪੈਂਦੇ। ਵਿਆਹ ਤੋਂ ਸਾਲ ਪਿੱਛੇ ਸੰਤੀ ਨੇ ਪੇਕੀ ਜਾ ਕੇ ਗੁਰਦਿੱਤੇ ਦੇ ਮੁੰਡੇ ਨੂੰ ਜਨਮ ਦਿੱਤਾ। ਚਿੰਤੀ ਜਦੋਂ ਨੂੰਹ ਲਈ ਘੇ ਲੈ ਕੇ ਗਈ ਤਾਂ ਗੁਰਦਿੱਤੇ ਦੀ ਥਾਂ ਨਾਲ ਬੰਤਾ ਗਿਆ ਸੀ। ਬੰਤਾ ਜਦੋਂ ਭਤੀਜੇ ਦਾ ਮੂੰਹ ਵੇਖਣ ਲੱਗਾ ਤਾਂ ਸੰਤੀ ਨੇ ਆਲਾ ਦੁਆਲਾ ਵੇਖ ਕੇ ਹੌਲੀ ਦੇਣੇ ਬੰਤੇ ਨੂੰ ਕਿਹਾ, ਵੇਖਦਾ ਕੀ ਹੈ, ਤੇਰਾ ਹੀ ਹੈ, ਆਪਣੇ ਪੁੱਤ ਨੂੰ ਚੁੱਕ ਕੇ ਤਾਂ ਵੇਖ। ਬੰਤੇ ਦੇ ਦਿਲ ਦੀ ਖੁਸ਼ੀ ਬਸ ਉਹ ਜਾਣਦਾ ਸੀ ਜਾਂ ਉਹਦਾ ਦਿਲ। 3 ਮਹੀਨੇ ਦਾ ਮੁੰਡਾ ਹੋਣ ਬਾਅਦ ਸੰਤੀ ਗੱਡੇ ਤੇ ਲੱਦ ਕੇ ਪਲੰਗ ਬਿਸਤਰੇ ਤੇ ਹੋਰ ਭਾਂਡਾ ਢਿੰਡਾ ਛੂਚਕੜੇ 'ਚ ਲੈ ਕੇ ਜਦ ਸਹੁਰੇ ਆਈ ਸੀ ਤਾਂ ਸ਼ਰੀਕਣੀਆਂ ਮੂੰਹ 'ਚ ਉਂਗਲਾਂ ਪਾਈ, ਕਦੇ ਛੂਚਕੜੇ ਵੱਲ ਤੇ ਕਦੇ ਸੰਤੀ ਦੇ ਗੇਲੂ ਵੱਲ ਹੈਰਾਨ ਹੋਈਆਂ ਵੇਖਦੀਆਂ, ਕੰਨਾਂ 'ਚ ਘੁਸਰ ਮੁਸਰ ਕਰਦੀਆਂ, ਇੱਕ ਦੂਜੀ ਨੂੰ ਕਹਿੰਦੀਆਂ, ਨਹੀਂ ਮੁੰਡਾ ਤਾਂ ਬਿਲਕੁਲ ਬੰਤਾ ਹੀ ਆ। ਹੁਣ ਸੰਤੀ ਕੋਲ ਰਿਸ਼ਤੇਦਾਰ ਬੰਤੇ ਤੇ ਮੰਗਲ ਲਈ ਸਾਕ ਲਈ ਗੇੜੇ ਤੇ ਗੇੜਾ ਮਾਰਨ ਲੱਗ ਪਏ ਸਨ, ਕਿਉਂਕਿ ਹੁਣ ਉਹਨਾਂ ਲਈ ਰਾਹ ਸਾਫ਼ ਹੋ ਗਿਆ ਸੀ। ਜੋ ਕਦੇ ਆਪਣੀ ਕੁੜੀ ਦੇ ਸਾਕ ਲਈ ਇਸ ਕਰਕੇ ਜ਼ੋਰ ਨਹੀਂ ਸੀ ਪਾਉਂਦੇ ਕਿ ਉਹਨਾਂ ਦੀ ਧੀ ਲਈ ਗੁਰਦਿੱਤਾ ਮੇਚ ਦਾ ਵਰ ਨਹੀਂ ਸੀ, ਪਰ ਜਦੋਂ ਬੰਤੇ ਦੇ ਸਾਕ ਦੀ ਗੱਲ ਪੱਕੀ ਹੁੰਦੀ ਤਾਂ ਸੰਤੀ ਦੇ ਕਾਲਜੇ ਨੂੰ ਧੂ ਜਿਹੀ ਪੈਣ ਲੱਗ ਪਈ। ਉਹਨੂੰ ਆਪਣਾ ਸੰਸਾਰ ਉੱਜੜਦਾ ਦਿਸਣ ਲੱਗਾ। ਗੇਲੂ 1.25 ਸਾਲ ਦਾ ਹੋ ਚੁੱਕਾ ਸੀ ਜਦੋਂ ਸੰਤੀ ਫਿਰ ਉਮੀਦ ਤੇ ਸੀ। ਬੰਤਾ ਮੰਗਿਆ ਗਿਆ ਸੀ ਤੇ ਮੰਗਲ ਦੇ ਮੰਗਣ ਦੀਆਂ ਸਾਰੀਆਂ ਸਕੀਮਾਂ ਸਿਰੇ ਚੜ੍ਹਦੀਆਂ ਜਾਂਦੀਆਂ ਸੀ, ਪਰ ਮੰਗਲ ਵਿਆਹ ਲਈ ਲੱਤ ਨਹੀਂ ਸੀ ਲਾਉਂਦਾ। ਉਹਦੇ ਭਾਅ ਦੀਆਂ ਤਾਂ ਸਹੇ ਦੀਆਂ 3 ਲੱਤਾਂ ਹੀ ਸੀ, ਚੌਥੀ ਹੈ ਹੀ ਨਹੀਂ ਸੀ। ਉਧਰ ਚਿੰਤੀ ਨੂੰ ਓਨਾ ਫਿਕਰ ਬੰਤੇ ਦੇ ਵਿਆਹਣ ਦਾ ਨਹੀਂ ਸੀ ਜਿੰਨਾ ਅਥਰੇ ਘੋੜਿਆਂ ਦੇ ਅਥਰੇ ਸੁਆਰ ਮੰਗਲ ਦੀਆਂ ਮੁਸ਼ਕਾਂ ਬੰਨਣ ਦਾ ਫਿਕਰ ਸੀ। ਬੰਤਾ ਦਾ ਉਹਦਾ ਸਾਊ ਪੁੱਤ ਸੀ ਤੇ ਜੋ ਕੰਧ ਢਹਿੰਦੀ ਵੀ ਸੀ ਤਾਂ ਮਿੱਟੀ ਆਪਣੇ ਵਿਹੜੇ 'ਚ ਹੀ ਡਿੱਗਦੀ ਸੀ। ਗੱਲ ਲਟਕਦੀ ਲਟਕਦੀ ਕਈ ਮਹੀਨੇ ਲੰਘ ਗਈ ਸੀ। ਸੰਤੀ ਹੁਣ ਪੂਰੇ ਦਿਨਾਂ ਤੇ ਸੀ ਤੇ ਐਤਕੀ ਜਣੇਪਾ ਉਹਨੇ ਇੱਥੇ ਹੀ ਕੱਟਣਾ ਸੀ। ਬੰਤੇ ਨੂੰ ਉਹਦੀ ਹਾਲਤ ਤੇ ਤਰਸ ਆਉਂਦਾ ਤੇ ਕਈ ਵਾਰ ਸੰਤੀ ਆਪਣੀਆਂ ਅੱਖਾਂ 'ਚ ਖੁਸ਼ੀ ਤੇ ਚਾਵਾਂ ਦੇ ਸੁਪਨੇ ਭਰ ਕੇ ਬੰਤੇ ਦੀਆਂ ਅੱਖਾਂ 'ਚ ਝਾਕ ਕੇ ਕਹਿੰਦੀ, ਤੇਰਾ ਕੀ ਆ, ਤੂੰ ਨਹਾਤਾ ਧੋਤਾ ਹੋ ਜਿਆ, ਵਕਤ ਤਾਂ ਮੈਨੂੰ ਭੋਗਣਾ ਪੈ ਰਿਹਾ। ਪਰ ਦਿਲੋਂ ਅਰਦਾਸ ਕਰਦੀ, ਰੱਬਾ ਮੇਰਾ ਬੰਤਾ ਮੈਥੋਂ ਨਾ ਵਿਛੜੇ। ਇਹਦੇ ਵਕਤਾਂ ਦੀ ਪਰਵਾਹ ਨਹੀਂ ਕਰਦੀ। ਜਣੇਪੇ ਵਾਲੀ ਰਾਤ ਬੰਤਾ ਹੀ ਪਿੰਡ ਦੀ ਦਾਈ ਨੂੰ ਸੱਦਣ ਗਿਆ। ਉਹਨੇ ਵਿਹੜੇ 'ਚ ਟੋਆ ਪੁੱਟ ਕੇ ਆਪਣੀਆਂ ਹੀ ਆਂਦਰਾਂ ਦੀ ਔਲ ਦੱਬੀ ਤੇ ਜਣੇਪੇ ਤੋਂ ਪਹਿਲਾਂ ਦੇ ਸੰਤੀ ਦੇ ਪੀੜਾਂ ਵਿੰਨੇ ਬੋਲ ਵੀ ਉਹਨੇ ਆਪਣੀ ਕੰਨੀ ਸੁਣੇ ਤੇ ਆਪਣੇ ਕੰਨਾਂ ਤੇ ਹੱਥ ਧਰ ਲਏ। ਉਸ ਦਿਨ ਪਹਿਲੀ ਵਾਰ ਉਹਨੂੰ ਔਰਤ ਦੀ ਸਿਰਜਣਾ ਸ਼ਕਤੀ ਲਈ ਕੁਰਬਾਨੀ ਕਰਕੇ ਦੂਜੇ ਜਨਮ 'ਚ ਪ੍ਰਵੇਸ਼ ਕਰਦਿਆਂ ਵੇਖਣ ਦਾ ਮੌਕਾ ਮਿਲਿਆ ਤਾਂ ਸੰਤੀ ਦਾ ਹੋਰ ਵੀ ਦੀਵਾਨਾ ਹੋ ਗਿਆ। 1.25 ਮਹੀਨੇ ਤੋਂ ਬਾਅਦ ਸੰਤੀ ਨੂੰ ਨੁਹਾ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਸੁੱਚੀ ਕਰਕੇ ਚੌਂਕੇ ਚਾੜਿਆ ਤੇ ਮੁੰਡੇ ਦਾ ਨਾਂ ਪ੍ਰੀਤੂ ਰੱਖਿਆ ਗਿਆ। ਚੌਕੀਦਾਰ ਤੇ ਸਰਕਾਰ ਦੇ ਕਾਗਜ਼ਾਂ 'ਚ ਪ੍ਰੀਤੂ ਦਾ ਪਿਓ ਗੁਰਦਿੱਤਾ ਸੀ, ਪਰ ਦਿਲ ਦੇ ਕਾਗਜ਼ਾਂ ਤੇ ਮਨ ਦੀ ਕੈਨਵਸ ਤੇ ਬੰਤੇ ਦੇ ਨਕਸ਼ ਉਕਰੇ ਹੋਏ ਸਨ। ਜੇਕਰ ਕੋਈ ਧਰਮਰਾਜ ਹੈ ਤਾਂ ਸ਼ਾਇਦ ਉਹਦੀ ਕਾਗਜ਼ੀ ਪੱਤਰੀ ਬੰਤੇ ਦਾ ਨਾਮ ਚੜਿਆ ਹੋਊ। ਪ੍ਰੀਤੂ ਦੀ ਰਬੜ ਦੇ ਬਾਵੇ ਵਰਗੀ ਦੇਹ, ਲੁੱਚ-ਲੁੱਚ ਕਰਦੇ ਅੰਗ, ਪੱਟਾਂ ਨਾਲ ਖਹਿੰਦੇ ਪੱਟ, ਮੋਟੀ ਧੌਣ, ਕਾਲੇ ਸੰਘਣੇ ਕੁੰਗਰਾਲੇ ਵਾਲ, ਮੋਟੀਆਂ ਅੱਖਾਂ, ਤਿੱਖਾ ਨੱਕ, ਰੱਤਾ ਵੀ ਸ਼ੱਕ ਨਹੀਂ ਸੀ ਰਹਿਣ ਦਿੰਦੇ ਕਿ ਪੁੱਤ ਬੰਤੇ ਦਾ ਨਹੀਂ ਸੀ। ਸੰਤੀ ਉਹਨੂੰ ਦਹੀਂ ਨਾਲ ਮਲ-ਮਲ ਨਹਾਉਂਦੀ ਤੇ ਪਹਿਲਾਂ ਜਦੋਂ ਉਹਦੇ ਸਰੀਰ ਦੀ ਤੇਲ ਨਾਲ ਮਾਲਿਸ਼ ਕਰਦੀ ਤਾਂ ਉਹਦੇ ਚੰਚਲ ਮਨ 'ਚ ਕੁਤਕੁਤਾਰੀਆਂ ਹੁੰਦੀਆਂ। ਉਹਨੂੰ ਲੱਗਦਾ ਜਿਵੇਂ ਉਹ ਬੰਤੇ ਦੇ ਅੰਗਾਂ ਦੀ ਮਾਲਿਸ਼ ਕਰ ਰਹੀ ਹੋਵੇ। ਉਹਦੀ ਤੜਾਗੀ ਦੇ ਬੋਰਾਂ ਹੇਠ ਕਰਕੇ ਮਾਲਿਸ਼ ਕਰਦਿਆਂ ਕਰਦਿਆਂ ਉਹਦੇ ਹੱਥ ਕਿੰਨਾ ਚਿਰ ਉਹਦੇ ਪੱਟਾਂ 'ਚ ਅਹਿਲ ਰੁਕੇ ਰਹਿੰਦੇ। ਫਿਰ ਇੱਕਦਮ ਤਰਬਕ ਕੇ ਉਹਦੀ ਸੂਰਤ ਨੂੰ ਨਿਹਾਰਦੀ, ਚੁੰਮਦੀ, ਹਿੱਕ ਨਾਲ ਲਾ ਕੇ ਕੋਸੇ ਪਾਣੀ ਨਾਲ ਦਹੀਂ ਦੇ ਫੁੱਟ ਮਲ ਕੇ ਨਹਾਉਣ ਲੱਗ ਪੈਂਦੀ। ਤੇ ਫਿਰ ਇੱਕ ਦਿਨ ਜਦੋਂ ਬੰਤਾ ਤੇ ਸੰਤੀ ਇਕੱਲੇ ਸਨ ਤਾਂ ਸੰਤੀ ਨੇ ਕਿਹਾ, ਵੇਖ ਹੁਣ ਇਹ ਤੇਰੇ ਵੱਲ ਵੇਖ ਕੇ ਹੱਸਣ ਲੱਗ ਪਿਆ। ਤੇ ਬੰਤੇ ਨੂੰ ਪ੍ਰੀਤੂ ਦੇ ਆਪਣੇ ਵੱਲ ਵੇਖ ਕੇ ਹੱਸਣ ਦੇ ਅਰਥ ਸਮਝਣ 'ਚ ਦੇਰ ਨਾ ਲੱਗੀ। ਅੰਗ ਚੌਥਾ। ਇੱਕ ਦਿਨ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਕੁੜੀ ਵਾਲੇ ਬੰਤੇ ਦਾ ਵਿਆਹ ਪੱਕਾ ਕਰ ਗਏ। ਬੰਤੇ ਦੀ ਹਾਲਤ ਸੱਪ ਦੇ ਮੂੰਹ ਆਈ ਕੋੜ ਕਿਰਲੀ ਵਰਗੀ ਸੀ। ਕੀ ਕਰਦਾ ਕੀ ਨਾ ਕਰਦਾ। ਜੱਗ ਨੂੰ ਕਿਹੜੇ ਮੂੰਹ ਨਾਲ ਮੂੰਹ ਪਾੜ ਕੇ ਕਹਿੰਦਾ ਕਿ ਮੈਂ ਵਿਆਹ ਕਿਉਂ ਨਹੀਂ ਕਰਾਉਂਦਾ। ਸੰਤੀ ਪਿੱਪਲ ਦੀ ਛਾਂਗੀ ਲਗਰਾਂਗ ਕੁਮਲਾ ਗਈ। ਅਚਾਨਕ ਉਹਦੀ ਫੁੱਲਾਂ ਤੇ ਆਈ ਬਸੰਤ ਨੂੰ ਤੇਲਾ ਪੈ ਗਿਆ। ਉਹ ਅੰਦਰ ਵੜ-ਵੜ ਬੰਤੇ ਦੇ ਗਲ ਲੱਗ ਰੋਂਦੀ। ਬੰਤਾ ਉਹਨੂੰ ਦਿਲ ਬਰੀਆਂ ਦਿੰਦਾ। ਦੋਹਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਸ ਭਵ ਸਾਗਰ 'ਚ ਫਸੀ ਬੇੜੀ ਕਿਵੇਂ ਤੇ ਕਿਹੜੇ ਕੰਢੇ ਲੱਗੇਗੀ। ਸੰਤੀ ਬੰਤੇ ਨੂੰ ਆਪਣੇ ਪਿਆਰ ਦੀਆਂ ਸਹੁੰ ਚੁਕਾਉਂਦੀ, ਬੰਤਾ ਕੌਲ ਨਿਭਾਉਣ ਦੀਆਂ ਕਸਮਾਂ ਖਾਂਦਾ। ਇੰਜ ਲੱਗਦਾ ਸੀ ਜਿਵੇਂ ਇੱਕੋ ਹੀ ਕੱਚੇ ਘੜੇ ਤੇ ਸੋਹਣੀ ਤੇ ਮਹੀਵਾਲ ਦੋਵੇਂ ਝਨਾਂ 'ਚ ਠਿੱਲ ਪਏ ਹੋਣ। ਵਿਆਹ ਦਾ ਦਿਨ ਨੇੜੇ ਆ ਗਿਆ ਸੀ। ਪਿੰਡ ਦੇ ਰਾਜੇ ਨੇ ਕੜਾਹਾ ਚਾੜ੍ਹਤਾ। ਗੋਗਲੇ ਪਕੌੜੇ ਪੱਕਣ ਲੱਗ ਪਏ। ਕਈ ਮਣ ਆਟਾ ਗੋਗਲਿਆਂ ਲਈ ਤੇ ਕਈ ਮਣ ਵੇਸਣ ਪਕੌੜਿਆਂ ਤੇ ਮਿੱਠੀ ਸ਼ੀਰਨੀ ਲਈ ਲੱਗ ਗਿਆ।
ਦੇਸੀ ਘੇ 'ਚ ਲੱਡੂ ਬਣਾਏ ਗਏ। ਵਿਆਹ ਤੋਂ ਇੱਕ ਦਿਨ ਪਹਿਲਾਂ ਪ੍ਰਾਹੁਣੇ ਆਉਣੇ ਸ਼ੁਰੂ ਹੋ ਗਏ। ਘਰ 'ਚ ਵਿਆਹ ਦੇ ਭਾਂਡਿਆਂ ਵਾਂਗ ਚਾਅ ਖਿਲਰੇ ਪਏ ਸਨ, ਪਰ ਸੰਤੀ ਕਿਸੇ ਅਣਗੌਲੀ ਤੌੜੀ ਵਾਂਗ ਕਿਸੇ ਖੂੰਜੇ 'ਚ ਸਿਸਕੀਆਂ ਲੈ ਰਹੀ ਸੀ। ਸੰਤੀ ਦੇ ਹੱਥ 'ਚ ਸੁਰਮੇਦਾਨੀ ਕੰਬ ਰਹੀ ਸੀ। ਉਹਨੇ ਤਕੜਾ ਜਿਗਰਾ ਕਰਕੇ ਇੱਕ ਸੁਰਮਚੂ ਭਰਿਆ ਤੇ ਬੰਤੇ ਦੀ ਅੱਖ 'ਚ ਪਾਇਆ ਤੇ ਫਿਰ ਪਹਿਲੇ ਨਾਲੋਂ ਜ਼ਿਆਦਾ ਜਿਗਰਾ ਕਰਕੇ ਦੂਜਾ ਸਿਰਮਚੂ ਭਰ ਕੇ ਜਦੋਂ ਬੰਤੇ ਦੀ ਦੂਜੀ ਅੱਖ 'ਚ ਪਾਇਆ ਤੇ ਉਹਨੂੰ ਇੰਝ ਲੱਗਾ ਜਿਵੇਂ ਸੁਰਮਚੂ ਬੰਤੇ ਦੀਆਂ ਅੱਖਾਂ 'ਚ ਨਹੀਂ ਉਹਦੇ ਦਿਲ 'ਚ ਖੁੱਭ ਗਿਆ ਹੋਵੇ। ਉਹਨੂੰ ਇੱਕ ਨੇਰਨੀ ਜੀ ਆਈ, ਜ਼ਮੀਨ ਘੁੰਮਦੀ ਲੱਗੀ ਤੇ ਉਹ ਦਬਾ-ਦਬ ਅੰਦਰ ਚਲੀ ਗਈ। ਬਹਾਨਾ ਕੀਤਾ ਕਿ ਅੱਜ ਢਿੱਲੀ ਆਂ, ਪਰ ਸਮਝਣ ਵਾਲੀਆਂ ਤਾਂ ਆਪਣੀਆਂ ਅੱਖਾਂ ਨਾਲ ਦੂਸਰੀਆਂ ਨੂੰ ਵੀ ਸਮਝਾ ਰਹੀਆਂ ਸੀ ਕਿ ਅੱਜ 1 ਮਹੀਨੇ ਦਾ ਅੰਤ ਨਹੀਂ ਹੋਇਆ, ਪਿਆਰ ਦੀ ਇੱਕ ਉਮਰ ਦਾ ਅੰਤ ਹੋ ਗਿਆ। ਜਨੇਤ ਤੁਰ ਗਈ। ਗੱਡੇ ਗੱਡੀਆਂ, ਘੋੜੇ ਘੋੜੀਆਂ, ਮਖੇਰਨੇ ਲਾਲਾ ਸ਼ਿੰਗਾਰੇ ਬੁਲਦ ਤੇ ਸ਼ੀਸ਼ੇ ਲਾਲਾ ਬਣਾਏ ਬੁਲਦਾਂ ਦੇ ਝੁੱਲ ਕਿਸੇ ਰਜਵਾੜੇ ਦੀ ਜਨੇਤ ਦਾ ਭੁਲੇਖਾ ਪਾ ਰਹੇ ਸਨ। ਭਾਨ ਦੀ ਕਰੋਸ਼ੀਏ ਨਾਲ ਬਣੀ ਵਿਆਹ ਵਾਲੀ ਬੋਰੀ ਗੁਰਦਿੱਤੇ ਦੇ ਹੱਥ 'ਚ ਸੀ। ਇੰਝ ਲੱਗਦਾ ਸੀ ਜਿਵੇਂ ਉਹ ਭਰਾ ਹੀ ਨਹੀਂ, ਅੱਜ ਬੰਤੇ ਦਾ ਪੇ ਵੀ ਹੈ। ਬੰਤੇ ਦੀ ਹਾਲਤ ਤੇ ਉਸ ਤਰ੍ਹਾਂ ਦੀ ਸੀ ਜਿਵੇਂ ਕੋਈ ਨਰ ਕਬੂਤਰ ਆਪਣੀ ਜਾਨ ਆਲਣੇ 'ਚ ਬੈਠੀ ਕਬੂਤਰੀ ਨੂੰ ਛੱਡ ਕੇ ਕਿਸੇ ਹੋਰ ਆਲਣੇ ਵੱਲ ਜਾ ਰਿਹਾ ਹੋਵੇ। ਉਹਨੂੰ ਨਾ ਖੁਸ਼ੀ ਸੀ ਨਾ ਗਮੀ, ਉਹ ਤੋਂ ਬਿਨਾਂ ਸਾਰੇ ਬਰਾਤੀ ਖੁਸ਼ ਸੀ। ਦੇਸੀ ਸ਼ਰਾਬ ਦੀਆਂ ਬਲਟੋਈਆਂ ਗੱਡਿਆਂ ਉੱਤੇ ਬੁਲਦਾਂ ਦੀਆਂ ਝੁੱਲਾਂ ਹੇਠ ਸਾਂਭੀਆਂ ਪਈਆਂ ਸਨ। ਮਾਲਪੁਰ ਦੁਆਬੇ ਦੇ ਇੱਕ ਮਸ਼ਹੂਰ ਕਸਬੇ 'ਚ ਇਸ ਦਿਲੋਂ ਸਖਣੇ ਲਾੜੇ ਦੀ ਬਰਾਤ ਢੁੱਕੀ। ਜਗੀਰਦਾਰਾਂ ਦੀ ਪੱਤੀ 'ਚ ਜਿਸ ਘਰ 'ਚ ਵਿਆਹੁਣ ਗਏ ਉਸ ਟੱਬਰ ਨੂੰ ਮਿਰਕਣੀਆਂ ਅਮਰੀਕਨਾਂ ਦਾ ਟੱਬਰ ਕਿਹਾ ਜਾਂਦਾ ਸੀ। ਇਸ ਤਰ੍ਹਾਂ ਅੱਜ ਤੇਲੀਏ ਵਾਲੇ ਮਤਲਬ ਆਸਟ੍ਰੇਲੀਆ ਵਾਲੇ ਮਿਰਕਣਾਂ ਦੇ ਢੁੱਕੇ ਸੀ ਤੇ 2 ਦਿਨ ਰਾਤ ਨੂੰ ਤੇ ਤੀਜੇ ਦਿਨ ਦੁਪਹਿਰ ਨੂੰ ਜਨੇਤ ਨੂੰ ਪੱਕੀ ਰੋਟੀ ਦੀ ਖੁਰਲੀ ਪਾਈ ਜਾਂਦੀ ਸੀ। ਜਨੇਤੀਆਂ ਦੇ ਲੱਡੂ ਜਲੇਬੀਆਂ ਤੋਂ ਮੂੰਹ ਮੁੜ ਗਏ। ਦੂਸਰੀਆਂ ਰੋਟੀਆਂ ਵੇਲੇ ਚੌਲ, ਬੂਰਾ, ਖੰਡ ਤੇ ਦੇਸੀ ਘੇ ਦੇ ਛੰਨੇ ਵਰਤਾਏ ਜਾਂਦੇ ਤੇ ਲੂਣ ਵਾਲਾ ਮੂੰਹ ਕਰਨ ਲਈ ਮੱਸੇ ਇੱਕ ਅੱਧ ਸਬਜ਼ੀ ਤੇ ਫੁਲਕਾ ਨਸੀਬ ਹੁੰਦਾ। ਜਨੇਤੀ ਸੇਵਾ ਵੇਖ ਕੇ ਅਸ਼ਕੇ ਜਾਂਦੇ। ਤੁਰਨ ਤੋਂ ਪਹਿਲਾਂ ਦਾਜ ਦਾ ਵਖਾਲਾ ਪਾਇਆ ਗਿਆ। ਜੱਟ ਨੇ ਆਪਣੀ ਧੀ ਨੂੰ ਚਮਚੇ ਤੋਂ ਲੈ ਕੇ ਨਿੰਮ ਦੇ ਸੰਦੂਕ ਤੱਕ ਦਾਜ 'ਚ ਦਿੱਤਾ ਸੀ। ਦਾਜ 'ਚ ਦਿੱਤੀਆਂ ਫੁਲਕਾਰੀਆਂ, ਬਾਗ ਤੇ ਕੱਢੀਆਂ ਹੋਈਆਂ ਪੱਖੀਆਂ, ਸਰਾਣਿਆਂ ਤੇ ਚਾਦਰਾਂ ਦੇ ਰੰਗ ਬਿਰੰਗੇ ਧਾਗਿਆਂ ਨਾਲ ਕੱਢੇ ਫੁੱਲ ਬੂਟੇ ਕਿਸੇ ਸੁੱਘੜ ਮੁਟਿਆਰ ਦੇ ਕਲਾਮਈ ਹੱਥਾਂ ਦਾ ਜਿਉਂਦਾ ਜਾਗਦਾ ਨਮੂਨਾ ਸੀ। ਉਹਨਾਂ ਦਿਨਾਂ 'ਚ ਨਿੰਮ ਦਾ ਸੰਦੂਕ ਕੋਈ ਵਿਰਲਾ ਹੀ ਦਿੰਦਾ ਸੀ, ਜਿਸ ਉੱਤੇ ਪਿੱਪਲ ਦੇ ਕੋਕੇ, ਚਿੜੀਆਂ ਦੇ ਫੁੱਲ ਮੜੇ ਹੋਏ ਹੁੰਦੇ। ਇਸ ਤਰ੍ਹਾਂ ਦਾ ਸੰਦੂਕ ਪਿੰਡ 'ਚ ਅਜੇ ਤਾਈਂ ਕਿਸੇ ਕੁੜੀ ਦੇ ਦਾਜ 'ਚ ਨਹੀਂ ਸੀ ਢੁੱਕਿਆ। ਸੱਸ, ਜਠਾਣੀ ਤੇ ਹੋਰ ਭੂਆ ਮਾਮੀਆਂ ਤੇ ਸੂਟਾਂ ਤੋਂ ਬਿਨਾਂ ਹਰ ਜਨੇਤੀ ਨੂੰ ਇੱਕ ਇੱਕ ਪੱਗ ਤੇ ਇੱਕ ਇੱਕ ਚਾਂਦੀ ਦਾ ਰੁਪਈਆ ਦਿੱਤਾ ਗਿਆ। ਕੁੜੀ ਦੇ ਪੇ ਨੇ ਦਾਜ ਦਾ ਸਾਰਾ ਸਮਾਨ ਸੂਤੜੀ ਦੇ ਪਲੰਗ ਸਮੇਤ ਆਪਣੇ ਗੱਡੇ ਤੇ ਲੱਦਿਆ ਤੇ ਆਪਣੇ ਸੇਪੀਦਾਰ ਚਮਾਰ ਨੂੰ ਗੱਡਾ ਜੋੜ ਦਿੱਤਾ ਤੇ ਸੱਜਰ ਸੂਈ ਮੱਝ ਦੇ ਕੇ ਇੱਕ ਆਦਮੀ ਸਵੇਰ ਦਾ ਹੀ ਤੋਰ ਦਿੱਤਾ ਸੀ। ਪਿਓ ਦੀ ਥਾਂ ਸੋਨੇ ਦੀ ਮੁੰਦੀ ਗੁਰਦਿੱਤੇ ਨੂੰ ਪਾਈ ਗਈ। ਬੰਤੇ ਨੂੰ 2.5 ਤੋਲੇ ਦਾ ਸੋਨੇ ਦਾ ਕੜਾ ਤੇ 10 ਮਾਸਿਆਂ ਦੀ ਮੁੰਦੀ ਪਾਈ ਗਈ ਤੇ 501 ਰੁਪਇਆ ਨਗਦ ਦਾਜ 'ਚ ਰੱਖਿਆ। ਲੋਕ ਆਖਦੇ ਰੱਬ ਵੀ ਸਹੁਰਾ ਰੱਜਿਆਂ ਨੂੰ ਹੋਰ ਰਜਾਉਂਦਾ। ਜਨੇਤ ਦੀ ਵਿਦਾਇਗੀ ਵੇਲੇ ਸਾਲੀਆਂ ਨੇ ਬੰਤੇ ਨੂੰ ਛੰਦ ਪਾਉਣ ਲਈ ਵੰਗਾਰਿਆ, ਪਰ ਉਹ ਸਾਊ ਪੁੱਤ ਬਣ ਕੇ ਚੁੱਪ ਕਰਕੇ ਬੈਠਾ ਰਿਹਾ ਤੇ ਕਈ ਕਹਿੰਦੀਆਂ ਨਹੀਂ ਕਿਤੇ ਗੂੰਗਾ ਤਾਂ ਨਹੀਂ, ਕੋਈ ਕਹਿੰਦੀ ਮਾਂ ਨੇ ਘਰੋਂ ਸਿਖਾਲ ਕੇ ਘੱਲਿਆ, ਹੁਣ ਐ ਵੀ ਗੱਲ ਨਾ ਕਰੀ। ਬੰਤਾ ਸਭ ਕੁਝ ਸੁਣਦਾ, ਇੱਕ ਗੰਭੀਰ ਮੁਸਕਾਨ ਆਪਣੇ ਬੁੱਲਾਂ ਤੇ ਲਿਆ ਕੇ ਚੁੱਪ ਹੋ ਜਾਂਦਾ। ਤੇ ਇਸ ਤਰ੍ਹਾਂ ਠੱਠੇ ਮਖੌਲ ਤੇ ਖੁਸ਼ੀਆਂ ਦੀ ਫੁਹਾਰ 'ਚ ਜਦੋਂ ਬੰਤਾ ਚੰਨੋ ਨੂੰ ਆਪਣਾ ਲੜ ਫੜਾ ਕੇ ਬਰੂਹੀ ਤੇਲ ਚੋਂਦੀ ਰਾਣੀ ਦੇ ਕੁੰਭ ਫੜੀ ਖੜੀ ਝੋਰੀ ਦੇ ਸ਼ਗਨ ਪੂਰੇ ਕਰਕੇ ਦਲੀਜਾਂ ਟੱਪਿਆ ਤਾਂ ਵਾਤਾਵਰਨ ਇੱਕਦਮ ਗੰਭੀਰ ਹੋ ਗਿਆ। ਚੰਨੋ ਦੀਆਂ ਹਾਨਣਾਂ ਨੇ ਵਿਦਾਇਗੀ ਦੇ ਗੀਤ ਛੋਏ। ਮਾਂ ਦੇ ਧੀ ਤੋਂ ਵਿਛੋੜੇ ਦੀ ਦਰਦ ਭਰੀ ਹੂਕ ਨੇ ਕੰਧਾਂ ਰਵਾਤੀਆਂ। ਚੰਨੋ ਧਾਹਾਂ ਮਾਰਦੀ, ਸਹੇਲੀਆਂ ਨਾਲ ਗੱਲ ਲੱਗ ਮਿਲਦੀ, ਨੈਣ ਦੇ ਨਾਲ ਡੋਲੀ 'ਚ ਬੈਠ ਗਈ ਤੇ ਪਿੰਡ ਦੇ 4 ਕਹਾਰਾਂ ਨੇ ਡੋਲੀ ਉਠਾਉਣ ਤੋਂ ਪਹਿਲਾਂ ਭਰਾਵਾਂ ਨੇ ਭੈਣ ਦੀ ਡੋਲੀ ਨੂੰ ਸ਼ਗਨ ਵਜੋਂ ਬਾਹਰ ਵਧਾਇਆ। ਚੰਨੋ ਇੱਕ ਓਪਰੀ ਦੁਨੀਆ 'ਚ ਜਾਣ ਲਈ ਆਪਣੇ ਘਰ ਦੀਆਂ ਖੁਸ਼ੀਆਂ ਤੇ ਚਾਵਾਂ ਦੇ ਪਰਾਗੇ ਭਰੇ ਡੋਲੀ 'ਚ ਸੁੰਗੜ ਬੈਠਦੀ ਜਾਂਦੀ ਸੀ। ਪਿੰਡ ਦੀ ਰਾਣੀ ਦੇ ਸਾਥ ਨੇ ਉਹਨੂੰ ਇੱਕਦਮ ਆਪਣੇ ਬੀਤ ਗਏ ਦੇ ਪਰਛਾਵਿਆਂ ਨਾਲੋਂ ਟੁੱਟਣ ਨਾ ਦਿੱਤਾ। ਮੂਰੇ ਡੋਲੀ, ਫਿਰ ਦਾਜ ਵਾਲਾ ਗੱਡਾ, ਫਿਰ ਜਨੇਤੀਆਂ ਦੇ ਗੱਡੀਆਂ ਤੇ ਇੱਕ ਲੰਬਾ ਕਾਫਲਾ ਸਮੇਂ ਦੀ ਧੂੜ ਪਿੱਛੇ ਛੱਡੀ ਆ ਰਿਹਾ ਸੀ। ਸੂਰਜ ਛਿਪੇ ਤੋਂ ਪਿੱਛੇ ਬਰਾਤ ਪਿੰਡ ਪੁੱਜ ਗਈ। ਚੰਨੋ ਨੂੰ ਸ਼ਗਨ ਕਰਕੇ ਸੰਤੀ ਨੇ ਡੋਲੀ 'ਚੋਂ ਬਾਹਰ ਕੱਢਣ ਤੋਂ ਪਹਿਲਾਂ ਜਦੋਂ ਸੰਤੀ ਨੇ ਚੰਨੋ ਦਾ ਘੁੰਡ ਚੱਕ ਕੇ ਵੇਖਿਆ ਤਾਂ ਉਹਦੇ ਪੈਰਾਂ ਤੋਂ ਸਿਰ ਤਾਈਂ ਇੱਕ ਲਾਟ ਨਿਕਲ ਗਈ।
ਉਹਨੂੰ ਆਪਣੇ ਪੱਕੀਆਂ ਦਾਖਾਂ ਦੇ ਬਾਗ ਤੇ ਬਿਜਲੀ ਪੈਂਦੀ ਮਹਿਸੂਸ ਹੋਈ। ਚੰਨੋ ਦਾ ਹੁਸਨ ਤੇ ਨਕਸ਼ ਜਿਵੇਂ ਰੱਬ ਨੇ ਵਿਹਲੇ ਬਹਿ ਕੇ ਖੜੇ ਹੋਣ ਤੇ ਵੇਖਦੀ ਰਹਿ ਗਈ। ਉਹਦਾ ਘੁੰਡ ਹੇਠ ਕਰਨਾ ਤੇ ਅਸੀਸ ਦੇਣੀ ਵੀ ਭੁੱਲ ਗਈ। ਸ਼ਰੀਕੇ 'ਚੋਂ ਲੱਗਦੀਆਂ ਬੰਤੇ ਦੀਆਂ ਭੈਣਾਂ ਨੇ ਗੀਤ ਗਾਏ। ਬੰਤੇ ਨੇ ਚੰਨੋ ਨੂੰ ਆਪਣਾ ਲੜ ਫੜਾ ਕੇ ਡੋਲੀ 'ਚੋਂ ਬਾਹਰ ਕੱਢਿਆ। ਮਾਂ ਨੇ 7 ਵਾਰੀ ਪਾਣੀ ਵਾਰਿਆ। ਵਾਤਾਵਰਨ 'ਚ ਹਾਸੀ ਦੀ ਮਹਿਕ ਖਿਲਰ ਗਈ। ਪਿੰਡ ਦੀ ਰਾਣੀ ਨੇ ਦਲੀਜਾਂ ਤੇ ਤੇਲ ਚੋਇਆ। ਝੀਰੀ ਨੇ ਕੁੰਭ ਦਾ ਸ਼ਗਨ ਕੀਤਾ ਤੇ ਇਸ ਤਰ੍ਹਾਂ ਚੰਨੋ ਨੇ ਚਾਵਾਂ ਤੇ ਖੁਸ਼ੀਆਂ ਨਾਲ ਭਰੇ ਨਵੇਂ ਸੰਸਾਰ ਦੀਆਂ ਦਹਿਲੀਜ਼ਾਂ ਦੇ ਅੰਦਰ ਆਪਣਾ ਪਹਿਲਾ ਕਦਮ ਰੱਖਿਆ। ਉਹਨੂੰ ਕੀ ਪਤਾ ਸੀ ਕਿ ਉਹਦੇ ਇਸ ਸੰਸਾਰ 'ਚ ਉਹਦਾ ਇੱਕ ਹੋਰ ਸ਼ਰੀਕ ਵੀ ਬੈਠਾ ਹੈ। ਕੰਗਣਾ ਖੇਡਦਿਆਂ ਜਦੋਂ ਬੰਤੇ ਦਾ ਹੱਥ ਚੰਨੋ ਦੀ ਕਲਾਈ ਨੂੰ ਛੋਹ ਜਾਂਦਾ ਤਾਂ ਉਹਦੇ ਅੰਦਰ ਇੱਕ ਝਰਨਾਹਟ ਜਿਹੀ ਛਿੜ ਜਾਂਦੀ। ਉਹਨੂੰ ਨਹੀਂ ਸੀ ਪਤਾ ਇਹ ਝਰਨਾਹਟ ਕੀ ਹੈ। ਰਾਤ ਭਰ ਉਹ ਆਪਣੇ ਪਲੰਘ ਤੇ ਪਈ ਆਪਣੇ ਭਵਿੱਖ ਦੇ ਸੁਪਨੇ ਬੁਣਦੀ ਰਹੀ ਤੇ ਆਪਣੇ ਇਸ ਸੰਸਾਰ ਦੀ ਆਪਣੇ ਮਨ ਦੇ ਕੈਨਵਸ ਤੇ ਕੋਈ ਪਵਿੱਤਰ ਤਸਵੀਰ ਬਣਾਉਂਦੀ ਰਹੀ। ਮੂੰਹ ਵੇਖਣ ਆਈਆਂ ਪਿੰਡ ਦੀਆਂ ਤੀਵੀਆਂ ਨੂੰ ਉਹਦੇ ਹੁਸਨ ਦੀ ਤੁਲਨਾ ਕਰਨ ਲਈ ਕੋਈ ਸ਼ਬਦ ਨਹੀਂ ਸੀ ਸੁੱਝਦਾ। ਬਸ ਉਹ ਤਾਂ ਇੱਕ ਸੁਲਫੇ ਦੀ ਲਾਟ ਸੀ। ਉਹ ਲਾਟ ਜਿਹਨੇ ਬੰਤੇ ਦੇ ਬੁੱਲ੍ਹਾਂ ਨਾਲ ਲੱਗ ਕੇ ਉਹਨੂੰ ਉਮਰਾਂ ਦਾ ਸ਼ਰਾਬੀ ਕਰ ਦੇਣਾ ਸੀ। ਚਿੰਤੀ ਤੇ ਸੰਤੀ ਉਹਨੂੰ ਕੱਲਿਆਂ ਨਹੀਂ ਸੀ ਛੱਡਦੀਆਂ। ਮਤਾ ਕੋਈ ਸ਼ਰੀਕਣੀ ਇਸ ਕੱਚੇ ਦੁੱਧ 'ਚ ਕਾਂਜੀ ਦੀ ਛਿੱਟ ਦਾ ਛੱਟਾ ਦੇ ਜਾਏ। ਅਗਲੇ ਦਿਨ ਬੰਤਾ ਚੰਨੋ ਨੂੰ ਲੜ ਫੜਾ ਕੇ ਜਠੇਰੇ ਪੂਜਣ ਗਿਆ ਸੀ। ਕੁੜੀਆਂ ਨੇ ਜਾਗੋ ਜਾਗੋ ਵੇ ਜਠੇਰਿਓ ਅੱਜ ਬੰਤ ਜਗਾਉਣ ਆਇਆ ਵੇ ਦੇ ਗੀਤ ਗਾਏ। ਸ਼ੂਸ਼ਕਾਂ ਖੇਡੀਆਂ ਗਈਆਂ। ਚੰਨੋ ਦੇ ਹੱਥ ਬੰਤੇ ਦੇ ਮਾਰਨ ਲਈ ਸ਼ੂਸ਼ਕ ਫੜਾਈ ਗਈ। ਨਾ ਚੰਨੋ ਹੀ ਬੰਤੇ ਦੇ ਸ਼ੂਸ਼ਕ ਮਾਰ ਸਕੀ ਤੇ ਨਾ ਬੰਤੇ ਨੇ ਆਪਣੀ ਸ਼ੂਸ਼ਕ ਨੂੰ ਸ਼ੂਸ਼ਕ ਲਾਈ। ਜਦੋਂ ਬੰਤੇ ਦੀਆਂ ਭਰਜਾਈਆਂ ਨੇ ਚੰਨੋ ਨੂੰ ਕਿਹਾ, ਨਹੀਂ ਲਿਆ ਫੜਾ ਉਰੇ, ਅਸੀਂ ਤੈਨੂੰ ਮਾਰ ਕੇ ਦਿਖਾਈਏ, ਤੂੰ ਤਾਂ ਅੱਜ ਹੀ ਮਾਰਨੀਆਂ ਨੇ, ਫਿਰ ਤਾਂ ਸਾਰੀ ਉਮਰ ਤੈਨੂੰ ਹੀ ਖਾਣੀਆਂ ਪੈਣੀਆਂ ਨੇ। ਤੇ ਚੰਨੋ ਦਾ ਇਹ ਸੁਣ ਕੇ ਤਰਾਹ ਜਿਹਾ ਨਿਕਲ ਗਿਆ ਤੇ ਇਹਨਾਂ ਬੋਲਾਂ ਨੇ ਚੰਨੋ ਦੇ ਮਨ ਤੇ ਇੱਕ ਲਾਸ਼ ਸੀ ਪਾ ਦਿੱਤੀ ਤੇ ਉਹ ਕਸੀਸ ਜੀ ਵੱਟ ਕੇ ਖੜੀ ਸੀ। ਜਦੋਂ ਕਿਸੇ ਵੈਲਣ ਭਰਜਾਈ ਨੇ ਬੰਤੇ ਦੇ ਇੱਕ ਸ਼ੂਸ਼ਕ ਜ਼ੋਰ ਦੀ ਮਾਰਤੀ ਤਾਂ ਲਾਸ਼ ਕੋਲ ਖੜੀ ਸੰਤੀ ਦੇ ਪਿੰਡੇ ਤੇ ਪੈ ਗਈ। ਉਹਦੀਆਂ ਅੱਖਾਂ 'ਚ ਹੰਝੂ ਆ ਗਏ। ਇਹਨਾਂ ਹੰਝੂਆਂ ਦੀ ਕਹਾਣੀ ਦਾ ਸਿਰਫ ਹੰਝੂਆਂ ਨੂੰ ਹੀ ਪਤਾ ਸੀ। ਘਰ ਆ ਕੇ ਖੱਟ ਦਿਖਾਈ ਗਈ। ਤੀਵੀਆਂ ਜਿਹੜੀਆਂ ਪਹਿਲਾਂ ਹੀ ਚੰਨੋ ਦੇ ਹੁਸਨ ਦੀਆਂ ਜ਼ਖਮੀ ਕੀਤੀਆਂ ਹੋਈਆਂ ਸੀ, ਉਹਨਾਂ ਦੇ ਦਾਜ ਦੇ ਸੰਦੂਕਾਂ 'ਚ ਇਹ ਇੱਕ ਹੋਰ ਹੌਕਿਆਂ ਦਾ ਅੰਗਿਆਰਾ ਧਰਿਆ ਗਿਆ। ਕਿਸੇ ਨੂੰ ਕਹਿਣ ਦਾ ਮੌਕਾ ਨਾ ਮਿਲਿਆ ਕਿ ਦਾਜ 'ਚ ਫਲਾਣੀ ਚੀਜ਼ ਨਹੀਂ ਆਈ ਤੇ ਅਖੀਰ ਉਹ ਇਹ ਕਹਿੰਦੀਆਂ ਹੋਈਆਂ ਹੌਲੀ ਹੌਲੀ ਆਪੋ ਆਪਣੇ ਘਰਾਂ ਨੂੰ ਵਿਦਾ ਹੋ ਗਈਆਂ। ਭੈਣੇ, ਜਿਸ ਧੀ ਦਿੱਤੀ ਉਸ ਪਿੱਛੇ ਕੀ ਰੱਖਿਆ। ਅਗਲੇ ਦਿਨ ਬੰਤਾ ਵਿਚੋਲਣ ਤੇ ਪਿੰਡ ਦੇ ਨਾਈ ਨੂੰ ਨਾਲ ਲੈ ਕੇ ਆਪਣੇ ਸੇਪੀਦਾਰ ਚਮਾਰ ਨੂੰ ਗੱਡੀ ਜੁੜਾ ਚੰਨੋ ਦਾ ਮੁਕਲਾਵਾ ਲੈਣ ਚਲਾ ਗਿਆ ਸੀ। ਸਹੁਰਿਆਂ ਨੇ ਵਿਆਹ ਦਾ ਮੇਲ ਤੋਰ ਦਿੱਤਾ ਸੀ। ਕੋਈ ਖਾਸ ਤੇ ਵਿਰਲਾ ਪ੍ਰਾਹੁਣਾ ਹੀ ਰਹਿ ਗਿਆ ਸੀ। ਅੱਜ ਬੰਤੇ ਨੂੰ ਆਪਣੇ ਸਹੁਰਿਆਂ ਦੇ ਘਰ 'ਚ ਉਸ ਅਪਣੱਤ ਦਾ ਅਹਿਸਾਸ ਹੋਇਆ ਸੀ ਜਿਹਦੀ ਉਹਨੇ ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਉਹਦੇ ਦੋਵੇਂ ਸਾਲੇ ਦਰਸ਼ਨ ਤੇ ਬਿੱਕਰ ਉਹਦੇ ਆਲੇ ਦੁਆਲੇ ਉਹਦੀ ਟਹਿਲ ਸੇਵਾ ਲਈ ਖੜੇ ਰਹਿੰਦੇ। ਘਰ ਦਾ ਪਾਲਿਆ ਹੋਇਆ ਕੁੱਕੜ ਝਟਕਾਇਆ ਗਿਆ ਤੇ ਪਹਿਲੇ ਤੋੜ ਦੀ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਜਿਹਦੀ ਧੌਣ ਤੇ ਪੈਂਦੀ ਕੰਗਣੀ ਚੰਨੋ ਦੀ ਲੰਮੀ ਧੌਣ ਦੁਆਲੇ ਪਏ ਰਾਣੀ ਹਾਰ ਦਾ ਭੁਲੇਖਾ ਪਾਉਂਦੀ। ਉਹ ਤਾਂ ਪਹਿਲਾਂ ਹੀ ਬਿਨ ਪੀਤਿਆਂ ਸ਼ਰਾਬੀ ਹੋਇਆ ਪਿਆ ਸੀ। ਅਚਾਨਕ ਪਏ ਚੰਨੋ ਦੇ ਹੁਸਨ ਦੇ ਇੱਕ ਝਲਕਾਰੇ ਨਾਲ ਹੀ ਉਹਦੀਆਂ ਅੱਖਾਂ ਦੇ ਡੋਰੇ ਲਾਲ ਸੂਏ ਹੋ ਗਏ ਸੀ। ਲੋਕੀ ਕਹਿੰਦੇ ਸਨ ਕਿ ਸ਼ਰਾਬੀ ਹੋਣ ਲਈ ਬੰਦੇ ਨੂੰ ਸ਼ਰਾਬ ਪੀਣੀ ਪੈਂਦੀ ਹੈ, ਪਰ ਰੱਬ ਨੇ ਤਾਂ ਬੰਦੇ ਦੇ ਸ਼ਰਾਬੀ ਹੋਣ ਲਈ ਸਭ ਤੋਂ ਖਰੀ ਤੇ ਪਵਿੱਤਰ ਸ਼ਰਾਬ ਔਰਤ ਨੂੰ ਬਣਾਇਆ ਹੈ, ਜਿਹਦਾ ਜਦੋਂ ਵੀ ਉਹ ਨਸ਼ਾ ਪੀਂਦਾ ਹੈ ਉਹਦੀ ਝੋਲੀ 'ਚ ਉਹਦੇ ਵੱਟੇ ਲਾਲ ਪਾ ਦਿੰਦੀ ਹੈ। ਕਿੱਡੀ ਵੱਡੀ ਦੇਣ ਹੈ ਔਰਤ ਦੀ ਮਰਦ ਨੂੰ, ਸ਼ਰਾਬ ਤੋਂ ਵੀ ਵੱਧ ਨਸ਼ੇ ਵਾਲੀ। ਰਾਤ ਨੂੰ ਦਾਰੂ ਪੀਂਦਿਆਂ ਮੁਰਗਾ ਖਾਂਦਿਆਂ ਬੰਤੇ ਨੂੰ ਪਤਾ ਹੀ ਨਾ ਲੱਗਾ ਕਦੋਂ ਕਿਹੜੇ ਵੇਲੇ ਕਿੱਥੇ ਸੌਂ ਗਿਆ ਸੀ। ਜਦ ਸਵੇਰੇ ਉਹਦੇ ਸਾਲੇ ਨੇ ਉਹਨੂੰ ਬਾਹਰ ਅੰਦਰ ਜਾਣ ਲਈ ਜਗਾਇਆ ਤਾਂ ਉਹਨੂੰ ਪਤਾ ਲੱਗਾ ਕਿ ਮੈਂ ਕਿੱਥੇ ਹਾਂ। ਬੰਤਾ ਸੋਚਣ ਲੱਗਾ, ਰਾਤੀ ਸ਼ਰਾਬ ਤਾਂ ਮੈਂ ਥੋੜ੍ਹੀ ਜਿਹੀ ਪੀਤੀ ਸੀ, ਫਿਰ ਇਹ ਨਸ਼ਾ ਇੰਨਾ ਕਿਵੇਂ ਹੋ ਗਿਆ। ਬਾਹਰ ਅੰਦਰ ਜਾ ਕੇ ਦਾਤਨ ਕੁਰਲਾ ਕਰਕੇ ਉਹਦੇ ਨਹਾਉਣ ਲਈ ਪੱਕੇ ਬਣੇ ਗੁਸਲਖਾਨੇ 'ਚ ਗਰਮ ਪਾਣੀ, ਸਾਬਣ, ਤੇਲ ਤੇ ਪਰਨਾ ਰੱਖੇ ਗਏ ਸੀ। ਨਹਾ ਧੋ ਕੇ ਮੱਖਣ ਤੇ ਦਹੀਂ ਨਾਲ ਦੇਸੀ ਘਿਓ 'ਚ ਨੁੱਚੜਦੇ ਪਰੌਂਠਿਆਂ ਦਾ ਸ਼ਾਹ ਵੇਲਾ ਕੀਤਾ। ਬੈਠਕ 'ਚ ਬੈਠਿਆਂ ਰੋਟੀ ਖਾਂਦਿਆਂ ਵਿਹੜੇ ਵੱਲ ਖੁੱਲ੍ਹਦੀ ਬਾਰੀ ਥਾਣੀ ਉਹਦੀਆਂ ਅੱਖਾਂ ਵਿਹੜੇ 'ਚ ਆਪਣੀ ਚੰਨੋ ਨੂੰ ਭਾਲਦੀਆਂ ਰਹਿੰਦੀਆਂ। ਜੇ ਕਿਤੇ ਮਾੜੀ ਜੀ ਉਹਦੀਆਂ ਪੰਜੇਬਾਂ ਦੀ ਆਵਾਜ਼ ਉਹਦੇ ਕੰਨੀ ਪੈ ਜਾਂਦੀ ਤਾਂ ਉਹਦਾ ਆਪਾ ਪੰਜੇਬਾਂ 'ਚ ਪਏ ਬੋਰਾਂ ਵਾਂਗ ਛਣਕਣ ਲੱਗ ਪੈਂਦਾ। ਲੋਡੇ ਵੇਲੇ ਇਹਨਾਂ ਦੀ ਵਾਪਸ ਜਾਣ ਦੀ ਤਿਆਰੀ ਹੋ ਚੁੱਕੀ ਸੀ। ਚੰਨੋ ਡੋਡਣੀ ਬੁੱਕਲ ਮਾਰੀ ਸੁਹਾਗ ਦੀ ਰੀਝਾਂ ਤੇ ਸੁਪਨਿਆਂ ਨਾਲ ਕੱਢੀ ਚਾਦਰ ਉੱਪਰ ਲੈ ਕੇ ਸਹੇਲੀਆਂ ਨੂੰ ਮਿਲ ਕੇ ਮਾਂ ਦੇ ਗਲ ਲੱਗ ਕੇ ਗੱਡੀ ਦੀ ਪਿੰਜਣੀ ਦੀ ਮਲੂਕ ਹਿੱਕ ਤੇ ਪੈਰ ਰੱਖ ਕੇ ਗੱਡੀ ਦੇ
'ਚ ਬੈਠ ਗਈ। ਸ਼ਾਇਦ ਇੱਦਾਂ ਦੇ ਵੇਲੇ ਹੀ ਕਿਸੇ ਅਲਬੇਲੇ ਨੇ ਬੋਲੀ ਪਾਈ ਹੋਏਗੀ, ਚਾਹ ਮੁਕਲਾਵੇ ਦਾ ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ। ਸੱਚੀ ਮੁੱਚੀ ਪਿੰਜਣੀ ਤਾਂ ਭਾਵੇਂ ਨਾ ਟੁੱਟੇ, ਪਰ ਪੰਜਾਬੀ ਲੋਕ ਗੀਤ ਇਸ ਤਰ੍ਹਾਂ ਦੀਆਂ ਹੋਣੀਆਂ ਅਣਹੋਣੀਆਂ ਨੂੰ ਸਿਰਜਣ ਦੇ ਸ਼ੌਕੀਨ ਹਨ। ਬੰਤੇ ਦਾ ਸੇਪੀਦਾਰ ਗੱਡੀ ਹੱਕ ਰਿਹਾ ਸੀ। ਬਲਦਾਂ ਦੇ ਮਖੇਰਨੇ ਤੇ ਪੈਰੀ ਪਈਆਂ ਝਾਂਜਰਾਂ ਕੋਈ ਇਲਾਹੀ ਗੀਤ ਅਲਾਪ ਰਹੇ ਸਨ। ਬਲਦਾਂ ਦੇ ਵੀ ਜਿਵੇਂ ਚਾਅ ਨਾਲ ਜ਼ਮੀਨ ਤੇ ਪੱਬ ਨਹੀਂ ਸੀ ਲੱਗ ਰਹੇ। ਕਹਿੰਦੇ ਹਨ ਬਲਦ ਆਪਣੇ ਮਾਲਕ ਦੀ ਖੁਸ਼ੀ ਤੇ ਦੁੱਖ ਉਹਦੀਆਂ ਅੱਖਾਂ 'ਚੋਂ ਭਾਂਪ ਲੈਂਦੇ ਹਨ। ਸ਼ਾਇਦ ਬੰਤੇ ਦੀ ਜੋੜੀ ਨੇ ਵੀ ਉਹਦੀਆਂ ਅੱਖਾਂ 'ਚ ਨੱਚਦੀ ਖੁਸ਼ੀ ਵੇਖ ਲਈ ਸੀ। ਬੰਤੇ ਦੇ ਗਲ ਪਿਆ ਬੋਸਕੀ ਦਾ ਕੁੜਤਾ ਜਦੋਂ ਚਿੱਟੇ ਚਾਦਰੇ ਦੇ ਪਿੰਡੇ ਨਾਲ ਖਹਿੰਦਾ ਤਾਂ ਉਹਦੀ ਆਵਾਜ਼ ਗੱਡੀ 'ਚ ਬੈਠੀ ਚੰਨੋ ਦੀ ਹਿੱਕ 'ਚ ਇੱਕ ਭੁਚਾਲ ਜਿਹਾ ਲਿਆ ਦਿੰਦੀ। ਬੰਤੇ ਨੇ ਇੱਕ ਦੋ ਵਾਰ ਨੈਣ ਨੂੰ ਇਸ਼ਾਰੇ ਨਾਲ ਪਾਸਾ ਵੱਟਣ ਲਈ ਜਾਂ ਆਪਣੇ ਧਿਆਨ ਪਰੇ ਹਟਾਉਣ ਲਈ ਕਿਹਾ। ਉਹ ਖਚਰੀ ਨੈਣ ਮੰਗਲ ਦੀ ਬੇਲਣ ਬੰਤੇ ਦੀਆਂ ਤਿਕੜਮਬਾਜ਼ੀਆਂ ਕਿੱਥੋਂ ਚੱਲਣ ਦੇਣ ਵਾਲੀ ਸੀ। ਸਾਰੀ ਉਮਰ ਤੇਰੇ ਕੋਲ ਹੀ ਰਹਿਣੀ ਆ। ਨੈਣ ਦੀ ਗੱਲ ਸੁਣ ਕੇ ਜਿੱਥੇ ਬੰਤਾ ਝੂਠਾ ਜਿਹਾ ਹੋ ਗਿਆ, ਉੱਥੇ ਚੰਨੋ ਖੁਸ਼ੀ ਨਾਲ ਹੋਰ ਸੁੰਗੜ ਜੀ ਗਈ ਤੇ ਇੱਕ ਮੁਸਕਾਨ ਉਹਦੇ ਦਿਲ 'ਚੋਂ ਨਿਕਲ ਕੇ ਅੱਖਾਂ ਤੇ ਬੁੱਲ੍ਹਾਂ ਰਾਹੀਂ ਬਾਹਰ ਆ ਗਈ, ਜਿਹਨੂੰ ਚੰਨੋ ਦੇ ਘੁੰਡ ਨਹੀਂ ਵੇਖਿਆ ਸੀ। ਸੂਰਜ ਛਿਪਦੇ ਕਰਦੇ ਨੂੰ ਇਹ ਪਿੰਡ ਪਹੁੰਚ ਗਏ। ਸਾਰਾ ਮੇਲ ਜਾ ਚੁੱਕਾ ਸੀ। ਲੋਕਾਂ ਦੇ ਮੰਜੇ ਬਿਸਤਰੇ ਭਾਂਡੇ ਟਿੰਡੇ ਥਾਂ ਥਾਈਂ ਸਾਂਭ ਲਏ ਗਏ। ਘਰ ਕਿਸੇ ਨੂੰ ਜੀ ਆਇਆਂ ਕਹਿਣ ਲਈ ਆਪਣੇ ਵਿਹੜੇ 'ਚ ਘੁੰਡ ਚੁੱਕੀ ਤੇ ਬਾਹਾਂ ਅੱਡੀ ਖੜਾ ਸੀ। ਤੇਲ ਚੋ ਕੇ ਚੰਨੋ ਨੂੰ ਅੰਦਰ ਲੰਘਾਇਆ ਗਿਆ। ਰਾਤ ਨੂੰ ਉਹਦੇ ਵਿਆਹ ਦਾ ਪਲੰਗ ਜਿਸ ਅੰਦਰ ਡੱਠਾ ਸੀ ਉਹਨੂੰ ਉਸੇ ਤੇ ਬਿਠਾਲ ਦਿੱਤਾ ਗਿਆ। ਬੰਤਾ, ਮੰਗਲ ਤੇ ਗੁਰਦਿੱਤਾ ਆਪੋ ਆਪਣੇ ਥਾਂ ਚਲੇ ਗਏ। ਸੰਤੀ ਵਿਹੜੇ 'ਚ ਪਏ ਖਿਲਾਰੇ ਨੂੰ ਹੌਲੀ ਹੌਲੀ ਸਾਂਭ ਰਹੀ ਸੀ। ਉਹਨੂੰ ਇੰਜ ਲੱਗਦਾ ਸੀ ਜਿਵੇਂ ਆਪਣੇ ਬੀਤ ਗਏ ਦੇ ਸੁਪਨਿਆਂ ਨੂੰ ਸਮੇਟ ਕੇ ਕਿਤੇ ਬਾਹਰ ਸੁੱਟਣ ਜਾ ਰਹੀ ਹੋਵੇ ਤੇ ਬੰਤਾ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਅੱਖਾਂ 'ਚ ਲੈ ਕੇ ਆਪਣੀ ਚੰਨੋ ਦੇ ਅੰਦਰ ਵੱਲ ਜਾ ਰਿਹਾ ਹੋਵੇ। ਸੰਤੀ ਨੇ ਦੁੱਧ ਦੀ ਗੜਵੀ, ਪਾਣੀ ਦਾ ਭਰਿਆ ਪਿੱਤਲ ਦਾ ਜੱਗ ਤੇ ਗਲਾਸ ਮੰਜੇ ਕੋਲ ਪਏ ਮੇਜ਼ ਤੇ ਰੱਖ ਦਿੱਤੇ। ਅੰਦਰੋਂ ਬਾਹਰ ਨਿਕਲਣ ਲੱਗਿਆ ਉਹਨੂੰ ਲੱਗਾ ਜਿਵੇਂ ਉਹਦਾ ਆਪਾ ਤਾਂ ਇਸ ਅੰਦਰ ਹੀ ਰਹਿ ਗਿਆ ਹੋਵੇ ਤੇ ਉਸ ਆਪਣੀ ਲਾਸ਼ ਆਪਣੇ ਮੋਢਿਆਂ ਤੇ ਚੁੱਕ ਕੇ ਅੰਦਰ ਮੰਜੇ ਤੇ ਲਿਜਾ ਸੁੱਟੀ। ਉਸ ਰਾਤ ਉਹਨੂੰ ਨੀਂਦ ਨਹੀਂ ਸੀ ਆਈ। ਸਵੇਰੇ ਜਦੋਂ ਕੁੱਕੜ ਨੇ ਬਾਂਗ ਦਿੱਤੀ ਤਾਂ ਉਹ ਸੋਚਦੀ ਸੀ, ਚੰਦਰਿਆ, ਸੁੱਤਿਆਂ ਲੋਕਾਂ ਨੂੰ ਜਗਾਉਣ ਲਈ ਤਾਂ ਬਾਂਗ ਦੇਣਾ ਹੈ, ਪਰ ਜਿਨ੍ਹਾਂ ਦੀਆਂ ਕਿਸਮਤਾਂ ਸੌਂ ਗਈਆਂ ਨੇ ਉਹਨਾਂ ਨੂੰ ਕਿਵੇਂ ਜਗਾਵੇਂਗਾ। ਸਵੇਰੇ ਬੰਤਾ ਦੇਰ ਨਾਲ ਉੱਠਿਆ। ਚੰਨੋ ਦੇ ਸਰੀਰ ਦਾ ਅੰਗ ਅੰਗ ਜਿਵੇਂ ਕਿਸੇ ਸੁਖਦਾਈ ਪੀੜ ਨਾਲ ਵਿੰਨਿਆ ਪਿਆ ਸੀ। ਉਹਨੇ ਮੰਜੇ ਤੋਂ ਉੱਠ ਕੇ ਹੱਥ ਮੂੰਹ ਧੋਣ ਤੋਂ ਪਹਿਲਾਂ ਬਿਸਤਰੇ ਦੀ ਚਾਦਰ ਇਕੱਠੀ ਕਰਤੀ। ਬੰਤਾ ਵੀ ਬਾਹਰ ਅੰਦਰ ਚਲਾ ਗਿਆ। ਦਾਤਨ ਕੁਰਲਾ ਕਰਕੇ ਜਦੋਂ ਘਰ ਆਇਆ ਤਾਂ ਉਹਨੂੰ ਲੱਗਾ ਕਿ ਘੁੰਡ ਵਿਚਲੇ ਦੋ ਨੈਣ ਉਹਦੇ ਮਗਰ ਮਗਰ ਹਰਨੋਟਿਆਂ ਵਾਂਗ ਚੁੰਗੀਆਂ ਭਰਦੇ ਫਿਰ ਰਹੇ ਆ ਤੇ ਕਿਸੇ ਹਿੱਕ ਦੇ ਉਭਾਰ ਵਿਚਲੇ ਕੁਆਰੇ ਚਾਅ ਉਹਦੀ ਆਪਣੀ ਹਿੱਕ 'ਚ ਧੜਕਦੇ ਸਨ। ਉਹ ਸਾਰਾ ਦਿਨ ਬਿਨਾਂ ਪੀਤਿਆਂ ਸ਼ਰਾਬੀ ਜਿਹਾ ਹੋਇਆ ਫਿਰਦਾ ਰਿਹਾ। ਦਿਨ ਸੀ ਕਿ ਬੀਤਣ 'ਚ ਹੀ ਨਹੀਂ ਸੀ ਆਉਂਦਾ। ਰਾਤ ਜਿਵੇਂ ਕੋਹਾਂ ਦੂਰ ਹੋ ਗਈ ਹੋਵੇ। ਅੱਜ ਉਹ ਜਦ ਹਾਣੀਆਂ ਨੂੰ ਮਿਲਦਾ ਤਾਂ ਉਹਨਾਂ ਦੀਆਂ ਅੱਖਾਂ 'ਚ ਕੁਝ ਸ਼ਰਾਰਤੀ ਸਵਾਲ ਫੁੱਲ ਝੜੀਆਂ ਜਿਹੇ ਬਣ ਕੇ ਚਮਕਦੇ ਲੱਗਦੇ। ਉਹ ਕਿਸੇ ਦੀ ਵੀ ਗੱਲ ਦਾ ਪੂਰਾ ਜਵਾਬ ਨਾ ਦਿੰਦਾ ਤੇ ਹਾਂ ਹੂੰ ਕਰਕੇ ਅੱਗੇ ਲੰਘ ਜਾਂਦਾ। ਮਸਾਂ ਕਿਤੇ ਦਿਨ ਢਲਿਆ, ਉਹ ਘਰ ਆਇਆ। ਸਾਰਾ ਦਿਨ ਉਹ ਚੰਨੋ ਨੂੰ ਵੇਖਣ ਲਈ ਤੰਗਦਾ ਰਿਹਾ ਸੀ ਤੇ ਸੰਤੀ ਦੀਆਂ ਨਜ਼ਰਾਂ ਤੋਂ ਬਚਦਾ ਰਿਹਾ ਸੀ। ਅੱਜ ਪਹਿਲੀ ਵਾਰ ਉਹਨੂੰ ਲੱਗਾ ਕਿ ਜਿਵੇਂ ਉਹ ਸੰਤੀ ਨਾਲ ਕੋਈ ਧੋਖਾ ਕੀਤਾ ਹੋਵੇ। ਨਿੱਕਾ ਪ੍ਰੀਤੂ ਚੁੰਗੀਆਂ ਭਰਦਾ ਉਹਦੀਆਂ ਲੱਤਾਂ ਨੂੰ ਆ ਚੰਬੜਿਆ। ਉਹਨੇ ਚੁੱਕ ਕੇ ਹਿੱਕ ਨਾਲ ਲਾ ਲਿਆ। ਚੌਂਕੇ 'ਚ ਬੈਠੀ ਸੰਤੀ ਨੇ ਆਪਣੀ ਹਿੱਕ ਦੁਆਲੇ ਘੁੱਟ ਕੇ ਗਲਵੱਕੜੀ ਜੀ ਪਾ ਲਈ। ਉਸ ਰਾਤ ਉਹ ਪ੍ਰੀਤੂ ਨੂੰ ਹਿੱਕ ਨਾਲ ਲਾ ਕੇ ਚੁੰਮਦੀ ਰਹੀ, ਚੱਟਦੀ ਰਹੀ। ਅੰਗ ਪੰਜਵਾਂ। ਉਹਨਾਂ ਦਿਨਾਂ 'ਚ ਪਿੰਡਾਂ 'ਚ ਕਿਸੇ ਵਿਰਲੇ ਘਰ ਹੀ ਕਦੀ ਕਿਤਿਓਂ ਚਿੱਠੀ ਆਉਂਦੀ ਹੁੰਦੀ ਸੀ। ਇੱਕ ਡਾਕੀਆ ਕਈ ਪਿੰਡਾਂ 'ਚ ਡਾਕ ਵੰਡਦਾ। ਹਰ ਪਿੰਡ ਦੀ ਮਿੱਥੀ ਹੋਈ ਸਾਂਝੀ ਥਾਂ ਤੇ ਸਾਰੇ ਪਿੰਡ ਦੀਆਂ ਜੇ 2-4 ਚਿੱਠੀਆਂ ਹੁੰਦੀਆਂ ਫੜਾ ਜਾਂਦਾ। ਇਹ ਥਾਂ ਆਮ ਤੌਰ ਤੇ ਪਿੰਡਾਂ ਦੀਆਂ ਬਣੀਆਂ ਹੱਟੀਆਂ 'ਚੋਂ ਇੱਕ ਹੁੰਦੀ ਸੀ। ਮਜਾਰੇ ਪਿੰਡ ਦੀਆਂ ਚਿੱਠੀਆਂ ਪਿੰਡ 'ਚ ਪੰਡਤਾਂ ਦੀ ਹੱਟੀ ਤੇ ਆਉਂਦੀਆਂ ਤੇ ਉੱਤੋਂ ਅੱਗੇ ਉਡੀਕਦੇ ਹੱਥਾਂ ਤੱਕ ਪਹੁੰਚਾਉਣਾ ਪੰਡਤਾਂ ਦੇ ਰਹਿਮੋ ਕਰਮ ਤੇ ਨਿਰਭਰ ਕਰਦਾ ਸੀ। ਜਦੋਂ ਕਿਸੇ ਦੀ ਬਾਹਰਲੇ ਦੇਸ਼ ਵਿੱਚੋਂ ਚਿੱਠੀ ਆਉਂਦੀ ਤਾਂ ਪਿੰਡ 'ਚ ਮਾਨੋ ਇੱਕ ਨਵੀਂ ਖਬਰ ਚਿੱਠੀ ਦੇ ਬੋਲਾਂ ਤੋਂ ਪਹਿਲਾਂ ਹੀ ਪਿੰਡ 'ਚ ਹੱਟੀਆਂ ਤੇ ਭੱਠੀਆਂ ਦੀ ਚਰਚਾ ਦਾ ਵਿਸ਼ਾ ਬਣ ਜਾਂਦੀ। ਜਿਸ ਘਰ ਚਿੱਠੀ ਆਉਂਦੀ ਲੋਕੀ ਪੁੱਛਣ ਆਉਂਦੇ, ਸੁੱਖ ਤਾਂ ਹੈ। ਜੇ ਕਿਸੇ ਦੇ ਘਰ ਤਾਰ ਆ ਜਾਂਦੀ, ਭਾਵੇਂ ਖੁਸ਼ੀ ਦੀ ਹੋਵੇ, ਘਰ 'ਚ ਕੀਰਨੇ ਪੈਣ ਲੱਗ ਪੈਂਦੇ ਤੇ ਇਸ ਤਰ੍ਹਾਂ ਦੀਆਂ ਤਾਰਾਂ ਕਈ ਵਾਰ ਮਗਰੋਂ ਲੋਕਾਂ ਲਈ ਕਈ ਦਿਨਾਂ ਦਾ ਹਾਸਾ ਠੱਠਾ ਬਣ ਕੇ ਰਹਿ ਜਾਂਦੀਆਂ। ਹਾਂ, ਤੇ ਮੱਘਰ ਦੇ ਉਹਨਾਂ ਹੁਲਾਰ ਭਰੇ ਦਿਨਾਂ 'ਚ ਜਦੋਂ ਨਵ ਵਿਆਹੇ ਜੋੜਿਆਂ ਦੇ ਸਾਹਾਂ ਦੀ ਮਹਿਕ ਦਾ ਚੰਬਾ ਰਜਾਈਆਂ 'ਚ ਉਸਲਵੱਟੇ ਲੈਂਦਾ ਰਹਿੰਦਾ
ਤੇ ਗੱਭਰੂਆਂ ਲਈ ਤੜਕੇ ਉੱਠ ਕੇ ਖੂਹ ਜੋੜਨਾ ਮੁਹਾਲ ਹੁੰਦਾ। ਬੰਤੇ ਹੋਰਾਂ ਦੇ ਘਰ ਉਹਦੇ ਬਾਪ ਦੀ ਤੇਲੀਆ 'ਚੋਂ ਚਿੱਠੀ ਆ ਗਈ, ਜਿਸ 'ਚ ਬੰਤੇ ਲਈ ਸਮੁੰਦਰੀ ਜਹਾਜ਼ ਦੀ ਕਲਕੱਤੇ ਤੋਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੱਕ ਦੀ ਟਿਕਟ ਤੇ ਨਾਲ ਹੀ ਬੰਤੇ ਨੂੰ ਪਹੁੰਚਣ ਦੀ ਤਾਕੀਦ ਕੀਤੀ ਸੀ। ਘਰ 'ਚ ਮਾਤਮ ਛਾ ਗਿਆ। ਚੰਨੋ ਨੂੰ ਘਰ ਘੁੰਮਦਾ ਨਜ਼ਰ ਆਉਣ ਲੱਗਾ। ਬੰਤੇ ਦੀ ਮਾਂ ਕਾਲਜੇ ਦਾ ਰੁੱਗ ਭਰ ਕੇ ਅੰਦਰ ਵੜ ਕੇ ਬੈਠ ਗਈ। ਉਹਨੂੰ ਚੰਨੋ ਦਾ ਭਵਿੱਖ ਆਪਣੇ ਭੂਤ ਵਰਗਾ ਹੀ ਸੰਤਾਪਿਆ ਹੋਇਆ ਦਿਸਣ ਲੱਗਾ। ਘਰ 'ਚ ਕਈ ਦਿਨ ਕੋਈ ਗੱਲ ਨਾ ਹੋਈ, ਜਿਵੇਂ ਸਾਰੇ ਟੱਬਰ ਨੂੰ ਸੱਪ ਸੂੰਘ ਗਿਆ ਹੋਵੇ। ਹਰ ਜੀ ਗੱਲ ਕਰਨੀ ਤਾਂ ਇੱਕ ਪਾਸੇ ਰਹੀ, ਸੋਚ ਕੇ ਕੰਬ ਜਾਂਦਾ। ਚੰਨੋ ਰਾਤ ਨੂੰ ਬੰਤੇ ਦੀ ਹਿੱਕ ਨਾਲ ਲੱਗ ਕੇ ਇੰਝ ਡਰੀ ਡਰੀ ਸੌਂਦੀ ਜਿਵੇਂ ਹੁਣੇ ਉਸ 'ਤੇ ਕੋਈ ਹੋਣੀ ਵਾਪਰਨ ਵਾਲੀ ਹੋਵੇ। ਤੇ ਫਿਰ ਇੱਕ ਦਿਨ ਉਹ ਸਿਰਫ ਇੰਨਾ ਹੀ ਪੁੱਛ ਸਕੀ, ਕੀ ਤੂੰ ਸੱਚਮੁੱਚ ਤੇਲੀਆ ਨੂੰ ਚਲਾ ਜਾਏਂਗਾ? ਬੰਤੇ ਕੋਲੋਂ ਬੋਲਿਆ ਨਾ ਗਿਆ ਤੇ ਉਹਨੇ ਦਿਲ ਤੇ ਪੱਥਰ ਰੱਖ ਕੇ ਸਿਰਫ ਹਾਂ 'ਚ ਸਿਰ ਹਿਲਾਇਆ। ਚੰਨੋ ਦੀਆਂ ਧਾਹਾਂ ਨਿਕਲ ਗਈਆਂ। ਬੰਤੇ ਦਾ ਵੀ ਕੜ ਪਾਟ ਗਿਆ ਤੇ ਕਿੰਨਾ ਚਿਰ ਦੋਹਾਂ ਦਿਲਾਂ ਦੀ ਦਰਦਨਾਕ ਕਹਾਣੀ ਸਿਰਹਾਣੇ ਤੇ ਹੰਝੂਆਂ ਨਾਲ ਲਿਖਦੇ ਰਹੇ। ਜਿਵੇਂ ਬੱਦਲ ਮੋਹਲੇ ਧਾਰ ਮੀਂਹ ਪੈਣ ਪਿੱਛੋਂ ਧਰਤੀ ਦੀ ਹਿੱਕ ਨੂੰ ਠਾਰ ਕੇ ਗਗਨ ਦੇ ਪਿੰਡੇ ਨੂੰ ਨੰਗਾ ਕਰਕੇ ਟੁਰ ਜਾਂਦੇ ਹਨ, ਇਵੇਂ ਹੀ ਸਵੇਰੇ ਆਪਣੇ ਸੀਨੇ ਤੇ ਸਬਰ ਦੇ ਪੱਥਰ ਰੱਖ ਕੇ ਬੰਤੇ ਨੇ ਪਰਦੇਸੀ ਹੋ ਜਾਣ ਦੀ ਤਿਆਰੀ ਆਰੰਭ ਦਿੱਤੀ। ਦਰਦਾਂ ਨਾਲ ਭਰੀਆਂ ਸੱਖਣੀਆਂ ਅੱਖਾਂ ਸਿਵਿਆਂ ਦੇ ਹੌਕਿਆਂ ਵਰਗੀਆਂ ਬਾਤਾਂ ਪਾਉਂਦੀਆਂ। ਉਦਾਸ ਹੱਥ ਹਿੱਸੇ ਹੋਏ ਪੈਸੇ ਦੀ ਉਂਗਲ ਫੜੀ ਅਣਚਾਹੇ ਕੰਮਾਂ 'ਚ ਰੁੱਝੇ ਰਹਿੰਦੇ। ਬੰਤੇ ਲਈ ਨਵੇਂ ਕੱਪੜੇ ਸਵਾਏ ਗਏ। ਚੰਨੋ ਨੇ ਦਾਜ 'ਚ ਲਿਆਂਦਾ ਆਪਣੇ ਹੱਥੀਂ ਬੁਣਿਆ ਬੰਤੇ ਦਾ ਸਵੈਟਰ ਜਦੋਂ ਉਹਦੇ ਲੋਹੇ ਦੇ ਟਰੰਕ 'ਚ ਰੱਖਿਆ ਤਾਂ ਮਾਨੂੰ ਆਪਣਾ ਦਿਲ ਵੀ ਉਹਦੀ ਕਿਸੇ ਤਹਿ 'ਚ ਤਹਿ ਕਰਕੇ ਰੱਖ ਦਿੱਤਾ ਹੋਵੇ। ਆਪਣੇ ਹੱਥਾਂ ਦੇ ਕੱਢੇ ਰੁਮਾਲ, ਜਿਨ੍ਹਾਂ ਨੇ ਕਦੇ ਨੈਣਾਂ ਦੇ ਨਖਰਿਆਂ ਤੇ ਖੁਸ਼ੀਆਂ ਨੇ ਫੁੱਲ ਕੱਢੇ ਸੀ, ਅੱਜ ਟਰੰਕ 'ਚ ਰੱਖਣ ਲੱਗਿਆ ਉਹਨਾਂ ਤੇ ਦਰਦੀਲੇ ਹੰਝੂਆਂ ਨਾਲ ਆਪਣਾ ਨਾਂ ਲਿਖ ਦਿੱਤਾ ਸੀ। ਬੰਤੇ ਦੇ ਸਫ਼ਰ ਲਈ ਪਿੰਨੀਆਂ ਦਾ ਪੀਪਾ ਤੇ ਹੋਰ ਗਜ਼ਾ ਰਲਾ ਦਿੱਤੀ ਸੀ। ਜਿਉਂ-ਜਿਉਂ ਬੰਤੇ ਦੇ ਤੁਰਨ ਦਾ ਦਿਨ ਨੇੜੇ ਆਉਂਦਾ ਗਿਆ, ਚੰਨੋ ਤੇ ਬੰਤਾ ਇੱਕ ਦੂਜੇ 'ਚ ਖੁੱਭਦੇ ਤੁਰੇ ਗਏ। ਬੰਤੇ ਨੂੰ ਕਲਕੱਤੇ ਤੋਂ ਚੜਾਉਣ ਮੰਗਲ ਨੇ ਜਾਣਾ ਸੀ। ਉਹ ਵੀ ਤਿਆਰੀ ਲਈ ਨੱਠ ਭੱਜ ਕਰਦਾ ਰਹਿੰਦਾ। ਤਿਆਰੀ ਜੋ ਲੰਬੇ ਸਫ਼ਰ ਤੇ ਅਣਜਾਣ ਰਾਹਾਂ ਦੀ ਸੀ। ਸੰਤੀ ਜਿਹੜੀ ਕਦੇ ਬੰਤੇ ਨੂੰ ਬੇਵਫਾਈ ਦੇ ਨਿਹੋਰੇ ਮਾਰਦੀ ਨਹੀਂ ਸੀ ਥੱਕਦੀ, ਹੁਣ ਉਸ ਕੋਲੋਂ ਉਹਦੇ ਨਾਲ ਗੱਲ ਨਾ ਕਰ ਹੁੰਦੀ। ਉਹਨੂੰ ਵੇਖਦਿਆਂ ਹੀ ਦਿਲ ਗੋਤੇ ਖਾਣ ਲੱਗ ਪੈਂਦਾ। ਨੈਣਾਂ ਦਾ ਨੀਰ ਬੇਕਾਬੂ ਹੋ ਕੇ ਵਹਿ ਤੁਰਦਾ। ਉਹ ਸੋਚਦੀ, ਚੰਦਰਿਆ ਭਾਵੇਂ ਨਾ ਹੀ ਮਿਲਿਆ ਕਰਦਾ, ਅੱਖਾਂ ਦੇ ਸਾਹਮਣੇ ਤਾਂ ਰਹਿੰਦਾ। ਤੇ ਇੱਕ ਦਿਨ ਜਦੋਂ ਉਹਨੇ ਇਕੱਲੇ ਬੰਤੇ ਨੂੰ ਇਹ ਕਿਹਾ, ਦੇਖੀ ਕਿਤੇ ਸਾਨੂੰ ਭੁੱਲ ਨਾ ਜਾਏ, ਆਪਣੇ ਪੁੱਤਾਂ ਨੂੰ ਜ਼ਰੂਰ ਯਾਦ ਰੱਖੀ। ਇੰਨੀ ਗੱਲ ਕਹਿ ਉਹ ਬੇਕਾਬੂ ਹੋਈ ਬੰਤੇ ਦੀ ਹਿੱਕ ਨਾਲ ਲੱਗ ਕੇ ਧਾਹਾਂ ਮਾਰ ਕੇ ਰੋ ਪਈ। ਬੰਤਾ ਆਪਣੀਆਂ ਅੱਖਾਂ ਦੇ ਹੰਝੂ ਲੁਕਾਉਂਦਾ ਉਹਦੀ ਪਿੱਠ ਤੇ ਹੌਸਲੇ ਦੀ ਥਾਪੀ ਦੇ ਕੇ ਉੱਥੋਂ ਚਲਾ ਗਿਆ। ਉਸ 'ਚ ਇਸ ਸੱਚਾਈ ਦਾ ਹੋਰ ਸਾਹਮਣਾ ਕਰਨ ਦੀ ਹਿੰਮਤ ਨਾ ਰਹੀ। ਮਿੱਥੇ ਦਿਨ ਤੇ ਜਦੋਂ ਉਹ ਆਪਣੇ ਸੇਪੀਦਾਰ ਦੇ ਸਿਰ ਤੇ ਟਰੰਕ ਚੁਕਾ ਕੇ ਨਵਾਂ ਸ਼ਹਿਰੋਂ ਗੱਡੀ ਫੜਨ ਲਈ ਘਰੋਂ ਤੁਰੇ ਤਾਂ ਮਾਨੂੰ ਚਿੰਤੀ, ਚੰਨੋ ਤੇ ਸੰਤੀ ਦੇ ਉੱਭੇ ਸਾਹਾਂ ਨੇ ਪਿੰਡਾਂ ਦੀਆਂ ਕੰਧਾਂ ਰਵਾਤੀਆਂ। ਪਿੰਡ ਦੀਆਂ ਗਲੀਆਂ 'ਚ ਜਿਵੇਂ ਉਦਾਸੀ ਹੌਕਾ ਦੇ ਕੇ ਲੰਘ ਗਈ ਹੋਵੇ। ਬੰਤੇ 'ਚ ਪਿੰਡ ਦੀ ਜੂਹ ਟੱਪਣ ਲੱਗਿਆਂ ਮੁੜ ਕੇ ਪਿੰਡ ਵੱਲ ਵੇਖਣ ਦਾ ਹੌਸਲਾ ਨਹੀਂ ਸੀ। ਮਨ 'ਚ ਉਹਨੇ ਪਿੰਡ ਦੀ ਜੂਹ ਤੇ ਪਿੰਡ ਦੀ ਮਿੱਟੀ ਨੂੰ ਨਮਸਕਾਰ ਕੀਤਾ ਤੇ ਦਿਲ 'ਚ ਸੋਚਿਆ, ਸ਼ਾਇਦ ਇਸ ਮਿੱਟੀ ਦੀ ਛੂਹ ਫਿਰ ਨਸੀਬ ਹੋਵੇ ਜਾਂ ਨਾ। ਉਹਨੂੰ ਆਪਣਾ ਬਾਪ ਪਹਿਲੀ ਵਾਰ ਆ ਕੇ ਮੁੜਦਾ ਯਾਦ ਆ ਗਿਆ, ਜਿਹੜਾ ਹੁਣ ਤੱਕ ਕਈ ਵਰੇ ਲੰਘ ਜਾਣ ਪਿੱਛੋਂ ਵੀ ਮੁੜ ਕੇ ਨਹੀਂ ਸੀ ਆਇਆ। ਉਹ ਨਵਾਂ ਸ਼ਹਿਰ ਉਦਾਸੀ ਤੇ ਗਮ ਦੀਆਂ ਬੁੱਕਲਾਂ ਮਾਰੀ ਸਟੇਸ਼ਨ ਤੇ ਜਾ ਬੈਠੇ। ਗੱਡੀ ਜੋ ਜਲੰਧਰੋਂ ਆਉਂਦੀ ਸੀ, ਇੱਥੋਂ ਆ ਕੇ ਰਾਹੋਂ ਜਾਂਦੀ, ਰਾਹੋਂ ਤੋਂ ਫਿਰ ਨਵਾਂ ਸ਼ਹਿਰ ਆਉਂਦੀ ਤੇ ਇੱਥੋਂ ਜੇਜ਼ੋਂ ਦੁਆਬਾ ਤੋਂ ਮੁੜ ਕੇ ਫਿਰ ਨਵਾਂ ਸ਼ਹਿਰ ਹੁੰਦੀ ਹੋਈ ਜਲੰਧਰ ਜਾਂਦੀ ਸੀ। ਗੱਡੀ ਜੇਜ਼ੋਂ ਤੋਂ ਆਉਣੀ ਵਾਲੀ ਸੀ। ਉਹਨਾਂ ਦਾ ਸੇਪੀਦਾਰ ਸਮਾਨ ਸਟੇਸ਼ਨ ਤੇ ਰੱਖ ਕੇ ਪਿੰਡ ਨੂੰ ਮੁੜ ਗਿਆ ਸੀ। ਮੰਗਲ ਭਾਵੇਂ ਉੱਪਰੋਂ ਹੱਸਦਾ ਸੀ, ਪਰ ਦਿਲੋਂ ਬੰਤੇ ਦੇ ਪਹਾੜ ਜਿੱਡੇ ਦੁੱਖ ਕਾਰਨ ਦੁਖੀ ਸੀ। ਗੱਡੀ ਆਈ, ਸਮਾਨ ਗੱਡੀ 'ਚ ਰੱਖਿਆ ਗਿਆ, ਪਤਾ ਹੀ ਨਾ ਲੱਗਾ। ਜਦੋਂ ਤਰਕਾਲਿਆਂ ਦਾ ਘੁਸਮਸਾ ਜਿਹਾ ਹੋ ਗਿਆ ਤੇ ਫਗਵਾੜੇ ਦਾ ਸਟੇਸ਼ਨ ਆ ਗਿਆ, ਇੱਥੋਂ ਉਹਨਾਂ ਨੇ ਕਲਕੱਤੇ ਲਈ ਗੱਡੀ ਫੜਨੀ ਸੀ। ਉਹਨਾਂ ਘੇ 'ਚ ਗੁੰਨੇ ਆਟੇ ਦੇ ਪਰੌਂਠੇ ਖੋਲ੍ਹ ਕੇ ਆਲੂਆਂ ਦੀ ਸੁੱਕੀ ਸਬਜ਼ੀ ਨਾਲ ਖਾਣੇ ਸ਼ੁਰੂ ਕੀਤੇ। ਬੰਤੋ ਦੇ ਅੰਦਰੋਂ ਬੁਰਕੀ ਬਾਹਰ ਨੂੰ ਆਉਂਦੀ ਸੀ। ਉਗਲ ਨੁਗਲ ਕੇ ਉਹਨੇ ਇੱਕ ਪਰੌਂਠਾ ਖਾਧਾ। ਉਹਦੀ ਭੁੱਖ ਤੇ ਸੋਚ ਤਾਂ ਉਹਦੇ ਦਿਲ ਦੇ ਨਾਲ ਉਹਦੀ ਚੰਨੋ ਕੋਲ ਰਹਿ ਗਏ ਸੀ। ਉਹ ਤੇ ਬਸ ਆਪਣੀ ਲਾਸ਼ ਚੁੱਕੀ ਲਈ ਜਾਂਦਾ ਸੀ। ਅੱਧੀ ਰਾਤ ਤੋਂ ਬਾਅਦ ਕਲਕੱਤੇ ਜਾਣ ਵਾਲੀ ਗੱਡੀ ਆਈ। ਗੱਡੀ ਇਸ ਸਟੇਸ਼ਨ ਤੇ ਥੋੜੇ ਮਿੰਟ ਹੀ ਰੁਕਦੀ ਸੀ। ਉਹਨਾਂ ਨੂੰ ਜਿੱਥੇ ਵੀ ਥਾਂ ਮਿਲੀ
ਉੱਥੇ ਹੀ ਆਪਣਾ ਸਮਾਨ ਰੱਖ ਕੇ ਬੈਠਣ ਦੀ ਕੀਤੀ। ਗੱਡੀ ਨੇ ਕਿਸੇ ਵਿਧਵਾ ਦੇ ਕੀਰਨੇ ਵਾਂਗ ਚੀਕ ਮਾਰੀ ਤੇ ਬੰਤਾ ਆਪਣੇ ਪੰਜਾਬ ਦੇ 5 ਦਰਿਆਵਾਂ ਦੀ ਪਵਿੱਤਰ ਧਰਤੀ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਅਲਵਿਦਾ ਕਹਿ ਕੇ ਗੱਡੀ ਦੇ ਫੱਟੇ ਤੇ ਲੰਮਾ ਪਿਆ ਸੋਚ ਰਿਹਾ ਸੀ, ਜਿਵੇਂ ਉਹ ਇੱਕ ਲਾਸ਼ ਹੋਵੇ ਤੇ ਆਪਣੀ ਅੰਤਿਮ ਯਾਤਰਾ ਤੇ ਤੁਰ ਪਿਆ ਹੋਵੇ। ਸਵੇਰ ਹੋਣ ਤੱਕ ਗੱਡੀ ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਚਲੀ ਗਈ ਸੀ। ਉਹ ਗੱਡੀ 'ਚ ਬੈਠਾ ਜਦ ਬਾਹਰ ਵੇਖਦਾ ਤਾਂ ਉਹਨੂੰ ਰੁੱਖ ਦੇ ਖੇਤ ਉਹਦੇ ਪਿੰਡ ਵੱਲ ਦੌੜੇ ਜਾਣ ਲਈ ਕਹਿੰਦੇ ਲੱਗਦੇ। ਉਹਨੇ ਰਾਹ 'ਚ ਬੜੇ ਅਜੀਬ ਤਰ੍ਹਾਂ ਦੇ ਲੋਕ ਅਜੀਬ ਤਰ੍ਹਾਂ ਦੀਆਂ ਬੋਲੀਆਂ ਬੋਲਦੇ ਵੇਖੇ। ਉਹਨਾਂ ਦੇ ਚਿਹਰੇ ਨਾ ਪੰਜਾਬੀਆਂ ਵਰਗੇ ਸਨ ਤੇ ਨਾ ਉਹਨਾਂ ਦੀ ਬੋਲੀ ਉਹਦੀ ਬੋਲੀ ਵਰਗੀ ਸੀ। ਉਹ ਸੋਚਣ ਲੱਗ ਪੈਂਦਾ, ਜੇ ਆਪਣੇ ਦੇਸ਼ ਦੇ ਲੋਕਾਂ ਦੀ ਬੋਲੀ ਸਮਝ ਨਹੀਂ ਆਉਂਦੀ ਤਾਂ ਤੇਲੀਏ ਦੇ ਲੋਕਾਂ ਦੀ ਬੋਲੀ ਉਹ ਕਿੰਝ ਸਮਝੇਗਾ। ਉਹ ਸੋਚ ਕੇ ਉਹਦਾ ਮਨ ਝੁੰਝਲਾ ਉੱਠਦਾ, ਉਹਦਾ ਗਲਾ ਖੁਸ਼ਕ ਹੋ ਜਾਂਦਾ, ਉਹਦੇ ਬੁੱਲ੍ਹਾਂ ਤੇ ਪੇਪੜੀ ਜੰਮ ਜਾਂਦੀ। ਜਿਵੇਂ ਇਹ ਇੱਥੋਂ ਦੇ ਲੋਕਾਂ ਦੀ ਬੋਲੀ ਤੇ ਖੁਸ਼ਕ ਸੁਭਾਅ ਦਾ ਅਸਰ ਹੋਵੇ ਤੇ ਉਹ ਆਪਣੇ ਦੇਸ਼ ਵਿੱਚ ਹੀ ਆਪਣੇ ਆਪ ਨੂੰ ਪਰਦੇਸੀ ਸਮਝਣ ਲੱਗ ਪਿਆ। ਗੱਡੀ ਚੌਥੇ ਦਿਨ ਹਾਵੜੇ ਪਹੁੰਚੀ। ਉਹ ਦੋਵੇਂ ਗੱਡੀ 'ਚ ਬੈਠੇ ਰਹੇ। ਜਦੋਂ ਸਾਰੀਆਂ ਸਵਾਰੀਆਂ ਉਤਰ ਗਈਆਂ ਤਾਂ ਉਹਨੇ ਇੱਕ ਸਰਦਾਰ ਟੀਟੀ ਨੂੰ ਪੁੱਛਿਆ, ਇਹ ਕਲਕੱਤੇ ਕਦੋਂ ਜਾਊਗੀ? ਟੀਟੀ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕਲਕੱਤਾ ਹੀ ਹੈ। ਮੰਗਲ ਤੇ ਬੰਤੇ ਨੇ ਇੱਕ ਦੂਜੇ ਵੱਲ ਹੈਰਾਨੀ ਨਾਲ ਵੇਖਿਆ ਤੇ ਬੰਤੇ ਨੇ ਟੀਟੀ ਨੂੰ ਕਿਹਾ, ਜੀ ਮੈਂ ਪਰਸੋਂ ਨੂੰ ਤੇਲੀਆ ਵਾਲੇ ਜਹਾਜ਼ ਤੇ ਚੜ੍ਹਨਾ, ਇਹ ਕਿੱਥੋਂ ਮਿਲੂਗਾ? ਟੀਟੀ ਨੇ ਦੱਸਿਆ ਕਿ ਸਟੇਸ਼ਨ ਤੋਂ ਗਾਂਹ ਦਰਿਆ ਉੱਤੇ ਇੱਕ ਕੈਂਚੀਆਂ ਵਾਲਾ ਪੁਲ ਹੈ। ਤੁਸੀਂ ਪੁਲ ਦੇ ਕੋਲੋਂ ਸੱਜੇ ਪਾਸਿਓਂ ਬੇੜੀ 'ਚ ਬੈਠ ਕੇ ਬੰਦਰਗਾਹ ਤੇ ਪਹੁੰਚ ਜਾਓਗੇ। ਸਾਰੇ ਜਹਾਜ਼ ਉੱਥੋਂ ਹੀ ਚੱਲਦੇ ਨੇ। ਮੰਗਲ ਸਿੰਘ ਨੇ ਟਰੰਕ ਸਿਰ ਤੇ ਚੁੱਕ ਲਿਆ। ਬੰਤੇ ਨੇ ਪਿੰਨੀਆਂ ਵਾਲਾ ਪੀਪਾ ਤੇ ਗਜ਼ਾ ਵਾਲਾ ਡੱਬਾ, ਖਾਣ ਪੀਣ ਵਾਲਾ ਸਮਾਨ ਨਾਲ ਹੀ ਦੋਵਾਂ ਹੱਥਾਂ 'ਚ ਚੁੱਕ ਲਏ। ਪੁਲ ਦੇ ਕੋਲੋਂ ਉਹਨਾਂ ਨੂੰ ਬੰਦਰਗਾਹ ਤੇ ਜਾਣ ਵਾਲੀ ਬੇੜੀ ਮਿਲ ਗਈ। ਬੇੜੀ ਜਦੋਂ ਦਰਿਆ ਦੀਆਂ ਲਹਿਰਾਂ ਦੇ ਹਵਾਲੇ ਹੋਈ, ਦਰਿਆ ਜਿਹਦਾ ਵਜੂਦ ਥੋੜ੍ਹੀ ਦੂਰ ਜਾ ਕੇ ਸਾਗਰ 'ਚ ਜਾ ਕੇ ਰਲ ਜਾਂਦਾ ਸੀ, ਉਹ ਤੋਂ ਉਹਨਾਂ ਨੂੰ ਬੜਾ ਡਰ ਲੱਗਾ। ਉਹਨਾਂ ਵੇਖਿਆ ਮੀਲਾਂ ਤੱਕ ਪਾਣੀ ਹੈ। ਉਹਨਾਂ ਨੇ ਤਾਂ ਆਪਣੇ ਪਿੰਡ ਦੇ ਛੱਪੜ ਤੋਂ ਵੱਧ ਪਾਣੀ ਨਹੀਂ ਸੀ ਵੇਖਿਆ। ਉਹ ਬੰਦਰਗਾਹ ਤੇ ਜਾ ਉਤਰੇ। ਪੁੱਛਦਿਆਂ ਉਹਨਾਂ ਨੇ ਤੇਲੀਆ ਜਾਣ ਵਾਲਾ ਜਹਾਜ਼ ਲੱਭ ਲਿਆ। ਫਿਰ ਜਹਾਜ਼ ਦੀ ਟਿਕਟ ਲੋਕਾਂ ਨੂੰ ਵਿਖਾਉਂਦੇ ਉਹ ਜਹਾਜ਼ ਦੇ ਦਫ਼ਤਰ 'ਚ ਪਹੁੰਚ ਗਏ। ਦਫ਼ਤਰ ਵਾਲਿਆਂ ਬੰਤੇ ਨੂੰ ਪੁੱਛਿਆ ਕਿ ਕੀ ਤੇਰੇ ਪਾਸ ਖਾਣ ਪੀਣ ਦਾ ਸਮਾਨ ਹੈ? ਜੇ ਨਹੀਂ ਤਾਂ 2 ਮਹੀਨੇ ਦੇ ਗੁਜ਼ਾਰੇ ਜੋਗਾ ਆਟਾ, ਲੂਣ, ਤੇਲ ਤੇ ਦਾਲਾਂ ਤੇ ਘੇ ਖਰੀਦ ਕੇ ਰੱਖ ਲੈ। ਉਹਨਾਂ ਨੇ ਬੰਦਰਗਾਹ ਦੇ ਨੇੜਿਓਂ ਇੱਕ ਦੁਕਾਨ ਤੋਂ ਸਮਾਨ ਖਰੀਦ ਲਿਆ। ਅਗਲੇ ਦਿਨ ਬੰਤਾ ਜਹਾਜ਼ ਦੀਆਂ ਬਾਕੀ ਸਵਾਰੀਆਂ ਦੇ ਨਾਲ ਜਦੋਂ ਜਹਾਜ਼ 'ਚ ਚੜ੍ਹਨ ਲੱਗਾ ਤਾਂ ਮੰਗਲ ਤੇ ਉਹ ਇੱਕ ਦੂਜੇ ਗਲ ਲੱਗ ਕੇ ਫਿੱਸ ਪਏ। ਮੰਗਲ ਭਰਾ ਨੂੰ ਵਿਸ਼ਾਲ ਸਾਗਰਾਂ ਦੀਆਂ ਵਿਸ਼ਾਲ ਲਹਿਰਾਂ ਦੀ ਹਿੱਕ ਉੱਤੇ ਤੈਰਨ ਲਈ ਜਹਾਜ਼ ਤੇ ਚੜ੍ਹਾ ਕੇ ਬੇੜੀ ਰਾਹੀਂ ਵਾਪਸ ਹਾਵੜਾ ਸਟੇਸ਼ਨ ਤੇ ਆ ਗਿਆ। ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਆਪਣੇ ਸਰੀਰ ਦਾ ਅੱਧ ਸਾਗਰ ਦੇ ਹਵਾਲੇ ਕਰ ਆਇਆ ਹੋਵੇ। ਉਦਾਸੀ ਭਰੇ ਦਿਲ ਨਾਲ ਜਲੰਧਰ ਵਾਲੀ ਗੱਡੀ ਬੈਠ ਗਿਆ। ਬੰਤਾ ਜਹਾਜ਼ 'ਚ ਚੜ੍ਹਿਆ ਤਾਂ ਉਹਨੂੰ ਇਸ ਤਰ੍ਹਾਂ ਲੱਗਾ ਜਿਵੇਂ ਜਹਾਜ਼ ਨਹੀਂ, ਇਹ ਤਰ੍ਹਾਂ ਹੁੰਦਾ ਦੁਸਹਿਰੇ ਦਾ ਮੇਲਾ ਹੈ, ਜਿੱਥੇ ਲੋਕ ਕੁਰਬਲ ਕਰਦੇ ਫਿਰਦੇ ਹੈ। ਉਹਦੀਆਂ ਨਜ਼ਰਾਂ ਮੇਲੇ 'ਚੋਂ ਕਿਸੇ ਆਪਣੇ ਨੂੰ ਲੱਭਣ ਲੱਗੀਆਂ ਤੇ ਉਹਦੀਆਂ ਨਜ਼ਰਾਂ ਨਾਲ 2 ਹੋਰ ਨਜ਼ਰਾਂ ਮਿਲੀਆਂ। ਇੱਕ ਉਹਦੇ ਹਾਣ ਦਾ ਹੀ ਗੱਭਰੂ ਉਸ ਵੱਲ ਵੇਖ ਕੇ ਮੁਸਕਰਾਇਆ ਤੇ ਕੋਲ ਆ ਕੇ ਕਹਿਣ ਲੱਗਾ, ਭਾਊ ਤੂੰ ਕਿੱਥੇ ਜਾਣਾ? ਜਦੋਂ ਉਹਨੇ ਕਿਹਾ ਤੇਲੀਏ ਜਾਣਾ ਤਾਂ ਉਹਨੇ ਦੱਸਿਆ, ਲੈ ਫਿਰ ਤਾਂ ਧੁਰ ਦਾ ਸਾਥ ਬਣ ਗਿਆ, ਮੈਂ ਵੀ ਤੇਲੀਏ ਹੀ ਜਾਣਾ। ਤੇ ਉਹਨੇ ਦੱਸਿਆ, ਮੇਰਾ ਨਾਂ ਲਾਲ ਹੈ ਤੇ ਮੇਰਾ ਪਿੰਡ ਨੂਰਮਹਿਲ ਕੋਲ ਬਿਲਗਾ। ਤੂੰ ਸੁਣੀ ਹੋਈ ਹੈ ਨੂਰਮਹਿਲ ਦੀ ਸਰਾਂ? ਬੱਸ ਉੱਤੇ ਸਾਡੇ ਪਿੰਡ ਦੇ ਨਾਲ ਹੀ ਸਮਝ। ਇਸ ਤਰ੍ਹਾਂ ਇਸ ਮੇਲੇ 'ਚ ਅਣਜਾਣ ਰਾਹਾਂ ਤੇ ਤੁਰੇ 2 ਹਮ ਉਮਰ ਗੱਭਰੂ ਇੱਕ ਦੂਜੇ ਦੇ ਪੁਰਾਣੇ ਮਿੱਤਰਾਂ ਵਾਂਗ ਹਮਸਫ਼ਰ ਬਣ ਗਏ। ਦੋਹਾਂ ਨੇ ਆਪਣਾ ਸਮਾਨ ਇੱਕ ਥਾਂ ਰੱਖ ਲਿਆ ਕਿਉਂਕਿ ਉਸ ਰਾਤ ਜਹਾਜ਼ ਨੇ ਕਲਕੱਤੇ ਦੀ ਬੰਦਰਗਾਹ ਤੋਂ ਤੁਰ ਪੈਣਾ ਸੀ। ਤਰਕਾਲਾਂ ਨੂੰ ਉਹਨਾਂ ਨੇ ਇਕੱਠਿਆਂ ਰੋਟੀ ਬਣਾਈ, ਇਕੱਠਿਆਂ ਖਾਧੀ। ਇਹਨਾਂ ਆਪੇ ਥੱਪੀਆਂ ਮੰਨੀਆਂ ਦਾ ਸਵਾਦ ਤੇ ਆਨੰਦ ਵੱਖਰਾ ਹੀ ਸੀ। ਧੰਨਵਾਦ।